ओके पंजाब साहित्य अकादमी वालों तुहाडा बहुत बहुत स्वागत है। दोस्तों अज आपां बहुत पवित्र कारज लई इकट्ठे होए हां। पंजाब कला परिषद ते पंजाब कला परिषद दे तिन्ने अदारे इस पक्षों बहुत खुशकिस्मत ने, बहुत भागां वाले ने कि इन्हां दे कार्यकाल दे विच पहलां असीं गुरु नानक साहब दी 550 साला शताब्दी मना के हटे हां ते हुण असीं नौवें गुरु तेग बहादुर साहब दी 400 साला जन्म शताब्दी के प्रोग्राम उलीके हुए ने ते उन्हां प्रोग्रामां नूं लगातार लड़ी दे विच करवा रहे हां। ये किसी अदारे दे वड्डे भाग हुंदे ने कि उन्हां दे कार्यकाल दे विच इस किस्म दे दो पवित्र दिहाड़े आउण ते उन्हां नाल वड्डियां सरगर्मियां करन दा सानूं मौका मिले। ਅਸੀਂ गुरु नानक साहब ਦੇ 550 ਸਾਲਾਂ ਨੂੰ ਸਮਰਪਿਤ ਚਾਹੇ ਉਹ ਪੰਜਾਬ ਸੰਗੀਤ ਨਾਟਕ ਅਕੈਡਮੀ ਹੈ, ਚਾਹੇ ਪੰਜਾਬ ਸਾਹਿਤ ਅਕੈਡਮੀ ਹੈ, ਚਾਹੇ ਪੰਜਾਬ ਲਲਿਤ ਕਲਾ ਅਕੈਡਮੀ ਹੈ ਤੇ ਚਾਹੇ ਪੰਜਾਬ ਕਲਾ ਪਰਿਸ਼ਦ ਖੁਦ ਹੈ, ਇਹਨਾਂ ਸਾਰੇ ਅਦਾਰਿਆਂ ਨੇ ਬਹੁਤ ਸਾਰੇ ਪ੍ਰੋਗਰਾਮ ਕਰਾਏ ਨੇ। ਪੂਰੇ ਪੰਜਾਬ ਦੇ ਵਿੱਚ ਅਸੀਂ ਸਰਗਰਮੀ ਕੀਤੀ, ਈਵਨ ਪੰਜਾਬ ਤੋਂ ਬਾਹਰ ਵਿਸ਼ਵ ਲੈਵਲ ਤੱਕ ਵੀ ਬਹੁਤ ਸਾਰੀਆਂ ਸਰਗਰਮੀਆਂ ਕੀਤੀਆਂ ਅਸੀਂ। ਅਤੇ ਉਸੇ ਲੜੀ ਦੇ ਵਿੱਚ ਹੁਣ ਗੁਰੂ ਤੇਗ ਬਹਾਦਰ ਦੀ 400 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਵੱਖ-ਵੱਖ ਪ੍ਰੋਗਰਾਮ ਪੰਜਾਬ ਕਲਾ ਪਰਿਸ਼ਦ ਵੱਲੋਂ, पंजाब साहित्य अकादमी वालों, संगीत नाटक अकादमी वालों ते ललित कला अकादमी वालों लिखे जा रहे हैं। ते पंजाब साहित्य अकादमी हुण तक इस मसले ते पहला एक सैमीनार असीं कर चुके हां। उन्हां दी बाणी गुरु तेग बहादुर साहब दी बाणी दी समकाली दौर दे विच प्रासंगिक किताब। इस तो अलावा असीं कॉलेजां लई एक क्विज कंपीटीशन गुरु तेग बहादुर दे जीवन नाल संबंधित, उन्हां दे रचना नाल संबंधित करवा चुके हां, जिहदे विच लगभग 3000 दे करीब कॉलेज दे विद्यार्थियों ने ऑनलाइन उहदे विच भाग लिया। ਤੇ ਉਸ ਲੜੀ ਦੇ ਵਿੱਚ ਤੀਜਾ ਸਮਾਗਮ ਅੱਜ ਅਸੀਂ ਹੁਣ ਕਰ ਰਹੇ ਹਾਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ। ਅਸੀਂ ਇਹ ਸਮਾਗਮ ਜਿਹੜਾ ਕਰ ਰਹੇ ਹਾਂ ਇਹਦਾ ਵਿਸ਼ਾ ਹੈਗਾ ਗੁਰੂ ਤੇਗ ਬਹਾਦਰ ਨਾਲ ਸੰਬੰਧਿਤ ਰਚਿਤ ਨਾਟਕਾਂ ਦੀ ਪ੍ਰਸੰਗ ਦੇ ਵਿੱਚ ਪੰਜਾਬੀ ਨਾਟ ਮੰਚ ਦੀ ਭੂਮਿਕਾ। ਗੁਰੂ ਤੇਗ ਬਹਾਦਰ ਨਾਲ ਸੰਬੰਧਿਤ ਜਾਂ ਸਿੱਖ ਗੁਰੂਆਂ ਨਾਲ ਸੰਬੰਧਿਤ ਪੰਜਾਬੀ ਨਾਟਕ ਦੀ ਇੱਕ ਲੰਮੀ ਪਰੰਪਰਾ ਹੈ। ਜਦੋਂ ਸ਼ਤਾਬਦੀਆਂ ਆਈਆਂ ਉਦੋਂ ਸਾਰੇ ਗੁਰੂਆਂ ਨਾਲ ਸੰਬੰਧਿਤ बहुत सारे नाटक लिखे गए। भावें नाटक के सिख इतिहास ਦੀਆਂ काफी सारिया लिमिटेशन भी ने, पर उन्हां लिमिटेशन ਨੂੰ कबूल करते हुए, उन्हां चुनौतियों ਨੂੰ कबूल करते हुए नाटक ਦੀ विधा ਦੇ ਵਿੱਚ बहुत सारे नाटक गुरु नानक साहब ਨਾਲ जुड़े हुए लिखे गए, बाकी गुरु साहिबानां ਨਾਲ लिखे गए ਤੇ गुरु तेग बहादुर साहब ਨਾਲ संबंधित बहुत सारे नाटकां ਦੀ ਸਿਰਜਣਾ ਹੋਈ ਪੰਜਾਬੀ ਦੇ ਵਿੱਚ। ਤੇ ਅੱਜ इस समागम ਦੇ ਵਿੱਚ ਸਾਡੇ ਨਾਲ ਨੇ ਸਾਡੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਸੋਹਲ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਸਾਰੇ ਪ੍ਰੋਗਰਾਮ ਚੱਲ ਰਹੇ ਨੇ, ਕੀਤੇ ਜਾ ਰਹੇ ਨੇ। ਸਾਡੇ ਸਕੱਤਰ ਡਾਕਟਰ ਸਤੀਸ਼ ਕੁਮਾਰ ਵਰਮਾ, ਜਿਹੜੇ ਪੰਜਾਬੀ ਨਾਟਕ ਦਾ ਇੱਕ ਆਪ ਖੁਦ ਚੱਲਦਾ ਫਿਰਦਾ ਇਨਸਾਈਕਲੋਪੀਡੀਆ ਨੇ। ਸਾਡੇ ਵਿੱਚ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਨੀ ਹੈ ਉਹਨੇ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਜੀ, ਜਿਨ੍ਹਾਂ ਨੇ ਪੰਜਾਬੀ ਨਾਟਕ ਰੰਗਮੰਚ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ ਤੇ ਲਗਾਤਾਰ ਕਰ ਰਹੇ ਨੇ। ਇਹਦੇ ਨਾਲ ਇਸ ਵੇਲੇ ਪੰਜਾਬੀ ਨਾਟਕ ਥੀਏਟਰ ਦੀ ਡਾਕੂਮੈਂਟੇਸ਼ਨ ਤੇ ਪੰਜਾਬੀ ਰੰਗਮੰਚ ਦੇ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਡਾਕਟਰ ਸਾਹਿਬ ਸਿੰਘ, ਜੋ ਪ੍ਰੈਕਟੀਕਲੀ ਤੌਰ ਤੇ ਰੰਗਮੰਚ ਕਰ ਵੀ ਰਹੇ ਨੇ ਤੇ ਰੰਗਮੰਚ ਦੀ ਡਾਕੂਮੈਂਟੇਸ਼ਨ ਵੀ ਕਰ ਰਹੇ ਨੇ, ਡਾਕਟਰ ਸਾਹਿਬ ਸਿੰਘ ਸਾਡੇ ਨਾਲ ਜੁੜੇ ਹੋਏ ਨੇ। ਇਸ ਤੋਂ ਇਲਾਵਾ ਸਾਡੀ ਅਕਾਦਮੀ ਦੇ ਮੈਂਬਰ ਤੇ ਖੁਦ ਨਾਟਕਕਾਰ ਜਲਿੰਦਰ ਕੁਮਾਰ ਸਾਡੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੇ ਲਗਭਗ 9-10 ਕਿਤਾਬਾਂ ਜਿਨ੍ਹਾਂ ਦੀਆਂ ਨਾਟਕਾਂ ਦੀਆਂ ਆਈਆਂ ਨੇ ਤੇ ਨਾਟਕ ਥੀਏਟਰ ਲੰਬੇ ਸਮੇਂ ਤੋਂ ਕਰ ਰਹੇ ਨੇ। ਤੇ ਨਾਲ ਹੀ ਸਾਡੇ ਨਾਲ ਜੁੜੇ ਹੋਏ ਨੇ ਨਾਟਕ ਥੀਏਟਰ ਦੀ ਰਿਸਰਚ ਸਕਾਲਰ ਸਤਵਿੰਦਰ ਕੌਰ, ਜਿਨ੍ਹਾਂ ਨੇ ਇਤਿਹਾਸਕ ਨਾਟਕਾਂ ਤੇ ਪੰਜਾਬੀ ਦੇ ਇਤਿਹਾਸਕ ਨਾਟਕਾਂ ਤੇ PhD ਮੁਕੰਮਲ ਕੀਤੀ ਹੈ। ਅਮਰ ਘੋਲੀਆ ਜੀ ਤੇ ਹੋਰ ਕਈ ਦੋਸਤ ਸਾਡੇ ਨਾਲ ਜੁੜੇ ਹੋਏ ਨੇ। ਤੇ ਇਹ ਪ੍ਰੋਗਰਾਮ ਇਸ ਵੇਲੇ ਫੇਸਬੁੱਕ ਤੇ ਪੂਰੀ ਦੁਨੀਆ ਦੇ ਦਰਸ਼ਕਾਂ ਨਾਲ ਲਾਈਵ ਅਸੀਂ ਪੂਰੀ ਦੁਨੀਆ ਇਸ ਨੂੰ ਦੇਖ ਰਹੀ ਹੈ। ਸਾਡੇ ਨਾਲ ਇੱਥੇ ਵੀ ਬਹੁਤ ਸਾਰੇ ਲੋਕ ਜੁੜ ਰਹੇ ਨੇ ਤੇ ਉੱਧਰ ਵੀ ਬਹੁਤ ਸਾਰੇ ਲੋਕ ਫੇਸਬੁੱਕ ਦੇ ਉੱਤੇ ਜੁੜਨਗੇ। तो ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਇਸ ਪਵਿੱਤਰ ਕਾਰਜ ਦੇ ਵਿੱਚ। ਇਸ ਬਹਾਨੇ, ਇਹਨਾਂ ਸ਼ਤਾਬਦੀਆਂ ਦੇ ਬਹਾਨੇ ਅਸੀਂ ਆਪਣੇ ਵਿਰਸੇ ਨਾਲ, ਅਸੀਂ ਆਪਣੀ ਵਿਰਾਸਤ ਨਾਲ, ਅਸੀਂ ਆਪਣੀ ਪਰੰਪਰਾ ਨਾਲ ਰੂਬਰੂ ਹੋਣਾ ਹੁੰਦਾ ਹੈ, ਉਹਦੇ ਨਾਲ ਸੰਬੰਧਿਤ ਡਾਇਲੌਗ ਰਚਾਉਣਾ ਹੁੰਦਾ ਹੈ, ਬਹੁਤ ਕੁਝ ਨਵਾਂ ਸਿਰਜਣਾ ਹੁੰਦਾ ਹੈ। ਉਹ ਗੁਰੂ ਨਾਨਕ ਸਾਹਿਬ ਨਾਲ ਵੀ ਸੰਬੰਧਿਤ ਸਿਰਜਿਆ ਗਿਆ ਤੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਨਾਲ ਵੀ ਸੰਬੰਧਿਤ ਬਹੁਤ ਕੁਝ ਨਵਾਂ ਸਿਰਜਿਆ ਜਾ ਰਿਹਾ, ਬਹੁਤ ਕੁਝ ਪੁਰਾਣਾ ਪੜ੍ਹਿਆ ਜਾ ਰਿਹਾ, ਪੜਤੋਲਿਆ ਜਾ ਰਿਹਾ, ਲੋਕਾਂ ਦੇ ਸਾਹਮਣੇ ਲਿਆਂਦਾ ਜਾ ਰਿਹਾ ਹੈ। ਸੋ ਇਸ ਪਵਿੱਤਰ ਕਾਰਜ ਦੇ ਵਿੱਚ जुड़े हुए सारे लोगों को बहुत बहुत मुबारक ते तुहाडा सारिਆਂ ਦਾ बहुत बहुत स्वागत। आओ आपां संवाद का आगाज करिए ते संवाद का आगाज करनगे पंजाब साहित्य अकादमी के सकत्तर ते पंजाबी नाटक इतिहास ते बहुत बड़े पद्धर ते खोज करन ते करवाउण वाले डॉक्टर सतीश कुमार वर्मा।
मेरे बहुत ही प्यार ते सत्कार दे पात्र केवल धालीवाल, साहब सिंह, डॉक्टर सरबजीत सोपड़, दविंदर कुमार, बीबा सतविंदर, कुलदीप ਤੇ ਦੇਸ਼ ਵਿਦੇਸ਼ ਵਿੱਚ ਸਾਡੇ ਇਸ ਪ੍ਰੋਗਰਾਮ ਨੂੰ ਵੇਖ ਤੇ ਸੁਣ ਰਹੇ ਸਾਰੇ ਦਰਸ਼ਕੋ, ਪੰਜਾਬੀ ਪ੍ਰੇਮੀ। ਕੁਲਦੀਪ ਨੇ ਬੜੇ ਵਿਸਤਾਰ ਵਿੱਚ ਅੱਜ ਦੇ ਵੈਬੀਨਾਰ ਦਾ ਸ਼ੁਰੂਆਤ ਕੀਤੀ, ਇਸ ਦੀ ਰੂਪਰੇਖਾ ਦੱਸੀ, ਇਸ ਲਈ ਮੈਂ ਦੁਹਰਾਵਾਂਗਾ ਨਹੀਂ, ਸਵਾਗਤ ਵੀ ਰਸਮੀ ਤੌਰ ਤੇ ਉਹਨਾਂ ਨੇ ਕਰ ਦਿੱਤਾ। ਅਸੀਂ ਇਸ ਬੜੇ ਖੂਬਸੂਰਤ ਮੁਕੱਦਸ ਵਰੇ ਚੋਂ ਲੰਘ ਰਹੇ ਹਾਂ। 1966 ਵਿੱਚ ਜਦੋਂ ਪਹਿਲੀ ਵਾਰ ਦਸਮ ਪਾਤਸ਼ਾਹ ਦੇ ਜਨਮ ਦੀ 3 ਸ਼ਤਾਬਦੀ ਮਨਾਈ ਗਈ ਸੀ, ਨਾਲ ਹੀ 1969 ਵਿੱਚ ਪੰਚਮ ਸ਼ਤਾਬਦੀ ਗੁਰੂ ਨਾਨਕ ਦੇਵ ਜੀ ਦੀ ਆਈ, ਫਿਰ 75 ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ 3 ਸ਼ਤਾਬਦੀ ਆਈ। ਤਾਂ ਇੱਕ ਲੜੀ ਚੱਲੀ ਸਾਡੇ ਨਾਟਮੰਚ ਦੀ, ਜਿਸ ਨੂੰ ਅਸੀਂ ਸ਼ਤਾਬਦੀ ਥੀਏਟਰ ਦਾ ਲਕਬ ਦਿੱਤਾ। ਇਹ ਉਹ ਸਮਾਂ ਸੀ ਜਦੋਂ 1966 ਵਿੱਚ ਨਵਾਂ ਪੰਜਾਬ ਬਣਿਆ ਸੀ ਤੇ ਅਸੀਂ ਪੰਜਾਬੀ ਇਸ ਨਵੇਂ ਪੰਜਾਬ ਵਿੱਚ ਪੰਜਾਬੀ ਭਾਸ਼ਾ ਕੇਂਦਰਿਤ ਹੋ ਕੇ, ਆਪਣੇ ਸਾਹਿਤ ਤੇ ਇਤਿਹਾਸ ਕੇਂਦਰਿਤ ਹੋ ਕੇ ਵਧੇਰੇ ਸੁਚੇਤ ਹੋਏ ਸਾਂ। ਨਵੀਂ ਪੰਜਾਬੀ ਯੂਨੀਵਰਸਿਟੀ ਬਣੀ ਸੀ। ਹਰਪਾਲ ਟਿਵਾਣਾ 1962 ਵਿੱਚ ਐਨਐਸਟੀ ਤੋਂ ਗ੍ਰੈਜੂਏਟ ਹੋ ਕੇ ਨਿਕਲੇ ਸੀ। 1975 ਵਿੱਚ 65 ਵਿੱਚ ਗੁਰੂ ਡਾਕਟਰ ਹਰਚਰਨ ਸਿੰਘ ਮੇਰੇ ਗੁਰੂਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਬਣੇ ਸੀ, ਜੋ 75 ਤੱਕ ਰਹੇ। ਨਾਟਕਕਾਰ ਹਰਚਰਨ ਸਿੰਘ ਦਾ ਪਟਿਆਲੇ ਹੋਣਾ, ਹਰਪਾਲ ਟਿਵਾਣਾ ਦਾ ਪਟਿਆਲੇ ਹੋਣਾ ਤੇ ਪੂਰੇ ਪੰਜਾਬ ਦੇ ਵਿੱਚ ਇੱਕ ਲਹਿਰ ਚੱਲਣੀ, ਤੇ ਜਿਹੜਾ ਫਿਰ ਦੂਸਰਾ ਦੌਰ ਹੁਣ ਸ਼ੁਰੂ ਹੋਇਆ 1999 ਤੋਂ ਬਾਅਦ ਸ਼ਤਾਬਦੀਆਂ ਦਾ, ਜਿਸ ਚ ਮਲਟੀਮੀਡੀਆ ਪ੍ਰੋਡਕਸ਼ਨਸ ਆਈਆਂ, ਨਾਟਕ ਆਏ, ਤੇ 2020 ਤੱਕ ਅਸੀਂ ਇਹ ਸਾਰੇ ਸਿਲਸਿਲੇ ਚੋਂ ਲੰਘੇ। ਸਭ ਤੋਂ ਪਹਿਲੀ ਗੁਜ਼ਾਰਿਸ਼ ਤਾਂ ਮੈਂ ਸੰਵਾਦ ਦੇ ਵਿੱਚ ਕਰਨੀ ਚਾਹੁੰਦਾ, ਅਸੀਂ ਆਪਣੇ ਇਤਿਹਾਸ ਬਾਰੇ, ਵਿਰਸੇ ਬਾਰੇ ਬਹੁਤ ਚੇਤਨ ਹਾਂ, ਪਰ ਅਸੀਂ ਅਕਸਰ ਸ਼ਤਾਬਦੀਆਂ ਦੇ ਮੌਕੇ ਗਤੀਸ਼ੀਲ ਹੁੰਦੇ ਹਾਂ, ਤੇ ਸਾਨੂੰ ਸਾਰਾ ਸਾਲ ਹੀ ਗਤੀਸ਼ੀਲ ਰਹਿਣਾ ਚਾਹੀਦਾ ਹੈ, ਆਪਣੇ ਵਿਰਸੇ ਪ੍ਰਤੀ, ਆਪਣੇ ਇਤਿਹਾਸ ਪ੍ਰਤੀ, ਗੁਰੂ ਸਾਹਿਬਾਨ ਦੀ ਪ੍ਰਕਾਰ ਦੀ ਭੂਮਿਕਾ ਪ੍ਰਤੀ। ਅੱਜ ਦਾ ਵੈਬੀਨਾਰ ਵੀ ਇਸ ਗੱਲ ਉੱਤੇ ਕੇਂਦਰਿਤ ਹੈ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਦੀ 4ਥੀ ਜਨਮ ਸ਼ਤਾਬਦੀ ਮੌਕੇ ਗੁਰੂ ਤੇਗ ਬਹਾਦਰ ਬਾਰੇ ਲਿਖੇ ਪੰਜਾਬੀ ਨਾਟਕਾਂ ਦੀ, ਪੰਜਾਬੀ ਨਾਟਮੰਚ ਨੂੰ ਭੂਮਿਕਾ ਤੇ ਅਸੀਂ ਗੱਲ ਕਰ ਰਹੇ ਹਾਂ, ਤਾਂ ਦੋ ਗੱਲਾਂ ਮੇਰੇ ਜ਼ਿਹਨ ਵਿੱਚ ਆ ਰਹੀਆਂ ਨੇ, ਜਿਹੜੀਆਂ ਬਹੁਤ ਮਹੱਤਵਪੂਰਨ ਨੇ, ਜਿਨ੍ਹਾਂ ਨੂੰ ਨਾਟਕਾਂ ਨਾਲ ਨਿਰੂਪਿਤ ਕਰਕੇ ਵੇਖਣਾ ਚਾਹੀਦਾ। ਸਾਡੇ ਏਸ਼ੀਆ ਦੇ ਸਭ ਤੋਂ ਵੱਡੇ ਸ਼ਾਇਰ ਅਲਾਮਾ ਇਕਬਾਲ ਨੇ ਗੁਰੂ ਨਾਨਕ ਦੇਵ ਜੀ ਬਾਰੇ ਇੱਕ ਲੰਮੀ ਨਜ਼ਮ ਲਿਖੀ, ਜਿਸ ਦੀਆਂ 2 ਸਤਰਾਂ ਹਰ ਪੰਜਾਬੀ ਦੇ ਮਨ ਵਿੱਚ ਵਸਦੀਆਂ ਨੇ। उठी आखिर सदा तौहीद की पंजाब से, हिंद को एक मर्द कामिल ने जगाया ख्वाब से। ते दूजे पासे साडे जन जीवन विच, पंजाबी मन विच ਇਹ ਲੋਕ ਵਾਕ ਵਸਦਾ ਹੈ, ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ। ਸਾਰੇ ਹਿੰਦ ਨੂੰ ਇੱਕ ਮਰਦੇ ਕਾਮਿਲ ਗੁਰੂ ਨਾਨਕ ਦੇਵ ਨੇ ਜਗਾਇਆ, ਤੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਬਣੇ। ਇਹ ਦੋ ਗੱਲਾਂ ਵਿਸ਼ੇਸ਼ ਧਿਆਨ ਦੀ ਮੰਗ ਕਰਦੀਆਂ ਨੇ। ਇਸ ਪੱਖੋਂ ਮੰਗ ਕਰਦੀਆਂ ਨੇ ਕਿ ਇੱਕ ਨਿਰੰਤਰਤਾ। ਗੁਰੂ ਨਾਨਕ ਦੇਵ ਜੀ ਨੇ ਜਿਸ ਜਨੇਊ ਨੂੰ ਰੱਦ ਕੀਤਾ, ਜਨੇਊ ਦੇ ਰਾਹੀਂ ਰਸਮਾਂ ਪੁਰਾਣੀਆਂ ਨੂੰ ਰੱਦ ਕੀਤਾ, ਉਸੇ ਜਨੇਊ ਦੀ ਰਾਖੀ ਲਈ ਕਸ਼ਮੀਰੀ ਪੰਡਤਾਂ ਦੇ ਇਲਤਜ਼ਾ ਤੇ ਗੁਰੂ ਤੇਗ ਬਹਾਦਰ ਆਪਣਾ ਸੀਸ ਭੇਟ ਕਰਨ ਗਏ। ਇੱਕ ਪਾਸੇ ਔਰੰਗਜ਼ੇਬ ਸੀਸ ਲੈ ਰਿਹਾ ਸੀ, ਇੱਕ ਪਾਸੇ ਸਾਡੇ ਗੁਰੂ ਆਪਣਾ ਸੀਸ ਖੁਦ ਦੇ ਰਹੇ ਸੀ। ਹੁਣ ਇਸ ਵਿਚਾਰਧਾਰਾ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ 1950 ਤੋਂ ਸਾਡਾ ਗਣਤੰਤਰ ਬਣਿਆ, ਅਸੀਂ ਲੋਕਤੰਤਰ ਦੇ ਵਾਸੀ ਬਣੇ, ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹਿੰਦੁਸਤਾਨ ਹੈ, ਇਸ ਲੋਕਤੰਤਰ ਤੇ ਬੀਜ ਗੁਰੂ ਤੇਗ ਬਹਾਦਰ ਜੀ ਨੇ ਬੀਜੇ। ਉਹਨਾਂ ਦਾ ਜਨੇਊ ਵਰਗੀ ਰਸਮ 'ਚ ਵਿਸ਼ਵਾਸ ਨਹੀਂ, ਕਿਉਂਕਿ ਜਨੇਊ ਨੂੰ ਰੱਦ ਕਰਕੇ ਸਾਡਾ ਧਰਮ ਸ਼ੁਰੂ ਹੋਇਆ ਸੀ। ਪਰ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਇਸ ਗੱਲ ਦਾ ਪ੍ਰਮਾਣ ਹੈ ਕਿ ਹਰ ਬੰਦੇ ਨੂੰ ਜੀਣ ਦਾ ਹੱਕ ਹੈ, ਆਪਣੇ ਅਕੀਦੇ ਨਾਲ ਜੀਣ ਦਾ ਹੱਕ ਹੈ, ਆਪਣੇ ਵਿਸ਼ਵਾਸ ਨਾਲ ਜੀਣ ਦਾ ਹੱਕ ਹੈ, ਆਪਣੇ ਧਰਮ ਨਾਲ ਜੀਣ ਦਾ ਹੱਕ ਹੈ। ਇਸ ਵਿਚਾਰ ਦੇ ਪ੍ਰਸੰਗ ਵਿੱਚ ਸਾਡੇ ਬਹੁਤ ਸਾਰੇ ਨਾਟਕ ਰਚੇ ਗਏ ਨੇ। ਦਰਜਨ ਦੇ ਕਰੀਬ ਨਾਟਕ ਮੇਰੇ ਜ਼ਿਹਨ 'ਚ ਨੇ, ਇਹਨਾਂ ਵਿੱਚੋਂ ਬਹੁਤ ਸਾਰੀ ਜਾਣਕਾਰੀ ਸਾਹਿਬ ਸਿੰਘ ਤੇ ਕੇਵਲ ਧਾਲੀਵਾਲ ਸੁਰਿੰਦਰ ਕੌਰ ਵੀ ਹੋਵੇਗੀ। ਜਦੋਂ 1975 ਵਿੱਚ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੀ ਸ਼ਤਾਬਦੀ ਸੀ, ਉਸ ਵੇਲੇ ਡਾਕਟਰ ਹਰਚਰਨ ਸਿੰਘ ਦਾ ਨਾਟਕ ਹਿੰਦ ਦੀ ਚਾਦਰ ਨਾ ਕੇਵਲ ਲਿਖਿਆ ਗਿਆ, ਬਲਕਿ ਹਰਪਾਲ ਟਿਵਾਣਾ ਵੱਲੋਂ ਪੂਰਾ ਸਾਲ ਖੇਡਿਆ ਗਿਆ। ਉਸ ਨਾਟਕ ਦੇ 2 ਅੰਕ ਨੇ, ਚਰਨ ਸਿੰਘ ਨੇ ਬੜੀ ਖੂਬਸੂਰਤੀ ਨਾਲ ਨਾਟਕ ਨੂੰ ਬੁੰਦਿਆ ਹੋਇਆ ਹੈ। ਇੱਕ ਪੂਰਬ ਸ਼ਹਾਦਤ ਦਾ ਅੰਕ ਹੈ, ਦੂਸਰਾ ਅੰਕ ਉੱਤਰ ਸ਼ਹਾਦਤ ਤੇ ਹੈ। ਇਸੇ ਤਰ੍ਹਾਂ ਰਵਿੰਦਰ ਸਿੰਘ ਸੋਢੀ ਨੇ ਇਸੇ ਨਾਂ ਦੇ ਨਾਟਕ ਲਿਖਿਆ ਹਿੰਦ ਦੀ ਚਾਦਰ। ਸ਼ਰਨ ਭਾਜੀ ਨੇ ਇੰਦਰਜੀਤ ਸਿੰਘ ਟੋਲੀ ਦੇ ਬਾਹਾਂ ਜਿਨ੍ਹਾਂ ਦੀ ਪਕੜੀਏ ਦਾ ਪਹਿਲਾ ਸੰਖੇਪ ਰੂਪ ਚਾਂਦਨੀ ਚੌਕ ਤਿਆਰ ਕੀਤਾ, ਫਿਰ ਚਾਂਦਨੀ ਚੌਕ ਤੋਂ ਸਰਹੰਦ ਤੱਕ ਪੂਰਾ ਨਾਟਕ ਆਇਆ। ਇਸੇ ਕੜੀ ਵਿੱਚ ਸੋਹਣ ਸਿੰਘ ਸੀਤਲ ਦਾ ਸੰਤ ਲਾਧੋਰੇ, ਗੁਰਬਖਸ਼ ਸਿੰਘ ਬੇਦੀ ਦਾ ਗੁਰੂ ਲਾਧੋਰੇ, ਗੁਰਸ਼ਰਨ ਭਾਜੀ ਦਾ ਗੁਰੂ ਲਾਧੋਰੇ, ਬਲਬੀਰ ਸਿੰਘ ਰਹੇਜਾ ਦਾ ਗੁਰੂ ਲਾਧੋਰੇ, ਅਨੇਕ ਨਾਟਕ ਸਾਡੇ ਕੋਲ ਆਏ। ਸਾਡੇ ਪੰਜਾਬੀ ਨਾਟਕ ਨੇ
ਗੁਰੂ ਤੇਗ ਬਹਾਦਰ ਜੀ ਬਾਰੇ ਲਿਖੇ ਨਾਟਕਾਂ ਦੇ ਵਿੱਚ ਉਸ ਵਿਚਾਰਧਾਰਾ ਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਵਿਚਾਰਧਾਰਾ ਦਾ ਪ੍ਰਤੀਪਾਦਨ ਗੁਰੂ ਤੇਗ ਬਹਾਦਰ ਕਰਦੇ ਨੇ। ਔਰ ਜਿੱਥੇ ਹਰਚਰਨ ਸਿੰਘ ਉਸ ਘਟਨਾ ਨੂੰ ਇੱਕ ਖਾਸ ਦਾਇਰੇ ਵਿੱਚ ਪੇਸ਼ ਕਰਦੇ ਨੇ ਕਿ ਸ਼ਹਾਦਤ ਕਿਵੇਂ ਹੋਈ, ਕਿਉਂ ਹੋਈ, ਸ਼ਹਾਦਤ ਤੋਂ ਬਾਅਦ ਕੀ ਕੁਝ ਹੋਇਆ, ਇਤਿਹਾਸਕ ਪ੍ਰਸੰਗ ਲੈ ਕੇ ਆਉਂਦੇ ਆ। ਉੱਥੇ ਗੁਰਸ਼ਰਨ ਭਾਈ ਦਾ ਨਾਟਕ ਬਹੁਤ ਮਹੱਤਵਪੂਰਨ ਹੈ ਚਾਂਦਨੀ ਚੌਕ ਤੋਂ ਸਰਹੰਦ ਤੱਕ, ਜਿਹਦੇ ਵਿੱਚ ਤਜਰਬਾ ਵਕਤ ਇੱਕ ਦਰਵੇਸ਼ ਦੇ ਰੂਪ ਵਿੱਚ ਆਉਂਦਾ ਹੈ ਤੇ ਚਾਂਦਨੀ ਚੌਕ ਤੋਂ ਸ਼ੁਰੂ ਹੋਇਆ ਸਿਲਸਿਲਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੱਕ ਜਾਂਦਾ ਹੈ। ਦੌਰ ਅਜੇ ਵੀ ਉਹੀ ਹੈ, ਸੰਕਟ ਅਜੇ ਵੀ ਉਹੀ ਨੇ, ਜ਼ੁਲਮ ਅਜੇ ਵੀ ਉਹੀ ਨੇ। ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਣ ਦੀ ਜ਼ਰੂਰਤ ਹੈ। ਮੈਨੂੰ ਲੱਗਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਇਸ ਚੌਥੀ ਜਨਮ ਸ਼ਤਾਬਦੀ ਦੇ ਮੌਕੇ ਪੰਜਾਬੀ ਨਾਟਕ ਮੰਚ ਨੂੰ ਹੋਰ ਹਰਮਨ ਮਿਲੇਗਾ ਕਿ ਜੋ 1975 ਵਿੱਚ ਸ਼ਹਾਦਤ ਦੀ ਸ਼ਤਾਬਦੀ ਵੇਲੇ ਪੰਜਾਬੀ ਨਾਟਕ ਮੰਚ ਨੇ ਭੂਮਿਕਾ ਨਿਭਾਈ ਸੀ, ਉਹ ਭੂਮਿਕਾ ਨਵੇਂ ਸਿਰੋਂ ਹੁਣ ਨਿਭਾਈ ਜਾ ਰਹੀ ਹੈ ਤੇ ਨਿਭਾਈ ਜਾਏਗੀ। ਕੇਵਲ ਧਾਲੀਵਾਲ ਹੋਰਾਂ ਨੇ ਗੁਰੂ ਨਾਨਕ ਦੇਵ ਦੇ 550ਵੇਂ ਵਰ੍ਹੇ ਉੱਤੇ ਪੁਸਤਕ ਤਿਆਰ ਕੀਤੀ ਸੀ ਜਿੱਥੇ ਬਾਬਾ ਪੈਰ ਧਰੇ। ਅੱਜ ਕੱਲ੍ਹ ਉਹ ਗੁਰੂ ਤੇਗ ਬਹਾਦਰ ਜੀ ਬਾਰੇ ਨਾਟਕਾਂ ਦੇ ਪੁਸਤਕ ਤਿਆਰ ਕਰ ਰਹੇ ਨੇ, ਬਹੁਤ ਸਾਰੇ ਲੇਖ ਲਿਖੇ ਜਾ ਰਹੇ ਨੇ। ਪਰ ਇੱਕੋ ਹੀ ਗੱਲ ਜਿਹੜੀ ਮੈਂ ਸ਼ੁਰੂ ਵਿੱਚ ਕਹੀ ਹੈ ਮੈਂ ਦੁਹਰਾਉਂਗਾ ਕਿ ਇਹ ਵਨ ਟਾਈਮ ਐਕਟੀਵਿਟੀ ਨਾ ਹੋਵੇ। ਅਸੀਂ ਇੱਕ ਸ਼ਤਾਬਦੀ ਤੇ ਕੰਮ ਕੀਤਾ, ਫਿਰ ਦੂਜੀ ਸ਼ਤਾਬਦੀ ਆਈ, ਫਿਰ ਤੀਜੀ ਸ਼ਤਾਬਦੀ ਆਈ। ਇਹ ਸਾਡਾ ਇੱਕ ਨਿਰੰਤਰ ਵਿਹਾਰ ਹੋਣਾ ਚਾਹੀਦਾ ਹੈ। ਅਸੀਂ ਆਪਣੇ ਗੁਰੂ ਸਾਹਿਬਾਨ ਜਿਨ੍ਹਾਂ ਦੀ ਬਹੁਤ ਵੱਡੀ ਪ੍ਰਕਾਰ ਦੀ ਭੂਮਿਕਾ ਸਿੱਖ ਇਤਿਹਾਸ ਵਿੱਚ ਹੈ, ਸਿੱਖ ਇਤਿਹਾਸ ਦੀ ਭੂਮਿਕਾ ਪੰਜਾਬ ਦੇ ਇਤਿਹਾਸ ਵਿੱਚ ਹੈ, ਪੰਜਾਬ ਦੇ ਇਤਿਹਾਸ ਦੀ ਭੂਮਿਕਾ ਹਿੰਦੁਸਤਾਨ ਦੇ ਇਤਿਹਾਸ ਵਿੱਚ ਹੈ। ਸੋ ਜਿਸ ਹਿੰਦ ਨੂੰ ਐਕਨੋਲੇਜ ਕੀਤਾ ਸੀ ਗੁਰੂ ਨਾਨਕ ਦੇਵ ਜੀ ਨੇ, ਉਹ ਹਿੰਦ ਅੱਜ ਵੀ ਖਤਰਿਆਂ ਦੇ ਵਿੱਚ ਹੈ ਤੇ ਉਸ ਹਿੰਦ ਨੂੰ ਪੰਜਾਬ, ਪੰਜਾਬੀ ਸੱਭਿਆਚਾਰ, ਸਿੱਖ ਵਿਰਸਾ ਇਸ ਤਰ੍ਹਾਂ ਆਪਣੇ ਗੁਰੂ ਸਾਹਿਬਾਨ ਦੇ ਹਵਾਲਿਆਂ ਨਾਲ ਇੱਕ ਨਵੀਂ ਰੋਸ਼ਨੀ ਦੇ ਸਕਦਾ ਹੈ। ਅਸੀਂ ਆਪਣੀ ਭੂਮਿਕਾ ਨਿਭਾ ਸਕਦੇ ਹਾਂ। ਮੈਨੂੰ ਲੱਗਦਾ ਸਾਡਾ ਅੱਜ ਦਾ ਵੈਬੀਨਾਰ ਸਾਨੂੰ ਇਸ ਲਈ ਤਿਆਰ ਕਰੇਗਾ। ਮੈਂ ਇੱਕ ਵਾਰ ਫਿਰ ਤੁਹਾਡਾ ਸਭ ਦਾ ਸਵਾਗਤ ਕਰਦਾ ਹੋਇਆ ਕੁਲਦੀਪ ਨੂੰ ਗੁਜ਼ਾਰਿਸ਼ ਕਰਾਂਗਾ ਕਿ ਹੁਣ ਮੈਥੋਂ ਬਾਅਦ ਆਪਣਾ ਵਿਦਵਾਨਾਂ ਨੂੰ ਸੁਣੀਏ ਜਿਨ੍ਹਾਂ ਨੂੰ ਅਸੀਂ ਉਚੇਚੇ ਤੌਰ ਤੇ ਸੱਦਿਆ। ਅਕਾਦਮੀ ਵੱਲੋਂ ਇੱਕ ਵਾਰ ਫਿਰ ਤੁਹਾਡਾ ਧੰਨਵਾਦ ਤੇ ਬਹੁਤ ਬਹੁਤ ਸਵਾਗਤ। ਦੋਸਤੋ बहुत बहुत धन्यवाद डॉक्टर सतीश कुमार वर्मा जी जिन्हों ने अज के वैबीनार की भूमिका ते इस शताब्दियों के दौर के विच रचे जा रहे साहित्य की भूमिका खास तौर पर नाटक के हवाले नाल गलबात की। बहुत बहुत धन्यवाद। ते हुण आपां सुणदे हां डॉक्टर साहब सिंह होरां नूं जिन्हां ने पिछले समय दे विच जिथे नाटक रंगमंच खुद किया उत्थे पंजाबी ट्रिब्यून दे विच छपे अपने कॉलम राहीं बहुत सारियां जिहड़ियां इतिहासक समाजिक नाटकां दीयां पेशकारियां सीआं उन्हां ते आर्टिकल लिखे, डॉक्यूमेंटेशन का काम कर रहे हैं। बहुत अच्छा। सो डॉक्टर साहब सिंह जी तुहाडा बहुत बहुत स्वागत है ते तुसीं साडे नाल हुण गुरु तेग बहादुर नाल संबंधित रचे होए नाटकां दे प्रसंग दे विच पंजाबी नाटक मंच दी भूमिका ते गल करोगे डॉक्टर साहब सिंह। डॉक्टर कुलदीप सिंह जी तुहाडी बहुत मेहरबानी। मैं मशहूर हाँ डॉक्टर सतीश कुमार वर्मा जी का, डॉक्टर सरबजीत कौर सोहल का ते पंजाब साहित्य अकैडमी की पूरी टीम का मैं धन्नवादी हाँ कि तुसीं इस तरह गुरु साहब की जन्म शताब्दी के संबंध में इस तरह एक अवसर सानू सारिਆਂ ਨੂੰ ਦਿੱਤਾ है कि ਅਸੀਂ ਉਹਨਾਂ बारे नाट मंच ने किस तरह का कोई योगदान पाया ਜਾਂ किस तरह के नाटक लिखे गए, किस तरह के मंच उत्ते पेश होए, ਅਸੀਂ कुछ गल्लां ਉਹਦੇ बारे कर सकीए। मैं समझदा कि कोरोना संकट ने जिथे साडे कोल बहुत कुछ खोया उत्थे सानू कुछ दिता भी है कि शायद जिहड़ा सैमीनार ਅਸੀਂ ਰੀਅਲ रूप ਦੇ ਵਿੱਚ ਕਰਦੇ ਹਾਂ ਉਹਦੇ ਨਾਲੋਂ ਜ਼ਿਆਦਾ ਗੰਭੀਰਤਾ ਨਾਲ ਅਸੀਂ ਵਰਚੁਅਲ ਦੇ ਵਿੱਚ ਬੈਠ ਕੇ ਗੱਲਬਾਤ ਕਰ ਰਹੇ ਹਾਂ। ਸੋ ਮੈਂ ਤੁਹਾਡਾ ਇੱਕ ਵਾਰੀ ਫਿਰ ਇਸ ਗੱਲ ਲਈ ਧੰਨਵਾਦ ਕਰਦਾ। ਤੇ ਜਿੱਥੋਂ ਤੱਕ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਸਿੱਖ ਇਤਿਹਾਸਕ ਨਾਟਕਾਂ ਦਾ ਸੰਬੰਧ ਹੈ ਉੱਥੇ ਹਾਲਾਂਕਿ ਸਾਡੇ ਕੋਲ ਬਹੁਤ ਸਾਰੇ ਨਾਟਕ ਮੌਜੂਦ ਨੇ ਪਰ ਉਹਨਾਂ ਵਿੱਚੋਂ ਡਾਕਟਰ ਹਰਚਰਨ ਸਿੰਘ ਦਾ ਨਾਟਕ ਹਿੰਦ ਦੀ ਚਾਦਰ, ਦਵਿੰਦਰ ਦਮਨ ਦਾ ਨਾਟਕ ਸੂਰਜ ਦਾ ਕਤਲ ਤੇ ਗੁਰਸ਼ਰਨ ਭਾਈ ਦਾ ਨਾਟਕ ਦੋ ਗੁਰੂ ਲਾਧੋ ਰੇ ਤੇ ਚਾਂਦਨੀ ਚੌਕ ਤੋਂ ਸਰਹੰਦ ਤੱਕ, ਇਸੇ ਤਰ੍ਹਾਂ ਪਾਂਤੀ ਨਨਕਾਣਵੀ ਦਾ ਨਾਟਕ ਹੈ ਨਿਊਟਿਆਂ ਦੀ ਓਡ ਤੇ ਇਸੇ ਤਰ੍ਹਾਂ ਇੱਕ ਡਿਫਰੈਂਟ ਕਿਸਮ ਦਾ ਨਾਟਕ ਹੈ ਮੱਖਣ ਸ਼ਾਹ ਜਿਹੜਾ ਕਿ ਗੁਰਚਰਨ ਸਿੰਘ ਜਸੂਜਾ ਨੇ ਲਿਖਿਆ ਹੈ। ਗੁਰੂ ਸਾਹਿਬ ਦੀ ਜਿਹੜੀ ਗੁਰਗੱਦੀ ਦੀ ਸਥਾਪਨਾ ਤੇ ਗੁਰੂ ਸਾਹਿਬ ਨੂੰ ਤਲਾਸ਼ ਕਰਨ ਦਾ ਜਿਹੜਾ ਪ੍ਰੋਸੈਸ ਸੀ ਉਹਨੂੰ ਪਿੱਠ ਭੂਮੀ ਵਿੱਚ ਰੱਖ ਕੇ ਇੱਕ ਨਾਟਕ ਲਿਖਿਆ। ਸੋ ਇਸ ਤਰ੍ਹਾਂ ਦੇ ਕੁਝ ਪ੍ਰਮੁੱਖ ਨਾਟਕ ਨੇ ਜਿਹੜੇ ਸਾਡਾ ਇੱਕਦਮ ਧਿਆਨ ਖਿੱਚਦੇ ਨੇ। ਵੱਡੀ ਗੱਲ ਮੈਂ ਸਮਝਦਾ ਕਿ ਜਦੋਂ ਕੋਈ ਨਾਟਕਕਾਰ ਗੁਰੂ ਤੇਗ ਬਹਾਦਰ ਜੀ ਦੀ ਜ਼ਿੰਦਗੀ ਬਾਰੇ ਨਾਟਕ ਕਰਨ ਬਾਰੇ ਸੋਚਦਾ ਹੈ ਤਾਂ ਉਹਦੇ ਕੋਲ ਕਿਹੜੇ ਐਸੀ ਨਾਟਕੀ ਘਟਨਾਵਾਂ ਉਹਦੇ ਦਿਮਾਗ ਦੇ ਵਿੱਚ ਆਉਂਦੀਆਂ ਜਿਹੜੀਆਂ ਉਹਨੂੰ ਲੱਗਦੀਆਂ ਕਿ ਮੈਂ ਇਹਨਾਂ ਉੱਤੇ ਨਾਟਕ ਉਸਾਰ ਸਕਦਾ। ਸਭ ਤੋਂ ਪਹਿਲੀ ਤੇ ਉਹੀ ਹੈ ਕਿ ਜਿੱਥੇ ਗੁਰੂ ਸਾਹਿਬ ਸ਼ਹਾਦਤ ਲਈ ਤਿਆਰ ਹੁੰਦੇ ਆ, ਉਹ ਇੱਕ ਵੱਡੀ ਘਟਨਾ ਹੈ। ਉਸ ਘਟਨਾ ਨੂੰ ਬਾਰ-ਬਾਰ ਸਾਡੇ ਕਥਾ ਪ੍ਰਚਾਰਕਾਂ ਨੇ ਵੀ, ਰਾਗੀਆਂ ਨੇ, ਢਾਡੀਆਂ ਨੇ, ਸਾਰਿਆਂ ਨੇ ਲਿਆ ਕਿ ਕਿਵੇਂ ਕਸ਼ਮੀਰੀ ਪੰਡਤ ਉਹਨਾਂ ਕੋਲ ਆਏ
ਕਿਵੇਂ ਕਸ਼ਮੀਰੀ ਪੰਡਤਾਂ ਨੇ ਫਰਿਆਦ ਕੀਤੀ, ਕਿਵੇਂ ਗੁਰੂ ਸਾਹਿਬ ਨੇ ਕਿਹਾ ਕਿ ਇਹਦੇ ਲਈ ਕਿਸੇ ਮਹਾਪੁਰਸ਼ ਦੀ ਕੁਰਬਾਨੀ ਦੀ ਲੋੜ ਹੈ, ਔਰ ਗੋਬਿੰਦ ਰਾਏ ਨੇ ਕਿਵੇਂ ਉਹਨਾਂ ਨੂੰ ਪ੍ਰੇਰਿਆ ਕਿ ਤੁਸੀਂ ਹੀ ਹੋ। ਇਹ ਇੱਕ ਨਾਟਕੀ ਘਟਨਾ ਹੈ ਜਿਹਦੇ ਉੱਤੇ ਬਹੁਤ ਕੁਝ ਲਿਖਿਆ ਤੇ ਪੇਸ਼ ਕੀਤਾ ਗਿਆ, ਪਰ ਪੰਜਾਬੀ ਥੀਏਟਰ ਦੇ ਵਿੱਚ ਇਸ ਘਟਨਾ ਨੂੰ ਬਹੁਤ ਸੰਖੇਪ ਰੂਪ ਦੇ ਵਿੱਚ ਲਿਆ ਗਿਆ, ਬਹੁਤ ਕੋਈ ਵਿਸਤਾਰ ਦੇ ਰੂਪ ਵਿੱਚ ਇਸ ਘਟਨਾ ਨੂੰ ਲੈ ਕੇ ਕੋਈ ਬਹੁਤ ਵੱਡਾ ਨਾਟਕ ਸਿਰਜਿਆ ਗਿਆ ਹੋਵੇ, ਇਹ ਮੈਨੂੰ ਕਿਤੇ ਦਿਖਾਈ ਨਹੀਂ ਦੇ ਰਿਹਾ। ਕਿਸੇ ਵੱਡੇ ਨਾਟਕ ਦਾ ਹਿੱਸਾ ਤਾਂ ਹੈ ਛੋਟਾ, ਪਰ ਇਸੇ ਨੂੰ ਲੈ ਕੇ ਆਧਾਰ ਬਣਾ ਕੇ, ਕਿਉਂਕਿ ਇੱਕ ਬਹੁਤ ਵੱਡੀ ਘਟਨਾ ਹੈ, ਇੱਕ ਮਹਾਪੁਰਸ਼ ਦਾ ਹੋਣਾ, ਇੱਕ ਮਹਾਪੁਰਸ਼ ਨੂੰ ਪਹਿਚਾਣ ਕਰਨੀ, ਫਿਰ ਉਸ ਮਹਾਪੁਰਸ਼ ਦਾ ਕੁਰਬਾਨੀ ਲਈ ਜਾਣਾ, ਉਹਦੇ ਲਈ ਕੀ ਜ਼ਮੀਨ ਸੀ, ਕਿਵੇਂ ਤਿਆਰ ਹੋਈ ਸੀ। ਇਹਦੇ ਵਿੱਚ ਸੂਰਜ ਦਾ ਕਤਲ ਦੇ ਵਿੱਚ ਦਵਿੰਦਰ ਦਮਨ ਬਹੁਤ ਸਾਰੇ ਇਸ਼ਾਰੇ ਕਰਦਾ ਹੈ, ਲੇਕਿਨ ਫਿਰ ਵੀ ਉਹ ਨਾਟਕ ਕਿਉਂਕਿ ਸ਼ਹਾਦਤ ਤੱਕ ਜਾਂਦਾ ਹੈ। ਸੋ ਮੇਰੀ ਇੱਕ ਉਮੀਦ ਹੈ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਜਦੋਂ ਅਸੀਂ ਸ਼ਤਾਬਦੀ ਬਾਰੇ ਗੱਲਾਂ ਕਰ ਰਹੇ ਹਾਂ, ਤਾਂ ਇੱਕ ਉਸ ਘਟਨਾ ਉੱਤੇ ਫੋਕਸ ਹੋ ਕੇ ਕੋਈ ਨਾਟਕ ਲਿਖਿਆ ਜਾਣਾ ਚਾਹੀਦਾ ਹੈ ਕਿ ਕਿਵੇਂ ਉਹ ਸਾਰਾ ਕੁਝ ਉਸ ਪ੍ਰੋਸੈਸ ਹੋਇਆ। ਜਿਹੜੀ ਇੱਕ ਮਹੱਤਵਪੂਰਨ ਘਟਨਾ ਹੈ ਜਿਹਦੇ ਬਾਰੇ ਬਹੁਤ ਨਾਟਕ ਲਿਖੇ ਗਏ ਕਿ ਗੁਰੂ ਸਾਹਿਬ ਨੂੰ ਤਲਾਸ਼ ਕਿਵੇਂ ਕੀਤਾ ਗਿਆ, ਕਿ ਗੁਰੂ ਸਾਹਿਬ ਜਿਹੜੇ ਹੈਗੇ ਗੁਰੂ ਕਿਵੇਂ ਬਣੇ, ਤੇਗ ਬਹਾਦਰ ਤੋਂ ਗੁਰੂ ਤੇਗ ਬਹਾਦਰ ਕਿਵੇਂ ਬਣੇ, ਕਿਵੇਂ ਬਾਬਾ ਬਕਾਲਾ ਦੇ ਵਿੱਚ ਉਹਨਾਂ ਨੂੰ ਤਲਾਸ਼ ਕੀਤਾ ਗਿਆ। ਇਹਦੇ ਬਾਰੇ ਅਨੇਕਾਂ ਹੀ ਨਾਟਕ ਨੇ, ਗੁਰਸ਼ਨ ਭਾਈ ਦਾ ਨਾਟਕ ਵੀ ਹੈ ਤੇ ਹੋਰ ਵੀ ਜਿਵੇਂ ਵਰਮਾ ਜੀ ਨੇ ਨਾਟਕ ਸਾਨੂੰ ਗਿਣਾਏ ਨੇ। ਉਸ ਤੋਂ ਬਾਅਦ ਵੱਡੀ ਗੱਲ ਹੈ ਗੁਰੂ ਸਾਹਿਬ ਦੀ ਸ਼ਹਾਦਤ, ਉਹਦੇ ਬਾਰੇ ਹਿੰਦ ਦੀ ਚਾਦਰ ਜਿਹੜਾ ਡਾਕਟਰ ਹਰਚਰਨ ਸਿੰਘ ਦਾ ਨਾਟਕ ਹੈ, ਉਹ ਪੂਰਾ ਦਾ ਪੂਰਾ ਉਸ ਸ਼ਹਾਦਤ ਦੇ ਉੱਤੇ ਕੇਂਦਰਿਤ ਹੈ, ਉਸ ਸ਼ਹਾਦਤ ਦੇ ਸਮੇਂ ਨੂੰ ਲੈ ਕੇ। ਹਿੰਦ ਦੀ ਚਾਦਰ ਦੇ ਵਿੱਚ ਕਿਉਂਕਿ ਹਰਪਾਲ ਟਿਵਾਣਾ ਦੀ ਡਾਇਰੈਕਸ਼ਨ ਦੇ ਵਿੱਚ ਹੋਇਆ, ਸੋ ਮੈਂ ਸਮਝਦਾ ਕਿ ਦੋ ਮਹਾਰਥੀਆਂ ਦਾ ਸੁਮੇਲ ਸੀ ਕਿ ਡਾਕਟਰ ਹਰਚਰਨ ਸਿੰਘ ਇੱਕ ਪਾਸੇ ਨਾਟਕ ਲਿਖ ਰਹੇ ਸੀ, ਉਸ ਤੋਂ ਹਰਪਾਲ ਟਿਵਾਣਾ ਦੀ ਬਹੁਤ ਸਾਰੀ ਇਨਪੁਟ ਹੋਏਗੀ, ਉਹਦੇ ਵਿੱਚ ਨਿਰਦੇਸ਼ਨਾ ਤਾਂ ਹੋਏਗੀ, ਉਹ ਸਕ੍ਰਿਪਟ ਨੂੰ ਰੰਗਮੰਚ ਦੇ ਹਿਸਾਬ ਨਾਲ ਢਾਲਣ ਵਿੱਚ, ਉਹਦਾ ਗ੍ਰਾਫ ਬਣਾਉਣ ਦੇ ਵਿੱਚ, ਉਹਨੂੰ ਫਾਈਨਲ ਰੂਪ ਦੇਣ ਦੇ ਵਿੱਚ ਕਾਫੀ ਉਹਨਾਂ ਦੀ ਇਨਪੁਟ ਹੋਏਗੀ। ਸੋ ਕਾਫੀ ਥੀਏਟਰੀਕਲੀ ਨਾਟਕ ਦੀ ਪਕੜ ਉਹਦੀ ਕਾਫੀ ਜ਼ਬਰਦਸਤ ਹੈ ਹਿੰਦ ਦੀ ਚਾਦਰ ਦੀ, ਕਿ ਉਹ ਜਿਹੜਾ ਇੱਕ ਤਣਾਅ ਹੈ, ਹਰ ਦਰਸ਼ਕ ਨੂੰ ਪਤਾ, ਹਰ ਪਾਠਕ ਨੂੰ ਪਤਾ ਕਿ ਗੁਰੂ ਸਾਹਿਬ ਨੇ ਸ਼ਹੀਦ ਹੋਣਾ, ਹਰ ਇੱਕ ਨੂੰ ਪਤਾ ਕਿ ਮਤੀਦਾਸ, ਸਤੀਦਾਸ ਤੇ ਭਾਈ ਦਇਆਲਾ ਨੇ ਸ਼ਹੀਦ ਹੋਣਾ, ਇਹ ਸਾਰਿਆਂ ਨੂੰ ਪਤਾ। ਇਹ ਵੀ ਸਾਰਿਆਂ ਨੂੰ ਪਤਾ ਕਿ ਧੜ ਕਿਹਨੇ ਲੈ ਕੇ ਜਾਣਾ, ਇਹ ਵੀ ਸਾਰਿਆਂ ਨੂੰ ਪਤਾ ਕਿ ਸੀਸ ਕਿਹਨੇ ਲੈ ਕੇ ਜਾਣਾ। ਪਰ ਇਹ ਸਭ ਕੁਝ ਜਾਣਦਿਆਂ ਹੋਇਆਂ ਵੀ ਜੇ ਪਾਠਕ ਜਾਂ ਦਰਸ਼ਕ ਉਸ ਤਣਾਅ 'ਚ ਰਹਿੰਦਾ ਕਿ ਜੋ ਮੈਨੂੰ ਪਤਾ ਹੈ ਉਹ ਵਾਪਰਨਾ ਕਿਵੇਂ ਹੈ, ਉੱਥੇ ਤੱਕ ਨਾਟਕ ਕਰਨ ਲੈ ਕੇ ਕਿਵੇਂ ਜਾਣਾ, ਮੈਂ ਸਮਝਦਾ ਇਹ ਪ੍ਰਾਪਤੀ ਹੈ। ਸੋ ਹਿੰਦ ਦੀ ਚਾਦਰ ਦੇ ਵਿੱਚ ਉਸ ਤਣਾਅ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਸਿਰਜਿਆ ਗਿਆ ਡਾਕਟਰ ਚਰਨ ਸਿੰਘ ਤੇ ਹਰਪਾਲ ਟਿਵਾਣਾ। ਮੈਂ ਦੋਨੋਂ ਨੂੰ ਇਸ ਗੱਲ ਦਾ ਕ੍ਰੈਡਿਟ ਦਿੰਦਾ, ਕਿਉਂਕਿ ਹਰਪਾਲ ਟਿਵਾਣਾ ਸਾਡੇ ਰੰਗਮੰਚ ਦੇ ਬਹੁਤ ਵੱਡੇ ਮਹਾਰਥੀ ਰਹੇ ਨੇ, ਵੱਡੀਆਂ ਪੇਸ਼ਕਾਰੀਆਂ ਕਰਦੇ ਰਹੇ ਨੇ। ਉਹ ਹਿੰਦ ਦੀ ਚਾਦਰ ਦੀ ਪੇਸ਼ਕਾਰੀ ਜਦੋਂ ਮੈਂ ਦੇਖੀ ਤੇ ਖੁਦ ਹਰਪਾਲ ਟਿਵਾਣਾ ਸਾਹਿਬ ਉਹਦੇ ਵਿੱਚ ਰੋਲ ਕਰ ਰਹੇ ਸੀਗੇ, ਤੇ ਉਹ ਇੱਕ ਬੜੀ ਵਿਲੱਖਣ ਤੇ ਰਿਚ ਪੇਸ਼ਕਾਰੀ ਸੀ, ਇੱਕ ਥੀਏਟਰੀਕਲ ਪੇਸ਼ਕਾਰੀ। ਉਸ ਤੋਂ ਬਾਅਦ ਜਿਹੜਾ ਸੂਰਜ ਦਾ ਕਤਲ ਨਾਟਕ ਹੈ, ਉਹਦੇ ਵਿੱਚ ਦੋ ਤਿੰਨ ਚੀਜ਼ਾਂ ਮੈਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਕਿ ਇੱਕ ਤਾਂ ਦਵਿੰਦਰ ਦਮਨ ਕਿਉਂਕਿ ਵਿਚਾਰਧਾਰਕ ਪੱਧਰ ਤੇ ਬਹੁਤ ਹੀ ਮਤਲਬ ਮਜ਼ਬੂਤ ਨੇ, ਉਹਨਾਂ ਦੀ ਵਿਚਾਰਧਾਰਾ ਜਿਹੜੀ ਕਿਤੇ ਵੀ ਥਿੜਕਦੀ ਨਹੀਂ ਹੈ, ਕਿਤੇ ਵਿਚਾਰਧਾਰਾ 'ਚ ਕੋਈ ਇਸ ਤਰ੍ਹਾਂ ਦੀ ਔਗਣ ਨਹੀਂ ਹੈ ਕਿ ਕਿਤੇ ਥਿੜਕ ਕੇ ਇੱਧਰ ਚਲ ਜਾਏ ਜਾਂ ਕਿਤੇ ਥਿੜਕ ਕੇ ਇੱਧਰ ਚਲ ਜਾਏ। ਵਿਚਾਰਧਾਰਾ ਉਹਨਾਂ ਨੂੰ ਪਤਾ ਕਿ ਮੈਂ ਕਿੱਥੇ ਲੈ ਕੇ ਜਾਣੀ ਹੈ। ਉਹਨਾਂ ਨੂੰ ਇਹ ਪਤਾ ਹੈ ਕਿ ਗੁਰੂ ਤੇਗ ਬਹਾਦਰ ਨੂੰ ਜਿਵੇਂ ਸੂਰਜ ਦਾ ਸਿੰਬਲ ਦੇ ਤੌਰ ਤੇ ਯੂਜ਼ ਕਰ ਰਿਹਾ, ਤੇ ਇਹ ਸੂਰਜ ਦਾ ਸਿੰਬਲ ਮੈਂ ਸਿਰਫ ਗੁਰੂ ਤੇਗ ਬਹਾਦਰ ਤੱਕ ਸੀਮਿਤ ਨਹੀਂ ਰਹਿਣ ਦੇਣਾ। ਇਹ ਸੂਰਜ ਜਿਹੜਾ ਹੈਗਾ ਉਹ ਐਂਡ 'ਚ ਕਹਿੰਦੇ ਵੀ ਹੈ ਕਿ ਸੂਰਜ ਨੂੰ ਤੁਸੀਂ ਬਾਰ-ਬਾਰ ਕਤਲ ਕਰਦੇ ਹੋ, ਪਰ ਇਹ ਸੂਰਜ ਤੋਂ ਕਤਲ ਕਦੀ ਹੋਇਆ ਨਹੀਂ, ਨਾ ਇਹ ਸੂਰਜ ਜਿਹੜਾ ਆਪਣਾ ਚਾਨਣ ਵੰਡਣ ਦੇ ਵਿੱਚ ਕਦੀ ਫੇਲ ਹੋਇਆ, ਹਮੇਸ਼ਾ ਕਾਮਯਾਬ ਹੋਇਆ। ਤੁਸੀਂ ਕੋਸ਼ਿਸ਼ਾਂ ਕਰਦੇ ਰਹੋ, ਸੱਟਾਂ ਮਾਰਦੇ ਰਹੋ। ਉਸ ਨਾਟਕ ਦਾ ਸਟਾਰਟ ਹੀ ਦਵਿੰਦਰ ਦਮਨ ਜਿੱਥੋਂ ਕਰਦੇ ਨੇ, ਉਹ ਸਟਾਰਟ ਹੀ ਇੱਥੋਂ ਕਰਦੇ ਨੇ ਕਿ ਤੁਸੀਂ ਹਨੇਰੇ ਵਿੱਚ ਬੈਠੇ ਹੋ, ਉਹ ਚਾਹੇ ਹਨੇਰੇ ਦੇ ਵਿੱਚ ਦਰਸ਼ਕ ਬੈਠਾ, ਮਤਲਬ ਰੰਗਮੰਚੀ ਲਿਹਾਜ਼ ਤੋਂ ਵੀ ਦਵਿੰਦਰ ਦਮਨ ਕਿਤੇ ਚਤੰਨ ਹੈ ਕਿ ਮੇਰਾ ਦਰਸ਼ਕ ਜਿਹੜਾ ਸਾਹਮਣੇ ਕਿਉਂਕਿ ਹਨੇਰੇ 'ਚ ਬੈਠਾ ਹੁੰਦਾ, ਰੋਸ਼ਨੀ ਪਹਿਲਾਂ ਮੰਚ ਉੱਤੇ ਸ਼ੁਰੂ ਹੁੰਦੀ ਹੈ, ਉਹਨੂੰ ਪ੍ਰਤੀਕਾਤਮਕ ਲੈ ਕੇ ਉਹ ਨਾਟਕ ਦੇ ਜਿਹੜਾ ਹੈਗਾ ਜਿਹੜੀ ਨਾਟਕ ਦੀ ਵਿਚਾਰਧਾਰਾ, ਨਾਟਕ ਦਾ ਵਿਸ਼ਾ, ਨਾਟਕ ਦੇ ਥੀਮ ਨਾਲ ਵੀ ਜੋੜਦੇ ਨੇ ਕਿ ਹਨੇਰੇ 'ਚ ਬੈਠੇ ਲੋਕੋ, ਤੁਹਾਨੂੰ ਚਾਨਣ ਨਜ਼ਰ ਨਹੀਂ ਆ ਰਿਹਾ, ਆਓ ਚਾਨਣ ਵੱਲ ਨੂੰ ਤੁਰੀਏ। ਤੇ ਕਿਵੇਂ ਉਹ ਨੌਜਵਾਨ ਆਉਂਦਾ, ਸੂਤਰਧਾਰ ਨਾਲ ਗੱਲ ਕਰਦਾ, ਉਸ ਕੋਰਸ ਦੇ ਨਾਲ ਗੱਲ ਕਰਦਾ, ਉਹ ਮਾਹੌਲ ਜਿਸ ਬਾਰੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਕਿਵੇਂ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਵੱਲ ਵਧੇ, ਕਿਵੇਂ ਉਹ ਮਾਹੌਲ ਪੈਦਾ ਹੋਇਆ, ਉਹਦੇ ਬਾਰੇ ਦਵਿੰਦਰ ਦਮਨ ਆਪਣੇ ਉਸ ਨਾਟਕ ਦੇ ਪਹਿਲੇ ਜਿਹੜੇ 4-5 ਜਿਹੜੇ ਸੀਨ ਨੇ ਉਹਨਾਂ ਦੇ ਵਿੱਚ ਉਹ ਮਾਹੌਲ ਸਿਰਜਦੇ ਨੇ। ਮਾਹੌਲ ਕਿਵੇਂ ਦਾ ਹੈ ਕਿ ਕਿਵੇਂ ਜ਼ੁਲਮ ਦੀ ਹੱਦ ਹੋਈ ਹੈ, ਕਿਵੇਂ ਇਨਸਾਨ ਦੇ ਜਿਹੜੇ ਬੁਨਿਆਦੀ ਹੱਕ ਨੇ ਕਿਵੇਂ ਉਹ ਦਬਾਏ ਜਾ ਰਹੇ ਨੇ, ਇਨਸਾਨ ਖੁੱਲ ਕੇ ਜ਼ਿੰਦਗੀ ਨਹੀਂ ਜੀ ਪਾ ਰਿਹਾ, ਇਨਸਾਨ ਖੁੱਲ ਕੇ ਜ਼ਿੰਦਗੀ ਦੀਆਂ ਜਿਹੜੀ ਖਾਹਿਸ਼ਾਂ ਹੈ ਉਹਨਾਂ ਨੂੰ ਪੂਰੀਆਂ ਨਹੀਂ ਕਰ ਪਾ ਰਿਹਾ, ਇਨਸਾਨ ਆਪਣੀ ਜ਼ਿੰਦਗੀ ਦੇ ਸ਼ਗਨ ਨਹੀਂ ਪੂਰੇ ਕਰ ਪਾ ਰਿਹਾ, ਹਰ ਪਾਸੇ ਉਹਦੇ ਤੇ ਪਾਬੰਦੀ ਹੈ, ਚਾਹੇ ਉਹ ਹਿੰਦੂ ਹੈ ਚਾਹੇ ਉਹ ਮੁਸਲਿਮ ਹੈ, ਕੋਈ ਵੀ ਹੈ, ਉਹ ਦੋਨੋਂ ਪਾਤਰਾਂ ਨੂੰ ਬਰਾਬਰ ਲੈਂਦੇ ਨੇ ਦਵਿੰਦਰ ਦਮਨ।
मतलब ये एक ਚਤਨ ਨਾਟਕਕਾਰ ਦੀ ਨਿਸ਼ਾਨੀ ਹੁੰਦੀ ਹੈ ਕਿ ਆਮ ਤੌਰ ਤੇ ਆਪਾਂ ਇਹ ਕਹਿੰਦੇ ਕਿ ਹਿੰਦੂ ਧਰਮ ਖਤਰੇ 'ਚ ਸੀ ਤੇ ਹਿੰਦੂ ਧਰਮ ਦੀ ਤਿਲਕ ਜੰਜੂ ਦੀ ਰਾਖੀ ਲਈ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦੇ ਦਿੱਤੀ। ਪਰ ਦਵਿੰਦਰ ਦਮਨ ਨਾਟਕ ਵਿੱਚ ਇਸ ਗੱਲ ਦੇ ਉੱਤੇ ਪਿਨ ਪੁਆਇੰਟ ਕਰਦਾ ਕਿ ਇਨਸਾਨੀਅਤ ਖਤਰੇ ਵਿੱਚ ਸੀ, ਇਨਸਾਨੀਅਤ ਹਨੇਰੇ ਵਿੱਚ ਭਟਕ ਰਹੀ ਸੀ, ਇਨਸਾਨੀਅਤ ਨੂੰ ਕੋਈ ਇਹੋ ਜਿਹਾ ਪੈਗੰਬਰ, ਇਹੋ ਜਿਹਾ ਕੋਈ ਦਿਸ਼ਾ ਦੇਣ ਵਾਲਾ ਨਹੀਂ ਮਿਲ ਰਿਹਾ ਸੀ ਜਿਸ ਤੋਂ ਉਹ ਡਾਇਰੈਕਸ਼ਨ ਲੈ ਕੇ, ਦਿਸ਼ਾ ਲੈ ਕੇ ਤੇ ਕਿਸੇ ਚਾਨਣ ਵੱਲ ਉਹ ਵੱਧ ਸਕਣ। ਉਹ ਮਾਹੌਲ ਉਹ ਸਿਰਜਦੇ ਨੇ, ਚਾਰੋਂ ਪਾਸੋਂ ਮਾਹੌਲ ਸਿਰਜਦੇ ਨੇ ਤੇ ਉਸ ਮਾਹੌਲ ਨੂੰ ਦਿਖਾਉਂਦਿਆਂ ਕੁਝ ਐਸੇ ਮੁਸਲਿਮ ਪਾਤਰ, ਕੁਝ ਐਸੇ ਪਾਤਰ ਜੋ ਸੱਤਾ ਦੇ ਨੇੜੇ ਨੇ, ਜੋ ਸੱਤਾ ਦੀ ਨੌਕਰੀ ਕਰ ਰਹੇ ਨੇ, ਚਾਹੇ ਉਹ ਉੱਥੇ ਪਹਿਰੇਦਾਰ ਨੇ ਜਾਂ ਕੋਤਵਾਲ ਨੇ, ਉਹਨਾਂ ਦੇ ਕੈਰੈਕਟਰਸ ਘੜਦੇ ਨੇ ਕਿ ਕਿਵੇਂ ਉਹਨਾਂ ਕੈਰੈਕਟਰਸ ਦੇ ਅੰਦਰ ਵੀ ਇੱਕ ਘੁਟਨ ਹੈ, ਉਹ ਵੀ ਇੱਕ ਘੁਟਨ 'ਚ, ਇੱਕ ਪ੍ਰੈਸ਼ਰ 'ਚ ਜੀ ਰਹੇ ਨੇ। ਉਹਨਾਂ ਨੂੰ ਵੀ ਪਤਾ ਇਸ ਗੱਲ ਦਾ ਅਹਿਸਾਸ ਹੈ ਕਿ ਜੋ ਉਪਰੀ ਪੱਧਰ ਤੇ ਕੁਝ ਹੋ ਰਿਹਾ ਉਹ ਗਲਤ ਹੋ ਰਿਹਾ ਤੇ ਸੱਤਾ ਕਿਵੇਂ ਉੱਪਰਲੇ ਲੈਵਲ ਤੋਂ ਥੱਲੇ ਤੱਕ ਜਾਂਦੀ ਸੂਬਾ ਕਸ਼ਮੀਰ ਤੱਕ ਕਿਵੇਂ ਲਾਲਚ ਦਿੰਦੀ ਹੈ ਤੇ ਸੂਬਾ ਕਸ਼ਮੀਰ ਨੂੰ ਜਦੋਂ ਪਾਵਰ ਮਿਲਦੀ ਹੈ ਤਾਂ ਉਸ ਪਾਵਰ ਦਾ ਕਿਵੇਂ ਗਲਤ ਇਸਤੇਮਾਲ ਕਰਦਾ। ਇਸ ਤਰ੍ਹਾਂ ਦੇ ਹਿੰਟ ਦਵਿੰਦਰ ਦਮਨ ਹੀ ਦੇ ਸਕਦਾ ਜਿਹੜੇ ਤੁਹਾਨੂੰ ਅੱਜ ਨਾਲ ਵੀ ਜੋੜਦੇ ਆ। ਤੁਸੀਂ ਇੱਕਦਮ ਉਸ ਨਾਟਕ ਨੂੰ ਪੜ੍ਹਦਿਆਂ ਅੱਜ ਨਾਲ ਜੁੜ ਸਕਦੇ ਹੋ ਕਿ ਜਦੋਂ ਉੱਪਰ ਬੈਠਾ ਬਾਦਸ਼ਾਹ ਕਿਸੇ ਛੋਟੇ ਕਿਸੇ ਅਹਲਕਾਰ ਨੂੰ ਜਾਂ ਕਿਸੇ ਵੀ ਸੂਬੇ ਨੂੰ ਜਦੋਂ ਉਹ ਵਾਧੂ ਹੱਕ ਦਿੰਦਾ, ਜਦੋਂ ਉਹਨੂੰ ਇਹ ਕਹਿੰਦਾ ਕਿ ਤੈਨੂੰ ਸਾਰੇ ਹੱਕ ਦਿੱਤੇ, ਤੂੰ ਜਿਹੜਾ ਵੀ ਕੋਈ ਬਗਾਵਤ ਕਰਦਾ ਉਹਨੂੰ ਦਬਾ ਦੇ, ਤਾਂ ਫਿਰ ਉਹਨਾਂ ਹੱਕਾਂ ਦੀ ਦੁਰਵਰਤੋਂ ਕਿਵੇਂ ਹੁੰਦੀ ਹੈ, ਉਹ ਸੂਬਾ ਕਸ਼ਮੀਰ ਕਿਵੇਂ ਦੁਰਵਰਤੋਂ ਕਰਦਾ, ਇਸ ਗੱਲ ਦੇ ਉੱਤੇ ਦਵਿੰਦਰ ਦਮਨ ਬਹੁਤ ਜ਼ਿਆਦਾ ਫੋਕਸ ਕਰਦੇ ਨੇ। ਫਿਰ ਇੱਕ ਬੜਾ ਦਿਲਚਸਪ ਸੀਨ ਹੈ ਜਦੋਂ ਸੈਫਾਬਾਦ ਤੋਂ ਗੁਰੂ ਸਾਹਿਬ ਚੱਲੇ, ਸੈਫਾਬਾਦ ਚੋਂ ਕੁਝ ਦਿਨ ਰੁਕੇ, ਉੱਥੇ ਸ਼ਰਧਾਲੂ ਇਕੱਠੇ ਹੋਏ, ਉੱਥੇ ਰੋਜ਼ ਸੰਗਤ ਇਕੱਠੀ ਹੁੰਦੀ ਰਹੀ, ਪ੍ਰਵਚਨ ਚੱਲਦੇ ਰਹੇ, ਸੰਗਤ ਨਿਹਾਲ ਹੁੰਦੀ ਰਹੀ। ਉੱਥੋਂ ਫਿਰ ਉਹ ਚਾਲੇ ਪਾਉਂਦੇ ਨੇ ਸੈਫਾਬਾਦ ਤੋਂ ਗੁਰੂ ਸਾਹਿਬ। ਜਦੋਂ ਉਹ ਚਾਲੇ ਪਾਉਂਦੇ ਨੇ ਤੇ ਸੀਨ ਸ਼ੁਰੂ ਹੁੰਦਾ ਤੇ ਬਹੁਤ ਸਾਰੀ ਸੰਗਤ ਜਿਹੜੀ ਹੈਗੀ ਗੁਰੂ ਸਾਹਿਬ ਨੂੰ ਵਿਦਾਇਗੀ ਦਿੰਦੀ ਹੋਈ ਜਾ ਰਹੀ ਹੈ। ਉਹ ਸੀਨ ਵੀ ਬਹੁਤ ਅੱਛੇ ਤਰੀਕੇ ਨਾਲ ਕ੍ਰੀਏਟ ਕੀਤਾ ਗਿਆ ਕਿ ਦਰਸ਼ਕ ਨੂੰ ਮਹਿਸੂਸ ਹੁੰਦਾ ਕਿ ਗੁਰੂ ਸਾਹਿਬ ਜਾ ਰਹੇ ਨੇ, ਜਿਵੇਂ ਉਸ ਨੂੰ ਨਾ ਦਿਸਦੇ ਹੋਏ ਵੀ ਗੁਰੂ ਸਾਹਿਬ ਦਿਸਦੇ ਨੇ, ਔਰ ਸੰਗਤ ਬੜੀ ਸ਼ਰਧਾ ਦੇ ਵਿੱਚ ਉਹ ਉਹਨਾਂ ਨੂੰ ਵਿਦਾਇਗੀ ਦੇ ਰਹੀ ਹੈ ਔਰ ਉਹਨਾਂ ਬਾਰੇ ਗੱਲਾਂ ਕਰ ਰਹੀ ਹੈ। ਜਦੋਂ ਗੁਰੂ ਸਾਹਿਬ ਬਹੁਤ ਦੂਰ ਅੱਖਾਂ ਤੋਂ ਓਝਲ ਹੋ ਜਾਂਦੇ ਨੇ ਤੇ ਕੋਈ ਸ਼ਰਧਾਲੂ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਕਿ ਗੁਰੂ ਸਾਹਿਬ ਚਲੇ ਗਏ ਨੇ, ਹੁਣ ਅਸੀਂ ਕੀ ਕਰਾਂਗੇ। ਪਰ ਗੁਰੂ ਸਾਹਿਬ ਕਹਿ ਕੇ ਗਏ ਨੇ ਕਿ ਤੁਸੀਂ ਵਾਪਸ ਮੁੜ ਜਾਓ, ਤੁਸੀਂ ਵਾਪਸ ਸੈਫਾਬਾਦ ਪਾਓ, ਤੁਸੀਂ ਇੱਥੋਂ ਤੱਕ ਆ ਗਏ, ਇੱਥੋਂ ਮੈਂ ਇਕੱਲਾ ਹੀ ਜਾਵਾਂਗਾ। ਤਾਂ ਉੱਥੇ ਇੱਕ ਕਿਸਾਨ ਆਉਂਦਾ, ਉਹ ਜਿਹੜਾ ਪਾਤਰ ਕਿ ਉਹ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਿਆ, ਉਹ ਮਗਰ ਜਾਣਾ ਚਾਹੁੰਦਾ, ਉਹਨੂੰ ਰੋਕਦਾ। ਉੱਥੋਂ ਇੱਕ ਸਿਪਾਹੀ ਆਉਂਦਾ, ਉਹ ਆ ਕੇ ਇਹ ਜਾਣਕਾਰੀ ਦਿੰਦਾ ਕਿ ਪਤਾ ਲੱਗਾ ਹੈ ਕਿ ਗੁਰੂ ਸਾਹਿਬ ਦੀ ਗ੍ਰਿਫਤਾਰੀ ਦੇ ਹੁਕਮ ਹੋ ਗਏ ਨੇ ਔਰ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਜਾਇਆ ਜਾ ਰਿਹਾ, ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਜਾਏਗਾ। ਤਾਂ ਸੰਗਤ ਕਾਫੀ ਪਰੇਸ਼ਾਨ ਹੁੰਦੀ ਹੈ। ਉਸ ਪਰੇਸ਼ਾਨੀ ਦੇ ਵਿੱਚ ਇੱਕ ਪਾਤਰ ਬੜਾ ਦਿਲਚਸਪ ਡਾਇਲੌਗ ਬੋਲਦਾ ਹੈ ਕਿ ਤੁਸੀਂ ਭੋਲੇ ਹੋ, ਤੁਸੀਂ ਕਮਲੇ ਹੋ, ਕੀ ਤੁਸੀਂ ਗੁਰੂ ਸਾਹਿਬ ਨੂੰ ਰੋਕ ਸਕਦੇ ਹੋ? ਕਿ ਤੁਸੀਂ ਸੱਚੀ ਮੁੱਚੀ ਸਮਝਦੇ ਹੋ ਕਿ ਤੁਸੀਂ ਗੁਰੂ ਸਾਹਿਬ ਨੂੰ ਇਸ ਸ਼ਹਾਦਤ ਤੋਂ ਰੋਕ ਸਕਦੇ ਹੋ, ਜਾਂ ਕੀ ਤੁਸੀਂ ਇਹ ਸਮਝਦੇ ਹੋ ਕਿ ਗੁਰੂ ਸਾਹਿਬ ਤੁਹਾਡੇ ਰੋਕਿਆਂ ਰੁਕ ਜਾਣਗੇ? ਉਹ ਤੇ ਇੱਕ ਮਸ਼ਾਲ ਹੈ ਜਿਹੜੀ ਕਿਸੇ ਦੇ ਰੋਕਿਆਂ ਰੁਕੇਗੀ ਨਹੀਂ, ਉਹ ਮਸ਼ਾਲ ਬਲ ਰਹੀ ਹੈ, ਉਹ ਬਲੇਗੀ ਔਰ ਉਹ ਜਾ ਕੇ ਜਦੋਂ ਸ਼ਹਾਦਤ ਦੇਗੀ ਤਾਂ ਇਹ ਸ਼ਹਾਦਤ ਇੱਕ ਵੱਡੀ ਸ਼ਹਾਦਤ ਬਣੇਗੀ। ਔਰ ਫਿਰ ਦਮਨ ਸਾਹਿਬ ਇੱਕ ਕੋਤਵਾਲ ਦਾ ਕੈਰੈਕਟਰ ਸਿਰਜਦੇ ਨੇ ਇਸ ਨਾਟਕ ਦੇ ਵਿੱਚ, ਬੜਾ ਜ਼ਬਰਦਸਤ ਪਾਤਰ ਹੈ। ਮੈਂ ਸਮਝਦਾ ਪੰਜਾਬੀ ਨਾਟਕਕਾਰੀ ਦੇ ਵਿੱਚ ਇੱਕ ਬੜਾ ਬਹੁਤ ਹੀ ਕਮਾਲ ਦਾ ਪਾਤਰ ਸਿਰਜਿਆ ਗਿਆ ਕਿ ਆਮ ਤੌਰ ਤੇ ਅਸੀਂ ਬਲੈਕ ਐਂਡ ਵਾਈਟ ਪਾਤਰ ਸਿਰਜਦੇ ਹਾਂ। ਇਤਿਹਾਸਕ ਨਾਟਕ ਬਹੁਤ ਸਾਰੇ ਅਸੀਂ ਦੇਖਦੇ ਹਾਂ, ਪੜ੍ਹਦੇ ਵੀ ਹਾਂ, ਉਹਨਾਂ ਦੇ ਵਿੱਚ ਇੰਨਾ ਬਲੈਕ ਐਂਡ ਵਾਈਟ ਹੁੰਦਾ, ਇੰਨਾ ਜ਼ਿਆਦਾ ਬਲੈਕ ਐਂਡ ਵਾਈਟ ਹੁੰਦਾ ਕਿ ਤੁਹਾਨੂੰ ਪਤਾ ਹੁੰਦਿਆਂ ਵੀ ਕਿ ਮੁਗਲਾਂ ਨੇ ਜਾਂ ਤੁਰਕਾਂ ਨੇ ਜ਼ੁਲਮ ਕੀਤੇ ਸੀ, ਤੁਹਾਨੂੰ ਇਹਦਾ ਸ਼ੱਕ ਹੋਣ ਲੱਗ ਪੈਂਦਾ ਕਿ ਸੱਚੀ ਇੰਨਾ ਜ਼ੁਲਮ ਕੀਤਾ ਸੀ, ਕਿ ਸੱਚੀ ਇਸ ਤਰ੍ਹਾਂ ਦਾ ਹੀ ਜ਼ੁਲਮ ਸੀ। ਮਤਲਬ ਇੰਨਾ ਨੈਗੇਟਿਵ, ਇੰਨਾ ਬਲੈਕ ਦਿਖਾਇਆ ਜਾਂਦਾ ਤੇ ਐਂਡ 'ਚ ਵਾਈਟ ਦਿਖਾਇਆ ਜਾਂਦਾ। ਪਰ ਦਮਨ ਸਾਹਿਬ ਇਸ ਗੱਲੋਂ ਚਤੰਨ ਨੇ ਕਿ ਜਿੱਥੇ ਬਲੈਕ ਹੈ ਬਹੁਤ ਕੁਝ, ਜਿੱਥੇ ਜਿਹੜੀ ਬਾਦਸ਼ਾਹਤ ਹੈ, ਜਿਹੜੀ ਸੱਤਾ ਹੈ, ਜਿਹੜੀ ਉਹ ਸਾਰਾ ਕੁਝ ਕਰ ਰਹੀ ਹੈ, ਉੱਥੇ ਵੀ ਕੁਝ ਲੋਕ ਅੰਦਰ ਬੈਠੇ ਨੇ ਔਰ ਚੰਗੀਆਂ ਪਦਵੀਆਂ ਤੇ ਬੈਠੇ ਨੇ ਜਿਹੜੇ ਘੁਟਨ ਮਹਿਸੂਸ ਕਰ ਰਹੇ ਨੇ। ਉਹ ਕੋਤਵਾਲ ਦਾ ਕੈਰੈਕਟਰ ਆਲਮੋਸਟ ਮੈਂ ਸਮਝਦਾ ਗੁਰੂ ਤੇਗ ਬਹਾਦਰ ਤੋਂ ਬਾਅਦ ਜਿਹੜੇ ਕਿ ਅਦਿੱਖ ਰੂਪ ਚ ਉਸ ਨਾਟਕ ਦੇ ਹੀਰੋ ਨੇ, ਸੈਕੰਡ ਹੀਰੋ ਉਹ ਕੋਤਵਾਲ ਨੂੰ ਬਣਾ ਦਿੰਦੇ ਨੇ ਔਰ ਐਂਡ ਵੀ ਕੋਤਵਾਲ ਤੇ ਹੀ ਹੁੰਦਾ। ਅਖੀਰ ਦੇ ਵਿੱਚ ਕੋਤਵਾਲ ਹੀ ਕਹਿੰਦਾ ਕਿ ਤੁਸੀਂ ਵਹਿਮ ਚੋਂ साहब ਤੁਹਾਡੀ आवाज बंद हो गई है साहब, अपने आवाज साउंड माइक ऑन करो साहब, माइक ऑन साउंड। साहब ਤੁਹਾਡਾ माइक बंद हो गया है।
ਹੋਰ ਕੋਈ ਨਾਟਕ ਦਾ ਨਾਮ ਕਿਉਂ ਨਹੀਂ ਹੈ, ਕਿਉਂ ਸੂਰਜ ਦਾ ਕਤਲ ਨਾਟਕ ਦਾ ਨਾਮ ਰੱਖਿਆ ਗਿਆ, ਉਸ ਨੂੰ ਪੂਰੀ ਤਰ੍ਹਾਂ ਸਪਸ਼ਟ ਕਰਦੇ ਨੇ ਦਮਨ ਸਾਹਿਬ। ਅਖੀਰ ਦੇ ਵਿੱਚ ਮੈਂ ਇੱਕ ਨਾਟਕ ਬਾਰੇ ਜ਼ਰੂਰ ਚਰਚਾ ਕਰਨਾ ਚਾਹਾਂਗਾ। ਮੈਂ ਕੱਲ ਪਰਸੋਂ ਪੰਜਾਬ ਸੰਗੀਤ ਨਾਟਕ ਅਕੈਡਮੀ ਦੇ ਬੈਨਰ ਦੇ ਉੱਤੇ ਵੀ ਇਸ ਗੱਲ ਦੇ ਉੱਤੇ ਨਿਰੋਲ ਉਸੇ ਨਾਟਕ ਤੇ ਚਰਚਾ ਸੀ, ਪਰ ਮੈਨੂੰ ਨਾਟਕ ਬਹੁਤ ਪ੍ਰਭਾਵਿਤ ਕਰਦਾ, ਮੈਨੂੰ ਬੜਾ ਵੱਖਰਾ ਲੱਗਦਾ। ਉਹ ਨਾਟਕ ਗੁਰੂ ਸਾਹਿਬ ਦੀ ਜ਼ਿੰਦਗੀ ਤੇ ਆਧਾਰਿਤ ਨਹੀਂ ਹੈ, ਗੁਰੂ ਸਾਹਿਬ ਦੇ ਵੇਲੇ ਤੇ ਆਧਾਰਿਤ ਨਹੀਂ ਹੈ, ਗੁਰੂ ਸਾਹਿਬ ਉਹਦੇ ਵਿੱਚ ਪਾਤਰ ਨਹੀਂ ਹੈ, ਗੁਰੂ ਸਾਹਿਬ ਦੇ ਇੱਧਰ ਉੱਧਰ ਦਾ ਕੁਝ ਵੀ ਉਹਦੇ ਵਿੱਚ ਨਹੀਂ ਦਿਖਾਇਆ ਗਿਆ। ਉਹਦੇ ਵਿੱਚ ਇੱਕ ਮੱਖਣ ਸ਼ਾਹ ਕੈਰੈਕਟਰ ਦਿਖਾਇਆ ਗੁਰਚਰਨ ਜਸੂਜਾ ਨੇ ਨਾਟਕ ਦੇ ਵਿੱਚ। ਉਹ ਇੱਕ ਦਾਰਸ਼ਨਿਕ ਕਿਸਮ ਦਾ ਨਾਟਕ, ਗੁਰੂ ਸਾਹਿਬ ਦੇ ਲੱਭਣ ਦਾ ਜਿਹੜਾ ਪ੍ਰੋਸੈਸ ਹੈ ਉਸ ਨੂੰ ਪਿੱਠ ਭੂਮੀ ਵਿੱਚ ਰੱਖ ਕੇ ਮੈਂ ਸਮਝਦਾ ਇੱਕ ਪੰਜਾਬੀ ਨਾਟਕ ਦੇ ਵਿੱਚ ਕਮਾਲ ਦਾ ਦਾਰਸ਼ਨਿਕਤਾ ਨੂੰ ਸਮੋਈ ਬੈਠਾ ਉਹ ਨਾਟਕ ਹੈ, ਜਿਹਦੇ ਵਿੱਚ ਜਿਹੜਾ ਉਹ ਪ੍ਰੋਸੈਸ ਹੈ, ਜਿਹੜਾ ਕਿ ਸਾਡੇ ਸਾਰੇ ਪ੍ਰਚਾਰਕਾਂ ਨੇ, ਸਾਰੇ ਰਾਗੀਆਂ ਢਾਡੀਆਂ ਕਥਾਵਾਚਕਾਂ ਨੇ ਜਿਹਨੂੰ ਚਮਤਕਾਰੀ ਰੂਪ ਦਿੱਤਾ ਹੋਇਆ ਸੀ, ਜਿਹਨੂੰ ਇੱਕ ਰਹੱਸਮਈ ਰੂਪ ਦਿੱਤਾ ਹੋਇਆ ਸੀ, ਜਿਹੜਾ ਕਿ ਗਲਤ ਨਹੀਂ ਸੀ। ਗੁਰੂ ਸਾਹਿਬ ਦੀ ਤਲਾਸ਼ ਤਾਂ ਏਦਾਂ ਹੀ ਹੋਈ ਹੈ, ਪਰ ਉਹਨੂੰ ਬੜਾ ਚਮਤਕਾਰੀ ਬਣਾਇਆ ਹੋਇਆ ਸੀ ਕਿ ਇਸ ਤਰ੍ਹਾਂ ਮੱਖਣ ਸ਼ਾਹ ਲਬਾਣਾ ਦਾ ਜਹਾਜ਼ ਫਸ ਗਿਆ, ਸਮੁੰਦਰ ਵਿੱਚ ਡੁੱਬਣ ਲੱਗਾ, ਉਹਨੇ ਅਰਦਾਸ ਕੀਤੀ, ਅਰਦਾਸ ਗੁਰੂ ਨਾਨਕ ਦੇਵ ਜੀ ਦੇ ਸਮੇਂ ਕੀਤੀ, ਜਹਾਜ਼ ਡੁੱਬਣ ਲੱਗਾ ਸੀ, ਫਿਰ ਉਹ ਜਹਾਜ਼ ਬਚ ਗਿਆ। ਫਿਰ ਉਹ ਗੁਰੂ ਸਾਹਿਬ ਨੇ ਕਿਹਾ ਕਿ ਮੈਂ ਜਦੋਂ 9ਵੇਂ ਜਾਮੇ ਚਾਹਾਂਗਾ ਤੇ ਇੰਨੀਆਂ ਮੋਹਰਾਂ ਤੂੰ ਚੜਾਏਗਾ ਤੇ ਫਿਰ ਉਹ ਸਾਰਾ ਕੁਛ ਆਗਾ। ਪਰ ਉਹ ਆਇਆ ਜਦੋਂ ਹੁਣ ਉਹ ਆਪਣੀ ਸੁਖਣ ਆਇਆ ਤੇ ਉੱਥੇ ਕਿੰਨੇ ਸਾਰੇ ਆਪਣੇ ਗੁਰੂ ਬਣੀ ਬੈਠੇ ਨੇ, ਮੰਜੀਆਂ ਡਾਈ ਬੈਠੇ ਨੇ, ਉਹਨੂੰ ਸਮਝ ਨਹੀਂ ਆਉਂਦੀ ਤੇ ਉਹ ਘੱਟ ਮੋਹਰਾਂ ਉਹਨਾਂ ਦੇ ਸਾਹਮਣੇ ਰੱਖਣੀ ਸ਼ੁਰੂ ਕਰਦਾ। ਉਹ ਮੋਹਰਾਂ ਐਕਸੈਪਟ ਕਰੀ ਜਾਂਦੇ ਕਿਉਂਕਿ ਉਹ ਗੁਰੂ ਹੈ ਨਹੀਂ, ਉਹਨਾਂ ਨੂੰ ਪਤਾ ਕੁਛ ਨਹੀਂ ਹੈ। ਜਦੋਂ ਤੇਗ ਬਹਾਦਰ ਦੇ ਸਾਹਮਣੇ ਜਾਂਦਾ ਤੇ ਉਹ ਕਹਿ ਦਿੰਦੇ ਕਿ ਭਾਈ ਤੂੰ ਸੁਖੀਆਂ ਤਾਂ ਮੋਹਰਾਂ ਇੰਨੀਆਂ ਸੀ ਪਰ ਤੂੰ ਚੜਾ ਨਹੀਂ ਰਿਹਾ। ਤੇ ਉਹ ਕਹਿੰਦਾ ਗੁਰੂ ਲਾਦੋ ਰੇ। ਇਹ ਆਪਣੇ ਆਪ ਚ ਇੱਕ ਦਿਲਚਸਪ ਵਰਤਾਰਾ। ਪਰ ਗੁਰਚਰਨ ਸਿੰਘ ਜਸੂਜਾ ਮੱਖਣ ਸ਼ਾਹ ਨਾਟਕ ਦੇ ਵਿੱਚ ਗੁਰੂ ਲਾਦੋ ਰੇ ਨੂੰ ਦਾਰਸ਼ਨਿਕ ਰੂਪ ਦੇ ਦਿੰਦਾ ਕਿ ਗੁਰੂ ਤੁਸੀਂ ਲੱਭ ਕਿੱਦਾਂ ਸਕਦੇ, ਤੁਹਾਨੂੰ ਗੁਰੂ ਲੱਭਣਾ ਕਿੱਦਾਂ ਹੈ, ਉਹਦੇ ਲਈ ਪ੍ਰੋਸੈਸ ਕੀ ਹੈ। ਉਹਦੇ ਲਈ ਉਹ ਨਾਮ ਰੱਖਦੇ, ਬੜਾ ਦਿਲਚਸਪ ਨਾਮ ਹੈ ਮੱਖਣ ਸ਼ਾਹ। ਉਹ ਮੱਖਣ ਨਾਲ ਉਹਨੂੰ ਤੁਲਨਾ ਦਿੰਦੇ, ਮੱਖਣ ਇੱਕ ਮੈਟਾਫਰ ਬਣਾਉਂਦੇ ਹੋ ਕਿ ਜਿਹੜਾ ਦੁੱਧ ਹੈ, ਅਸੀਂ ਦੁੱਧ ਨੂੰ ਬਹੁਤ ਵੱਡੀ ਮਹੱਤਤਾ ਦਿੰਦੇ ਹਾਂ, ਦੁੱਧ ਤੇ ਪੁੱਤ ਨੂੰ ਬਰਾਬਰ ਦਾ ਦਰਜਾ ਦਿੰਦੇ ਹਾਂ। ਉਹ ਦੁੱਧ ਜਿਹੜਾ ਹੈਗਾ, ਜਦੋਂ ਦੁੱਧ ਨੂੰ ਅਸੀਂ ਉਬਾਲਦੇ ਹਾਂ, ਫਿਰ ਉਹਨੂੰ ਜਾਗ ਲਾਉਂਦੇ ਹਾਂ, ਫਿਰ ਸਾਰੀ ਰਾਤ ਉਹ ਦੁੱਧ ਪਿਆ ਰਹਿੰਦਾ, ਸਵੇਰੇ ਰਿੜਕਦੇ ਹਾਂ, ਲੱਸੀ ਜਦੋਂ ਬਣਦੀ ਹੈ ਤੇ ਲੱਸੀ ਦੇ ਉੱਤੇ ਜਿਹੜਾ ਤਰਦਾ ਹੈ ਉਹ ਮੱਖਣ ਹੈ। ਮਤਲਬ ਦੁੱਧ ਦਾ ਸ਼੍ਰੋਮਣੀ ਤੱਤ, ਸਭ ਤੋਂ ਜਿਹੜਾ ਐਂਡ ਦੇ ਵਿੱਚ ਖੂਬਸੂਰਤ ਤੱਤ ਨਿਕਲ ਕੇ ਆਇਆ ਉਹ ਮੱਖਣ ਹੈ। ਤੇ ਉਹਦੇ ਜਿਹੜੇ ਫਾਦਰ ਤੇ ਮਦਰ ਨੇ ਉਹ ਕਹਿੰਦੇ ਨੇ ਉਹਨੂੰ, ਜਦੋਂ ਉਹ ਜਹਾਜ਼ ਉਹਦੀ ਗਲਤੀ ਨਾਲ ਡੁੱਬਣ ਲੱਗਦਾ, ਉਹਨੂੰ ਕਹਿੰਦੇ ਨੇ ਕਿ ਅਸੀਂ ਤੈਨੂੰ ਮੱਖਣ ਨਾਮ ਤੇਰਾ ਇਸ ਲਈ ਰੱਖਿਆ ਸੀ ਕਿ ਤੂੰ ਮੱਖਣ ਬਣ ਕੇ ਇਸ ਜਿਹੜਾ ਜਹਾਜ਼ ਹੈ, ਜਿਹੜਾ ਜ਼ਿੰਦਗੀ ਦਾ ਭਾਵ ਸਾਗਰ ਦਾ, ਉਹਦੇ ਉੱਤੇ ਤਰੇ ਤੂੰ। ਅਸੀਂ ਇਹ ਚਾਹੁੰਦੇ ਸੀ ਪਰ ਤੂੰ ਭਟਕ ਗਿਆ, ਇਸ ਕਰਕੇ ਤੇਰਾ ਜਹਾਜ਼ ਭਟਕ ਗਿਆ। ਉਹਦੇ ਪਾਤਰ ਜਿਹੜੇ ਨੇ ਵਰਮਾ ਜੀ ਬੜੇ ਦਿਲਚਸਪ ਪਾਤਰ ਨੇ ਜਿਹੜੇ ਉਹ ਨਾਮ ਰੱਖਦਾ ਨਾਟਕ ਦੇ ਵਿੱਚ। ਕਿ ਜਿਹੜੇ ਮੱਖਣ ਸ਼ਾਹ ਦੇ ਫਾਦਰ ਨੇ ਉਹਨਾਂ ਦਾ ਨਾਮ ਵਿਵੇਕ ਸ਼ਾਹ ਰੱਖਿਆ ਹੋਇਆ, ਮਦਰ ਦਾ ਨਾਮ ਚੇਤਨਾ ਦੇਵੀ ਰੱਖਿਆ ਹੋਇਆ, ਉਹਦੀ ਵਾਈਫ ਦਾ ਨਾਮ ਬੁੱਧਾ ਰਾਣੀ ਰੱਖਿਆ ਹੋਇਆ, ਜਿਹੜਾ ਉਹਦਾ ਬ੍ਰਦਰ ਹੈ ਉਹਦਾ ਨਾਮ ਗਿਆਨ ਸ਼ਾਹ ਰੱਖਿਆ ਹੋਇਆ। ਗਿਆਨ ਸ਼ਾਹ ਦੇ ਜਿਹੜੇ ਸਹਾਇਕ ਨੇ ਉਹਨਾਂ ਦਾ ਨਾਮ ਉਹਨੇ ਸੱਤ ਰੱਖਿਆ ਹੋਇਆ, ਸੰਤੋਖ ਰੱਖਿਆ ਹੋਇਆ, ਪ੍ਰੇਮ ਰੱਖਿਆ ਹੋਇਆ। ਤੇ ਫਿਰ ਜਿਹੜੇ ਕਰਿੰਦੇ ਨੇ, ਜਹਾਜ਼ ਦੇ ਕਰਿੰਦੇ ਜਿਹੜੇ ਜਹਾਜ਼ ਨਾਲ ਚਲਾ ਰਹੇ ਨੇ, ਉਹ ਪੰਜ ਜਿਹੜੇ ਜਿਹਨੂੰ ਆਪਾਂ ਪੰਜ ਵਿਕਾਰ ਕਹਿੰਦੇ ਆ, ਉਹ ਪੰਜ ਰੱਖੇ ਹੋਏ, ਇੱਕਾ ਦੁੱਕਾ ਤਿੱਕਾ ਚੌਕਾ ਪੰਜਾ, ਕਿ ਪੰਜ ਜਿਹੜੇ ਅਸੀਂ ਕਹਿੰਦੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ। ਉਹਨਾਂ ਨੂੰ ਨਾਟਕਕਾਰ ਡਿਪਿਕਟ ਬਹੁਤ ਵਧੀਆ ਤਰੀਕੇ ਨਾਲ ਕਰਦਾ ਕਿ ਜਦੋਂ ਨਾਟਕ ਸ਼ੁਰੂ ਹੀ ਹੁੰਦਾ ਤੇ ਉਹ ਜਿਹੜੇ ਪੰਜ ਨੇ, ਪੰਜਾਂ ਚੋਂ ਇੱਕ ਆਉਂਦਾ ਤੇ ਉਹ ਜਹਾਜ਼ ਦੇ ਬਾਦਵਾਨ ਖੁੱਲਣ ਲੱਗ ਪੈਂਦਾ ਤਾਂ ਕਿ ਹਵਾ ਹੋਰ ਭਰ ਜਾਏ ਤੇ ਜਹਾਜ਼ ਤੇਜ਼ ਹੋ ਜਾਏ। ਗਿਆਨ ਸ਼ਾਹ ਨੂੰ ਰੋਕਦਾ ਇਸ ਗੱਲ ਤੋਂ ਕਿ ਇਹ ਰੋਂਗ ਹੈ ਜੋ ਕੁਝ ਤੂੰ ਕਰ ਰਿਹਾ ਹੈ। ਅਗਰ ਇਹ ਜਹਾਜ਼ ਤੇਜ਼ ਹੋ ਜਾਏਗਾ ਤਾਂ ਇਹ ਗਲਤ ਦਿਸ਼ਾ ਵੱਲ ਜਾਏਗਾ, ਇਹ ਪੱਛਮ ਦੀ ਦਿਸ਼ਾ ਵੱਲ ਚੱਲ ਜਾਏਗਾ। ਜਾਣਾ ਅਸੀਂ ਪਰਮ ਦੇਸ਼ ਹੈ, ਅਸੀਂ ਪੱਛਮ ਵੱਲੋਂ ਨਹੀਂ ਜਾਣਾ, ਨਹੀਂ ਤਾਂ ਜਹਾਜ਼ ਭਟਕ ਜਾਏਗਾ। ਪਰ ਉਹ ਪੰਜਾ ਜਿਹੜਾ ਹੈਗਾ, ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਚੋਂ ਇੱਕ ਹੈ, ਉਹ ਕਹਿੰਦਾ ਮੈਂ ਸੁਸਤ ਰਫ਼ਤਾਰ ਤੋਂ ਬਹੁਤ ਤੰਗ ਆਇਆ ਹੋਇਆ, ਮੈਂ ਇਸ ਨੂੰ ਤੇਜ਼ ਰਫ਼ਤਾਰ ਨਾਲ ਚਲਾਉਣਾ ਚਾਹੁੰਦਾ। ਉਹ ਉਹਨੂੰ ਝਿੜਕਦਾ, ਜਦੋਂ ਝਿੜਕ ਕੇ ਭੇਜ ਦਿੰਦਾ ਤੇ ਚੇਤਨਾ ਦੇਵੀ ਇਸ ਗੱਲ ਦੇ ਉੱਤੇ ਫਿਕਰ ਕਰਦੀ ਹੈ ਕਿ ਇਹ ਜਿਹੜੇ ਪੰਜ ਨੇ ਨਾ, ਇਹ ਸਾਨੂੰ ਲੈ ਕੇ ਡੁੱਬ ਮਰਨਗੇ ਕਿਸ ਦਿਨ, ਇਹੀ ਡੋਬਣਗੇ ਸਾਨੂੰ। ਇਹ ਪੰਜ ਕਾਲੇ ਕਰਿੰਦੇ, ਕਾਲੀਆਂ ਸ਼ਕਤੀਆਂ ਨੇ। ਤੇ ਉੱਥੇ ਮੱਖਣ ਸ਼ਾਹ ਇੱਕ ਬੜਾ ਦਿਲਚਸਪ ਸੰਵਾਦ ਬੋਲਦਾ ਹੈ। ਉਹ ਕਹਿੰਦਾ ਮਾਤਾ ਜੀ, ਜਦੋਂ ਇਹ ਜਹਾਜ਼ ਮੈਂ ਖਰੀਦਿਆ ਸੀ, ਜਦੋਂ ਇਹ ਜਹਾਜ਼ ਮੈਨੂੰ ਪ੍ਰਾਪਤ ਹੋਇਆ ਸੀ, ਤਾਂ ਇਹ ਜਿਹੜੇ ਪੰਜ ਕਰਿੰਦੇ ਨੇ ਇਹ ਮੈਨੂੰ ਜਹਾਜ਼ ਦੇ ਨਾਲ ਹੀ ਪ੍ਰਾਪਤ ਹੋਏ ਸੀ, ਇਹ ਮੈਂ ਬਾਹਰੋਂ ਨਹੀਂ ਕਿਤੋਂ ਲੈ ਕੇ ਆਂਦੇ, ਇਹ ਤਾਂ ਡੀਲ ਦਾ ਹਿੱਸਾ ਸੀਗੇ, ਜਹਾਜ਼ ਦੇ ਨਾਲ ਹੀ ਮਿਲੇ ਸੀ। ਸੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਸਰੀਰ 'ਚ ਤੁਹਾਨੂੰ ਮਿਲਦੇ ਨੇ। ਉਹ ਕਹਿੰਦਾ ਲੇਕਿਨ ਜੇ ਇਹਨਾਂ ਤੇ ਕਾਬੂ ਅਸੀਂ ਰੱਖਾਂਗੇ ਤਾਂ ਫਿਰ ਇਹ ਸਾਡੇ ਭਲੇ 'ਚ ਚੱਲਣਗੇ, ਇਹ ਸਾਡੀ ਬੁਰਾਈ ਨਹੀਂ ਕਰ ਸਕਣਗੇ, ਸਾਡਾ ਨੁਕਸਾਨ ਨਹੀਂ ਕਰ ਸਕਣਗੇ। ਸੋ ਇਸ ਤਰ੍ਹਾਂ ਉਹ ਨਾਟਕ ਫਿਰ ਅੱਗੇ ਵੱਧਦਾ, ਫਿਰ ਉਹਨੂੰ ਪੰਜੇ ਜਣੇ ਘੇਰ ਲੈਂਦੇ ਆ, ਉਹਨੂੰ ਭਟਕਾ ਦਿੰਦੇ ਆ, ਗਿਆਨ ਨੂੰ ਕਬਜ਼ੇ 'ਚ ਲੈ ਲੈਂਦੇ ਆ, ਸੱਤ ਨੂੰ ਵੀ ਕਬਜ਼ੇ 'ਚ ਲੈ ਲੈਂਦੇ ਆ, ਸੰਤੋਖ ਨੂੰ ਵੀ ਕਬਜ਼ੇ 'ਚ ਲੈ ਲੈਂਦੇ ਆ, ਪ੍ਰੇਮ ਪਾਗਲ ਹੋ ਜਾਂਦਾ ਹੈ।
फिर वो जहाज भटकन लगता है, वो सोनापुरी वालों चले जाता, लालच में आ जाता है। तो लालच का जहाज जो भटकता है, तो जो भटकदा एंड दे विच फिर वो कहते हैं कि तू ज्ञान नूं लभ के लिया, ज्ञान कित्थे है। फिर वो बुद्धा रानी दसदी कि पंजां ने ज्ञान नूं, सत नूं, संतोख नूं भोरे च कैद कीता होया, इस करके जहाज भटकिया। वो फिर विवेक शाह कहता है कि जो ज्ञान ही है नहीं तुहाडे कोल ते जहाज ने तो फिर भटकना भटकना सी, ज्ञान तो बिना जहाज किदां सही दिशा में जा सकदा। फिर उन्होंने कढ के लैके आंदे आ, फिर वो जहाज नूं सही दिशा में लैके जांदे आ, और ਉਹਦਾ अंत बड़ा खूबसूरत जसूजा साहब करते हैं कि हुण जिहड़ा ये जहाज है फिलहाल इस स्थिति दे विच ये परम देश जाण दे समर्थ नहीं है, ਇਹਨੂੰ ਪਹਿਲਾਂ परिश्रम पड़ा ते जाना, ये पहला कुछ समय परिश्रम पड़ा ते बिताएगा, फिर यह परम देश वाल जाएगा, क्योंकि सच का सौदा करके ही परम देश जा सकते हैं। फिलहाल मक्खन शाह ने कच का सौदा किया है। सो बहुत प्रतीकात्मक रूप दे विच एक विलक्षण नाटक है, पंजाबी नाटक दे विच गुरु तेग बहादुर जी नाल संबंधित। मैं समझदा कि जदों ये नाटक सारे किते सामने आणगे, इस समय च इन्हां सालां दे विच, इन्हां महीनिਆਂ ਦੇ ਵਿੱਚ ਸਾਹਿਤ ਅਕੈਡਮੀ, ਸੰਗੀਤ ਨਾਟਕ ਅਕੈਡਮੀ ਦੇ ਸਾਂਝੇ ਯਤਨਾਂ ਦੇ ਨਾਲ ਜਦੋਂ ਅਸੀਂ ਨਿੱਠ ਕੇ ਕਿਤੇ ਤੁਲਨਾਤਮਕ ਅਧਿਐਨ ਕਰਕੇ ਕਿਤੇ ਕਿਸੇ ਨਤੀਜੇ ਤੇ ਪਹੁੰਚਾਂਗੇ ਕਿ ਗੁਰੂ ਸਾਹਿਬ ਦੀ ਸ਼ਹਾਦਤ ਜਿਹੜੀ ਏਡੀ ਮਤਲਬ ਕਿ ਵਿਲੱਖਣ ਸ਼ਹਾਦਤ ਹੈ, ਜਿਹੜੀ ਕਿ ਦੁਨੀਆ 'ਚ ਕਿਤੇ ਇਸ ਤਰ੍ਹਾਂ ਦੀ ਸ਼ਹਾਦਤ ਹੋਈ ਨਹੀਂ ਕਿ ਇੱਕ ਬੰਦਾ ਖੁਦ ਸ਼ਹਾਦਤ ਦੇਣ ਜਾ ਰਿਹਾ, ਇੱਕ ਇਨਸਾਨ ਖੁਦ ਸ਼ਹੀਦ ਹੋਣ ਜਾ ਰਿਹਾ ਹੈ। ਨਹੀਂ ਤੇ ਸ਼ਹੀਦ ਫੜ ਕੇ ਕੀਤਾ ਜਾਂਦਾ ਹੈ, ਭਾਵੇਂ ਫਿਰ ਵੀ ਗੁਰੂ ਅਰਜਨ ਦੇਵ ਜੀ ਹੱਸ ਹੱਸ ਕੇ ਸ਼ਹੀਦ ਹੁੰਦੇ ਨੇ, ਸਾਰੀਆਂ ਸ਼ਹੀਦੀਆਂ ਵੱਡੀਆਂ, ਇੱਥੇ ਸ਼ਹਾਦਤ ਲਈ ਖੁਦ ਇਨਸਾਨ ਜਾ ਰਿਹਾ। बहुत वड्डी शहादत है जिसने आधार बनाया एक सिख इतिहास का, सिख धर्म का, एक पूरी इंसानियत का, हैवानियत के खिलाफ किमें इंसानियत लड़ती है, किमें पुरुष तो महापुरुष किमें बनता है, वो पुरुष तो महापुरुष बनने का प्रोसेस की है, वो गुरु तेग बहादुर जी की जिंदगी चों सानू समझ आता है। फिर उस महापुरुष की जिंदगी का मकसद की है, वो लुकाई दे नाल अपने आप नूं जोड़दा किमें है, वो किमें लोगों के लिए अपना सीस कुर्बान कर दिंदा है। ये सारियां वड्डियां चीज़ां ने। मैं समझदा कि ਇਹਨਾਂ ਸਮਿਆਂ ਦੇ ਵਿੱਚ ਜਦੋਂ ਅਸੀਂ ਇਹਦੇ ਉੱਤੇ ਹੋਰ ਚਰਚਾ ਕਰਾਂਗੇ ਤੇ ਹੋਰ ਅਸੀਂ ਰੜਕਾਂਗੇ ਤੇ ਹੋਰ ਮੱਖਣ ਨਿਕਲ ਕੇ ਆਏਗਾ, ਹੋਰ ਸਾਡੇ ਕੋਲ ਖੂਬਸੂਰਤ ਵਿਚਾਰ ਨਿਕਲ ਕੇ ਆਣਗੇ। ਹੋ ਸਕਦਾ ਕੋਈ ਵਿਲੱਖਣ ਨਾਟਕ ਨਿਕਲ ਕੇ ਆ ਜੇ, ਜਿਹੜੇ ਨਾਟਕ ਲਿਖੇ ਹੋਏ ਨੇ ਉਹਨਾਂ ਨਾਟਕਾਂ ਦੀਆਂ ਪੇਸ਼ਕਾਰੀਆਂ ਹੋ ਜਾਣ। ਮੈਨੂੰ ਥੋੜੇ ਦਿਨ ਪਹਿਲਾਂ ਹੀ ਪਤਾ ਲੱਗਾ ਕੇਵਲ ਧਾਲੀਵਾਲ ਹੋਰਾਂ ਨੇ ਦੱਸਿਆ ਕਿ ਉਹਨਾਂ ਨੇ ਇੱਕ ਵੱਡਾ ਨਾਟਕ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਲਿਖਿਆ ਹੈ, ਜਿਹਦਾ ਨਾਮ ਉਹਨਾਂ ਨੇ ਬੜਾ ਖੂਬਸੂਰਤ ਰੱਖਿਆ, ਨਾਮ ਬੜਾ ਮੈਨੂੰ ਪਸੰਦ ਹੈ, ਸੀਸ। ਇਹ ਆਪਣੇ ਆਪ 'ਚ ਇਸ ਤਰ੍ਹਾਂ ਦਾ ਨਾਮ ਹਾਲੇ ਤੱਕ ਨਹੀਂ ਸੀ ਰੱਖਿਆ ਗਿਆ, ਸੀਸ, ਕਿ ਸਿਰ ਤੇ ਸੀਸ ਵਿੱਚ ਕੀ ਫਰਕ ਹੈ। ਉਹ ਬੜਾ ਖੂਬਸੂਰਤ ਨਾਟਕ ਹੈ। ਉਹ ਨਾਟਕ ਵੀ ਜਦੋਂ ਸਾਹਮਣੇ ਆਏਗਾ, ਪੇਸ਼ਕਾਰੀ ਦੇ ਰੂਪ ਵਿੱਚ ਆਏਗਾ, ਜਿਵੇਂ ਤਲਵਾਰ ਤੇ ਕਿਰਪਾਨ 'ਚ ਫਰਕ ਹੈ, ਉਵੇਂ ਹੀ ਸੀਸ ਤੇ ਸਿਰ ਦੇ ਵਿੱਚ ਵੀ ਫਰਕ ਹੈ। ਇਹ ਫਰਕ ਧਾਲੀਵਾਲ ਹੋਰਾਂ ਨੇ ਆਪਣੇ ਨਾਟਕ ਦੇ ਵਿੱਚ ਜ਼ਰੂਰ ਉਹਨੂੰ ਡਿਫਾਈਨ ਕੀਤਾ ਹੋਊਗਾ, ਉਹਨੂੰ ਐਨਾਲਾਈਜ਼ ਕੀਤਾ ਹੋਊਗਾ, ਉਹ ਸਾਡੇ ਸਾਹਮਣੇ ਆਊਗਾ। ਇਸ ਸ਼ਹਾਦਤ ਨਾਲ ਸੰਬੰਧਿਤ ਹੋਰ ਪਾਸਾਰ ਸਾਡੇ ਸਾਹਮਣੇ ਆਣਗੇ। मैं फिलहाल इन्नियां गल्लां नाल, इन्ने विचारां नाल और बहुत निमरता नाल डॉक्टर सतीश कुमार वर्मा होरां तो इस गल दी माफी मंगदा होया कि जे मैं कोई गल इस तरह दी कर गया होवां कि जिहड़ी कि जायज़ ना होवे जां ऑथेंटिक सिक्केबंद ना होवे, तां उस नूं ठीक कर सकदे ने। जे इह चर्चा दे विच होर कोई गलबात करन दा मैनूं मौका मिलिया जां कोई सवाल जां कोई विचार उठिया ते फिर मैं गल करांगा। फिलहाल मैं तुहाडा सारिआं दा बहुत ऋणी धन्नवाद जी। धन्नवाद डॉक्टर साहब सिंह, तुसीं बहुत खूबसूरत गल्लां कीतियां। ਵੱਖ-ਵੱਖ ਨਾਟਕਾਂ ਦੇ ਜੋ ਪਰਸਪੈਕਟਿਵ ਨੇ ਆਪੋ ਆਪਣੇ ਉਸ ਇਤਿਹਾਸਕ ਮਸਲਿਆਂ ਨੂੰ ਸਾਡੇ ਸਾਹਮਣੇ ਲਿਆਂਦਾ, ਜਿਹੜੇ ਅੱਜ ਦੇ ਸਮੇਂ ਦੇ ਵਿੱਚ ਜਿਨ੍ਹਾਂ ਨੂੰ ਦੇਖਣਾ ਪਰਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਹਰ ਸਮੇਂ ਦੀਆਂ ਆਪਣੀਆਂ ਲੋੜਾਂ ਹੁੰਦੀਆਂ ਨੇ। ਕਿਸੇ ਦੌਰ ਦੇ ਨਾਟਕਾਂ ਦੀ ਅੱਜ ਦੇ ਦੌਰ ਦੇ ਵਿੱਚ ਕਿਸ ਤਰ੍ਹਾਂ ਸਮੇਂ ਬਣਦੀ ਹੈ, ਇਹ ਸਵਾਲ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ। ਸੋ ਆਓ ਆਪਾਂ ਹੁਣ ਸੁਣਦੇ ਹਾਂ ਸੁਰਿੰਦਰ ਕੌਰ ਨੂੰ। ਸੁਰਿੰਦਰ ਕੌਰ ਨੇ ਡਾਕਟਰ ਸਤੀਸ਼ ਕੁਮਾਰ ਵਰਮਾ ਹੋਰਾਂ ਦੇ ਅਧੀਨ PhD ਕੀਤੀ ਹੈ ਇਤਿਹਾਸਕ ਨਾਟਕਾਂ ਤੇ ਅਸੀਂ ਇਹਨਾਂ ਤੋਂ ਸੁਣਦੇ ਹਾਂ ਕਿ ਅੱਜ ਗੁਰੂ ਤੇਗ ਬਹਾਦਰ ਨਾਲ ਸੰਬੰਧਿਤ ਨਾਟਕਾਂ ਬਾਰੇ ਕੀ ਚਰਚਾ ਕਰਦੇ ਨੇ। ਸੁਰਿੰਦਰ ਕੌਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਸੀਂ 10 ਤੋਂ ਲੈ ਕੇ 12 ਮਿੰਟ ਦੇ ਵਿੱਚ ਆਪਣੀ ਗੱਲ ਨੂੰ ਮੁਕੰਮਲ ਕਰਨ ਦੀ ਕੋਸ਼ਿਸ਼ ਕਰਿਓ। ਸੁਰਿੰਦਰ ਕੌਰ, ਮਾਈਕ ਆਪਣਾ ਔਨ ਕਰ ਲਓ, ਮਾਈਕ ਔਨ ਕਰ ਲਓ ਪਹਿਲਾਂ, ਤੁਹਾਡਾ ਮਾਈਕ ਬੰਦ ਹੈ ਸੁਰਿੰਦਰ। हाँ जी, बोलो। सुरेंद्र, थोड़ी आवाज नहीं आ रही।
ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਆ ਰਹੀ। आवाज हेलो, बोलो सतेंद्र, बोलो। जी हाँ, मेरे ख्याल ਦੇ ਵਿੱਚ ਸਤਵਿੰਦਰ ਡਿਸਕਨੈਕਟ ਹੋ ਗਏ। ਚਲੋ ਇੱਕ ਮਿੰਟ ਵੇਟ ਕਰਦੇ ਹਾਂ। ਸਾਡੇ ਨਾਲ ਜਗਜੀਤ ਸਰੀਨ ਹੋਰੀ ਜੁੜੇ ਹੋਏ ਨੇ ਤੇ ਹੋਰ ਵੀ ਕਈ ਦੋਸਤ ਸਾਡੇ ਗਗਨ ਜੋਸ਼ੀ ਸਾਡੇ ਨਾਲ ਜੁੜੇ ਹੋਏ ਨੇ, ਗੁਰਮੀਤ ਸਿੰਘ ਜੁੜੇ ਹੋਏ ਨੇ, ਜਸਵੀਰ ਸਿੰਘ ਜੁੜੇ ਹੋਏ ਨੇ, ਵਿਸ਼ੂ ਸ਼ਰਮਾ ਜੁੜੇ ਹੋਏ ਨੇ, हो गया, तेरी आवाज ਅਮਰ नहीं आ ਕੋਰੀਆ ਜੀ रही। ਜੁੜੇ ਹੋਏ ਨੇ। ਉਹਨਾਂ ਦੀ ਆਵਾਜ਼ ਦੀ ਕੋਈ ਪ੍ਰੋਬਲਮ ਹੈ? चेक करो। ਇਹਨਾਂ ਤੋਂ ਇਲਾਵਾ ਹਾਂਜੀ। ਮੈਂ ਵੀ ਦੱਸ ਸਕਦੀ ਹਾਂ ਕਿ ਸਾਡੇ ਨਾਲ ਜਿਹੜੇ ਦਰਸ਼ਕ ਜੁੜੇ ਹੋਏ ਨੇ, ਮੇਰੀ ਆਵਾਜ਼ ਆ ਰਹੀ? ਹਾਂਜੀ हाँ जी, ਹਾਂਜੀ आ रही। ਆ ਰਹੀ ਹੈ ਜੀ, ਆ ਰਹੀ। ਦਰਸ਼ਨ ਸੋਢੀ ਜੀ, ਹਾਰਡਕੋਰ, ਮੋਨੂਮਤੀ ਕੁਮਾਰੀ, ਬਰਿੰਦਰ ਪਟਿਆਲਾ ਤੋਂ, ਰਮਨਪ੍ਰੀਤ ਕੌਰ ਜੁੜੇ ਹੋਏ ਨੇ, ਸਤਵਿੰਦਰ ਕੌਰ ਨੇ ਪੰਜਾਬੀ ਦੇ ਵਿੱਚ ਇਤਿਹਾਸ ਜਿਨ੍ਹਾਂ ਨੇ ਅੱਜ ਆਪਣੇ ਨਾਲ ਗੱਲ ਵੀ ਕਰਨੀ ਆ, ਪ੍ਰਭਮੀਤ ਸਿੰਘ ਨੇ, ਅਨੰਤਪਾਲ ਕੌਰ, ਗੁਰਦੀਪ ਗੰਮੀਵਾਲਾ, ਸਤਪਾਲ ਭਿੱਖੀ ਜੀ ਨੇ, ਸੁਖਦਰਸ਼ਨ ਕੌਰ, ਰਾਜਵਿੰਦਰ ਕੌਰ ਹੈ, ਬਲਦੇਵ ਸਿੰਘ ਦੋਦਰਾ ਪ੍ਰਿੰਸੀਪਲ ਨੇ, ਮਿਡਲ ਸਕੂਲ ਦੇ ਅਧਿਆਪਕ ਤੇ ਦੌਰਵਾਲਾ ਦੇ ਮੇਰਾ ਖਿਆਲ ਅਧਿਆਪਕ ਤੇ ਬੱਚੇ ਨੇ, ਚੌਰਵਾਲਾ, ਬਲਕਾਰ ਸਿੱਧੂ ਜੀ ਨੇ, ਨਰਿੰਦਰਪਾਲ ਕੰਗ ਨੇ, ਜਗਦੀਪ ਸਿੱਧੂ ਨੇ, ਪਰਮਾਨੰਦ ਸ਼ਾਸਤਰੀ ਜੀ ਨੇ, ਸਰਬਜੀਤ ਸ਼ਰਮਾ, ਰਜਿੰਦਰ ਕੌਰ, ਆਸ਼ਾ ਸ਼ਕਲਾਨੀ, ਮਨਿੰਦਰ ਕਾਫਰ ਤੇ ਹੋਰ ਬਹੁਤ ਸਾਰੇ ਜਿਹੜੇ ਵਿਦਿਆਰਥੀ ਨੇ, ਕਾਲਜਿਸ ਦੇ ਜਿਹੜੇ ਅਧਿਆਪਕ ਨੇ, ਉਹ ਵੀ ਇਸ ਵੇਲੇ ਇਸ ਪ੍ਰੋਗਰਾਮ ਨੂੰ ਲਾਈਵ ਵੇਖ ਰਹੇ ਨੇ ਤੇ ਨਵੀਆਂ ਗੱਲਾਂ ਸਿੱਖ ਰਹੇ ਨੇ। ਜੀ ਸਤਵਿੰਦਰ ਕੌਰ, ਆ ਰਹੀ ਆਵਾਜ਼ ਹੁਣ ਤੁਹਾਡੀ? ਮੈਨੂੰ ਲੱਗਦਾ ਸਤਵਿੰਦਰ ਕੌਰ ਦੀ ਆਵਾਜ਼ ਦੀ ਥੋੜੀ ਜਿਹੀ ਸਮੱਸਿਆ ਹੈ। ਚਲੋ ਆਪਾਂ ਸਤਵਿੰਦਰ ਕੌਰ ਨੂੰ ਬਾਅਦ ਸੁਣਦੇ ਹਾਂ। ਆਪਾਂ ਹੁਣ ਇਸ ਤੋਂ ਬਾਅਦ ਅਸੀਂ ਸੱਦਾ ਦੇ ਰਹੇ ਹਾਂ ਕੇਵਲ ਧਾਲੀਵਾਲ ਹੋਰਾਂ ਨੂੰ, ਜਿਨ੍ਹਾਂ ਨੇ ਰਾਤ ਵੀ ਪੰਜਾਬ ਸਾਹਿਤ ਅਕਾਦਮੀ ਦੇ ਬੈਨਰ ਹੇਠ ਬਹੁਤ ਗੱਲਾਂ ਕੀਤੀਆਂ, ਆਨਲਾਈਨ ਸਾਡੇ ਨਾਲ ਸੀ ਘੰਟਾ। ਤੇ ਹੁਣ ਫਿਰ ਅਸੀਂ ਗੁਰੂ ਤੇਗ ਬਹਾਦਰ ਨਾਲ ਸੰਬੰਧਿਤ ਨਾਟਕਾਂ ਦੇ ਪ੍ਰਸੰਗ ਦੇ ਵਿੱਚ ਪੰਜਾਬੀ ਨਾਟ ਮੰਚ ਦੀ ਭੂਮਿਕਾ ਤੇ ਕੇਵਲ ਧਾਲੀਵਾਲ ਜੀ ਸਾਡੇ ਨਾਲ ਗੱਲ ਕਰਨਗੇ। ਆਓ ਜੀ ਕੇਵਲ ਧਾਲੀਵਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। जी बहुत शुक्रिया कुलदीप, बहुत शुक्रिया सोल मैम, पंजाब साहित्य अकेडमी और वर्मा जी, थानू वेख के वैसे ही दिल बाग-बाग हो गया ते नाटकां दीयां गल्लां हो रहीਆਂ ने, सो इस करके होर भी चंगा लग रहा है। पर ਇਹ ਜਿਸ ਤਰ੍ਹਾਂ ਇਹ ਸਾਲ, ਕਿਉਂਕਿ ਅਸੀਂ ਆਲਰੇਡੀ ਪ੍ਰੋਗਰਾਮ ਬਹੁਤ ਉਲੀਕੇ ਸੀਗੇ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਹੈ ਤੇ ਇਸ ਲਈ ਸਾਰਾ ਸਾਲ ਪੰਜਾਬ ਸਰਕਾਰ ਨੇ ਪ੍ਰੋਗਰਾਮ ਉਲੀਕੇ ਸੀਗੇ, ਪਰ ਇਹ ਕਰੋਨਾ ਕਰਕੇ ਅਸੀਂ ਪ੍ਰੈਕਟੀਕਲੀ ਉਦਾਂ ਨਹੀਂ ਕਰ ਸਕੇ। ਪਰ ਇਸ ਰੂਪ ਵਿੱਚ ਜਿਹੜੀਆਂ ਗੱਲਾਂ ਕਰ ਰਹੇ ਹਾਂ, ਇਹ ਬਹੁਤ ਮੈਨੂੰ ਲੱਗਦਾ ਇਹ ਵੀ ਵੱਡੀਆਂ ਮਹੱਤਵਪੂਰਨ ਗੱਲਾਂ ਨੇ। ਔਰ ਤੁਸੀਂ ਜਿਹੜਾ ਨਾਟਕਾਂ ਦੇ ਬਾਰੇ 'ਚ ਸੈਮੀਨਾਰ ਵੈਬੀਨਾਰ ਆਯੋਜਿਤ ਕੀਤਾ ਹੈ, ਇਹ ਇਸ ਬਹਾਨੇ ਮੈਨੂੰ ਲੱਗਦਾ ਕਿ ਕਿਉਂਕਿ ਮੈਂ ਪਿਛਲੇ ਦਿਨਾਂ ਦੇ ਵਿੱਚ ਕਰੋਨਾ ਸਮਿਆਂ ਦੇ ਵਿੱਚ ਹੀ ਮੈਂ ਬਹੁਤ ਸਾਰੇ ਨਾਟਕ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਇਕੱਠੇ ਕੀਤੇ, ਉਹਨਾਂ ਨੂੰ ਇੱਕ ਪੁਸਤਕ ਦੇ ਰੂਪ ਦੇ ਵਿੱਚ ਵੀ, ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ, ਜਿਹੜੀ ਕਿ ਥੋੜੇ ਦਿਨਾਂ ਤੱਕ ਉਹ ਕਿਤਾਬ ਆ ਵੀ ਜਾਏਗੀ। ਔਰ ਇੱਕ ਨਾਟਕ ਮੈਂ ਆਪ ਵੀ ਲਿਖਿਆ, ਸੀਸ, ਜਿਹਦਾ ਜ਼ਿਕਰ ਹੁਣੇ ਡਾਕਟਰ ਸਾਹਿਬ ਸਿੰਘ ਹੋਰਾਂ ਨੇ ਕੀਤਾ। ਇਹ ਮੈਨੂੰ ਇਹ ਲੱਗਾ ਕਿ ਜਦੋਂ ਮੈਂ ਸਾਰਾ ਦੇਖ ਰਿਹਾ ਗੁਰੂ ਤੇਗ ਬਹਾਦਰ ਜੀ ਬਾਰੇ, ਕਿ ਜਦੋਂ ਡਾਕਟਰ ਹਰਚਰਨ ਸਿੰਘ ਹੋਰਾਂ ਨੇ ਨਾਟਕ ਲਿਖਿਆ, ਉਹ ਲਿਖਦੇ ਨੇ ਕਿ ਮੈਂ 1974 ਦੇ ਵਿੱਚ 10 ਦਿਨ ਵਾਸਤੇ ਦੇਹਰਾਦੂਨ ਰਿਹਾ ਤੇ ਉੱਥੇ ਬੈਠ ਕੇ ਮੈਂ ਨਾਟਕ ਲਿਖਿਆ, ਫਿਰ 75 ਵਿੱਚ ਖੇਡਿਆ ਗਿਆ। ਉਹ ਆਪਣੇ ਆਪ 'ਚ ਇਤਿਹਾਸਕ ਨਾਟਕ ਨੂੰ ਖੇਡਣ ਦੀ ਜਿਹੜੀ ਘਟਨਾ ਸੀਗੀ, ਉਹ ਵੀ ਬੜੀ ਇਤਿਹਾਸਕ ਪਲਾਂ ਵਾਲੀ ਸੀ ਔਰ ਉਹਨੂੰ ਖੇਡਣ ਵਾਲੇ ਲੋਕ ਵੀ ਬੜੇ ਇਤਿਹਾਸਕ ਸੀ। ਔਰ ਇਹ ਬੜੀ ਖੂਬਸੂਰਤ ਗੱਲ ਹੈ ਕਿ ਉਸ ਨਾਟਕ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਜਿੱਥੇ ਹਰਪਾਲ ਟਿਵਾਣਾ, ਨੀਨਾ ਟਿਵਾਣਾ ਵਰਗੇ ਐਕਟਰ ਸੀਗੇ, ਉਹਦੇ ਵਿੱਚ ਗੁਰਦਾਸ ਮਾਨ ਹੋਰਾਂ ਨੇ ਵੀ ਕੰਮ ਕੀਤਾ ਸੀਗਾ, ਉਹਦੇ ਵਿੱਚ ਰਾਜ ਬੱਬਰ ਨੇ ਵੀ ਕੰਮ ਕੀਤਾ ਸੀ ਉਸ ਨਾਟਕ 'ਚ। ਸੋ ਅਜਿਹੇ ਹੋਰ ਬਹੁਤ ਸਾਰੇ ਮਹੱਤਵਪੂਰਨ ਜਿਹੜੇ ਐਕਟਰ ਸੀਗੇ, ਉਹਨਾਂ ਉਸ ਨਾਟਕ ਦੇ ਵਿੱਚ ਸੀਗੇ। ਔਰ ਇਸੇ ਨਾਮ ਦੇ ਨਾਟਕ ਦੇ ਉੱਤੇ ਜਦੋਂ ਰਵਿੰਦਰ ਸਿੰਘ ਸੋਢੀ ਹੋਰਾਂ ਨੇ ਨਾਟਕ ਲਿਖਿਆ, ਜਿਸ ਨੂੰ ਬਾਅਦ 'ਚ ਜਗਜੀਤ ਸਰੀਨ ਹੋਰਾਂ ਨੇ ਨਿਰਦੇਸ਼ਨਾ ਕੀਤੀ, ਤੇ ਉਹ ਵੀ ਨਾਟਕ ਖੇਡਿਆ ਗਿਆ। ਔਰ
ਦਵਿੰਦਰ ਦਮਨ ਹੋਰਾਂ ਦਾ ਨਾਟਕ ਜਿਹੜਾ ਸੂਰਜ ਦਾ ਕਤਲ, ਫਿਰ ਗੁਰਸ਼ਰਨ ਭਾਜੀ ਦਾ ਜਿਹੜਾ ਨਾਟਕ ਗੁਰੂ ਲਾਧੋਰੇ ਆ, ਜਿਹਦਾ ਕਿ ਸ਼ਾਇਦ ਅਸੀਂ ਇਹਦੇ ਵਿੱਚ ਜ਼ਿਆਦਾ ਜ਼ਿਕਰ ਨਹੀਂ ਕੀਤਾ, ਉਹ ਨਾਟਕ ਬਹੁਤ ਅਲੱਗ ਤਰ੍ਹਾਂ ਦਾ ਨਾਟਕ ਹੈ, ਬੜਾ ਮਹੱਤਵਪੂਰਨ ਨਾਟਕ ਹੈ। ਉਹ ਗੁਰੂ ਤੇਗ ਬਹਾਦਰ ਜੀ ਦੇ ਉਸ ਪ੍ਰਸੰਗ ਦੇ ਵਿੱਚ ਉਹ ਗੱਲ ਕਰਦੇ ਆ ਜਦੋਂ ਬਾਬੇ ਬਕਾਲੇ ਦੇ ਵਿੱਚ ਗੁਰੂ ਲਾਧੋਰੇ ਵਾਲੀ ਘਟਨਾ ਜਿਹੜੀ ਹੋ ਰਹੀ ਹੈ। ਉਸ ਵੇਲੇ ਉਹ ਕਿਸੇ ਮੱਖਣ ਸ਼ਾਹ ਲਬਾਣਾ ਨੂੰ ਨਹੀਂ ਪੇਸ਼ ਕਰਦੇ, ਉਹ ਠੱਗਾਂ ਨੂੰ ਪੇਸ਼ ਕਰਦੇ ਆ ਔਰ ਬੜੀ ਖੂਬਸੂਰਤ ਗੱਲ ਕਰਦੇ ਆ ਕਿ ਨਾਇਕ ਪਛਾਣਨਾ ਬਹੁਤ ਔਖਾ ਹੈ। ਉਹ ਕਹਿੰਦੇ ਆ ਨਾਇਕ ਪਛਾਣੋ, ਯਾਨੀ ਕਿ ਉਹ ਉਹਨਾਂ ਸਮਿਆਂ ਨੂੰ ਸਾਡੇ ਅੱਜ ਦੇ ਸਮਿਆਂ ਨਾਲ ਜੋੜਦੇ ਆ ਕਿ ਜਦੋਂ ਅਸੀਂ ਅੱਜ ਵੋਟਾਂ ਦੀ ਰਾਜਨੀਤੀ ਦੇ ਵਿੱਚ ਵੀ ਪੈਂਦੇ ਆ ਤੇ ਅਸੀਂ ਆਪਣਾ ਨਾਇਕ ਕਿੱਦਾਂ ਪਛਾਣਨਾ ਹੈ। ਉਹ ਕਹਿੰਦੇ ਆ ਠੱਗਾਂ ਦੇ ਵਿੱਚੋਂ ਤੁਸੀਂ ਆਪਣਾ ਗੁਰੂ ਪਛਾਣਨਾ ਹੈ, ਉਹ ਕਿੱਦਾਂ ਪਛਾਣਨਾ ਹੈ। ਸੋ ਠੱਗਾਂ ਦੀਆਂ ਜਿਹੜੀਆਂ ਚਾਲਾਂ ਨੇ ਉਹਨਾਂ ਨੂੰ ਮੁੱਖ ਤੌਰ ਦੇ ਉੱਤੇ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਉਂਦੇ ਆ, ਉਹਨਾਂ ਦੀਆਂ ਠੱਗੀਆਂ ਨੂੰ ਸਾਹਮਣੇ ਲੈ ਕੇ ਆਉਂਦੇ ਆ ਔਰ ਉਹਦੇ ਵਿੱਚ ਜਿਹੜੇ ਭੋਲੇ ਭਾਲੇ ਲੋਕ ਹੈ ਉਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਲੈ ਕੇ ਆਉਂਦੇ ਆ। ਔਰ ਉਸੇ ਨਾਟਕ ਦਾ ਜਿਹੜਾ ਨਾ ਉਹ ਦੂਸਰਾ ਹਿੱਸਾ ਪੇਸ਼ ਕਰਦੇ ਆ, ਨਿਓਟਿਆਂ ਦੀ ਓਟ, ਗੁਰੂ ਲਾਧੋਰੇ ਦਾ ਦੂਜਾ ਹਿੱਸਾ ਜਿੱਥੇ ਨਾਟਕ ਖਤਮ ਹੁੰਦਾ ਔਰ ਉਹਦੇ ਵਿੱਚ ਉਹ ਤਲਵਾਰ ਦੀ ਮਹੱਤਤਾ ਦੀ ਗੱਲ ਕਰਦੇ ਆ। ਉਹ ਕਹਿੰਦੇ ਆ ਕਿ ਹੁਣ ਵਕਤ ਆ ਗਿਆ ਹੈ ਕਿ ਜਦੋਂ ਅਸੀਂ ਤਲਵਾਰ ਦੀ ਗੱਲ ਕਰੀਏ। ਫਿਰ ਜਦੋਂ ਗੁਰੂ ਗੋਬਿੰਦ ਸਿੰਘ ਵੀ ਇਹ ਤਲਵਾਰ ਜਿਹੜੀ ਆ ਚਲੋ ਅਸੀਂ ਭੇਟ ਕਰਕੇ ਆਈਏ ਗੁਰੂ ਤੇਗ ਬਹਾਦਰ ਨੂੰ, ਤਾਂ ਕਿ ਉਹ ਜਾ ਰਹੇ ਨੇ ਜਦੋਂ ਚਾਂਦਨੀ ਚੌਕ ਵੱਲ ਸ਼ਹੀਦੀ ਦੇਣ ਲਈ ਜਾ ਰਹੇ ਨੇ, ਜਦੋਂ ਅਨੰਦਪੁਰ ਸਾਹਿਬ ਤੋਂ ਤੁਰੇ ਨੇ ਤਾਂ ਉਸ ਵੇਲੇ ਜਿਹੜੇ ਤਲਵਾਰਾਂ ਬਣਾਉਣ ਵਾਲੇ ਨੇ ਉਹ ਤਲਵਾਰ ਉਹਨਾਂ ਨੂੰ ਦੇਣ ਜਾਂਦੇ, ਕਹਿੰਦੇ ਜਾਣ ਤੋਂ ਪਹਿਲਾਂ ਆਪਣੇ ਸਾਹਿਬਜ਼ਾਦੇ ਨੂੰ ਦੇ ਕੇ ਜਾਇਓ ਤਾਂ ਜੋ ਇਸ ਤਲਵਾਰ ਦੇ ਨਾਲ ਮਜ਼ਲੂਮਾਂ ਦੀ ਰਾਖੀ ਕੀਤੀ ਜਾ ਸਕੇ, ਉਹਨਾਂ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕੇ। ਸੋ ਮੈਂ ਸਮਝਦਾ ਕਿ ਇਹ ਨਾਟਕ ਬਿਲਕੁਲ ਅਲੱਗ ਸ਼ੈਲੀ ਵਿੱਚ ਗੁਰਸ਼ਰਨ ਭਾਜੀ ਨੇ ਲਿਖਿਆ ਔਰ ਬੜਾ ਮਹੱਤਵਪੂਰਨ ਨਾਟਕ ਜਿਹੜਾ ਅੱਜ ਦੇ ਸਮਿਆਂ ਵਿੱਚ ਇਹ ਬਣ ਕੇ ਆਉਂਦਾ ਹੈ। ਇਸੇ ਤਰ੍ਹਾਂ ਇੱਕ ਨਾਟਕ ਹੈ ਡਾਕਟਰ ਸੁਪ੍ਰਭਾ ਆਰਿਆ ਨੇ ਲਿਖਿਆ ਹੋਇਆ, ਡਾਕਟਰ ਸਰਬਜੀਤ ਸੋਹਲ ਹੋਰੀ ਰਾਤੀ ਗੱਲ ਕਰ ਰਹੇ ਸੀ ਇਸਤਰੀ ਨਾਟਕਕਾਰਾਂ ਬਾਰੇ। ਇਹ ਇਸਤਰੀ ਨਾਟਕਕਾਰਾਂ ਵੱਲੋਂ ਲਿਖਿਆ ਗਿਆ ਨਾਟਕ ਹੈ ਔਰ ਕਮਾਲ ਦੀ ਗੱਲ ਹੈ ਕਿ ਸੁਪ੍ਰਭਾ ਆਰਿਆ ਇੱਕ ਹਿੰਦੂ ਫੈਮਿਲੀ ਦੇ ਵਿੱਚੋਂ ਹੈ ਜਿਨ੍ਹਾਂ ਨੂੰ ਕਵਿਤਾ ਦੇ ਨਾਲ ਬੜਾ ਮੋਹ ਹੈ ਔਰ ਮੈਂ ਖੁਸ਼ਕਿਸਮਤ ਹਾਂ ਕਿ ਉਹ ਮੇਰੇ ਗੁਰੂ ਮਾਂ ਹੈ। ਮੈਨੂੰ ਬਚਪਨ ਵਿੱਚ ਸਕੂਲ 'ਚ ਉਹਨਾਂ ਨੇ ਨਾਟਕਾਂ ਦੀ ਸ਼ੁਰੂਆਤ ਕਰਵਾਈ, ਪਰ ਉਹਨਾਂ ਨਾਟਕ ਲਿਖਣੇ ਬਹੁਤ ਬਾਅਦ ਵਿੱਚ ਸ਼ੁਰੂ ਕੀਤੇ ਔਰ ਕਵਿਤਾ ਵਿੱਚ ਬਹੁਤਾ ਨਾਟਕ ਲਿਖਦੇ ਆ। ਪਰ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਬਾਰੇ ਜਿਹੜਾ ਨਾਟਕ ਲਿਖਿਆ ਇਹ ਕਮਾਲ ਦਾ ਨਾਟਕ ਹੈ। ਇਸ ਨਾਟਕ ਨੂੰ ਉਹ ਅੱਜ ਦੇ ਸਮਿਆਂ ਦੇ ਕਸ਼ਮੀਰ ਦੇ ਨਾਲ ਜੋੜਦੇ ਆ। ਜਦੋਂ ਕਸ਼ਮੀਰ ਦੇ ਵਿੱਚੋਂ ਕਸ਼ਮੀਰੀ ਪੰਡਤ ਹਿਜਰਤ ਕਰਕੇ ਜਾ ਰਹੇ ਨੇ ਔਰ ਉਸ ਵੇਲੇ ਨਾਲ ਨਾਲ ਇੱਕ ਸੀਨ ਉਹ ਗੁਰੂ ਤੇਗ ਬਹਾਦਰ ਜੀ ਦਾ ਉਹਨਾਂ ਸਮਿਆਂ ਦਾ ਜੋੜਦੇ ਆ ਜਦੋਂ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਜੀ ਦੇ ਕੋਲ ਗਏ ਆ ਕਿ ਸਾਡੇ ਧਰਮ ਦੀ ਰਾਖੀ ਕਰੋ, ਤੇ ਦੂਜੇ ਪਾਸੇ ਉਹ ਅੱਜ ਦੇ ਸਮਿਆਂ ਦੇ ਕਸ਼ਮੀਰੀਆਂ ਨੂੰ ਉਸ ਨਾਟਕ ਦੇ ਵਿੱਚ ਜੋੜਦੇ ਆ ਕਿ ਅੱਜ ਗੁਰੂ ਤੇਗ ਬਹਾਦਰ ਵਰਗਾ ਕੌਣ ਹੈ ਜਿਹੜਾ ਇਹਨਾਂ ਲਈ ਕੁਰਬਾਨੀ ਦੇਗਾ, ਜਿਹੜਾ ਇਹਨਾਂ ਦੀ ਰਾਖੀ ਕਰੇਗਾ। ਅੱਜ ਦੇ ਕਸ਼ਮੀਰੀਆਂ ਦੇ ਧਰਮ ਦੀ ਰਾਖੀ ਕੌਣ ਕਰੇਗਾ, ਜਿਹੜਾ ਇਹਨਾਂ ਨੂੰ ਇਹਨਾਂ ਦੇ ਖਿੱਤੇ ਵਿੱਚੋਂ ਬਾਹਰ ਨਹੀਂ ਕੱਢੇਗਾ। ਸੋ ਇਹ ਮੈਂ ਸਮਝਦਾ ਕਿ ਜਿਹੜਾ ਇਹ ਨਾਟਕ ਉਹਨਾਂ ਨੇ ਲਿਖਿਆ ਬਲ ਹੋਇਆ ਬੰਧਨ ਛੁੱਟੇ, ਸੋ ਇਹ ਬਹੁਤ ਖੂਬਸੂਰਤ ਨਾਟਕ ਹੈ ਜਿਹਨੂੰ ਅੱਜ ਦੇ ਸਮਿਆਂ ਨਾਲ ਜੋੜ ਕੇ ਉਹਨਾਂ ਨੇ ਲਿਖਿਆ। ਔਰ ਇੱਕ ਨਾਟਕ ਹੋਰ ਹੈ ਡਾਕਟਰ ਸ਼ਹਿਰਯਾਰ ਹੋਰੀ, ਕਿਉਂਕਿ ਤੁਸੀਂ ਉਹਨਾਂ ਨੂੰ ਬਹੁਤ ਪੋਇਟ ਦੇ ਤੌਰ ਤੇ ਅਸੀਂ ਸਾਰੇ ਜਾਣਦੇ ਹਾਂ, ਪਰ ਉਹਨਾਂ ਨਾਟਕ ਵੀ ਬੜੇ ਖੂਬਸੂਰਤ ਲਿਖੇ ਨੇ। ਉਹਨਾਂ ਨੇ 10-12 ਨਾਟਕ ਲਿਖੇ ਪਰ ਸਾਰੇ ਕਮਾਲ ਲਿਖੇ ਨੇ। ਉਹਨਾਂ ਜਿਹੜਾ ਲਿਖਿਆ ਸੀਸ ਦਿਆ ਪਰ ਸਿਰੜ ਨਾ ਛੱਡਿਆ, ਸੋ ਇਹ ਵੀ ਬਹੁਤ ਅਲੱਗ ਸ਼ੈਲੀ ਵਿੱਚ, ਕਾਵਕ ਸ਼ੈਲੀ ਵਿੱਚ ਲਿਖਿਆ ਹੋਇਆ ਡਾਕਟਰ ਸ਼ਹਿਰਯਾਰ ਹੋਰਾਂ ਦਾ ਇਹ ਨਾਟਕ ਹੈ। ਇੱਕ ਨਾਟਕ ਜਿਹਦਾ ਮੈਂ ਵਿਸ਼ੇਸ਼ ਤੌਰ ਤੇ ਜ਼ਿਕਰ ਕਰਨਾ ਚਾਹਾਂਗਾ ਉਹ ਬਲਦੇਵ ਸਿੰਘ ਹੋਰਾਂ ਨੇ ਆਪਣਾ, ਉਹਨਾਂ ਦਾ ਨਾਵਲ ਹੈ ਪੰਜਵਾਂ ਸਾਹਿਬਜ਼ਾਦਾ, ਉਹਨੂੰ ਹੀ ਉਹਨਾਂ ਨੇ ਇੱਕ ਪਾਤਰੀ ਨਾਟਕ ਦੇ ਰੂਪ ਵਿੱਚ ਵੀ ਘੜਿਆ। ਜਦੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਚਾਂਦਨੀ ਚੌਕ ਤੋਂ ਲੈ ਕੇ ਭਾਈ ਜੈਤਾ ਜੀ ਤੁਰਦੇ ਆ ਤੇ ਅਨੰਦਪੁਰ ਸਾਹਿਬ ਤੱਕ ਪਹੁੰਚਦੇ ਆ, ਉੱਥੋਂ ਦੀ ਜਿਹੜੀ ਗਾਥਾ ਉਹਨਾਂ ਨੇ ਇੱਕ ਪਾਤਰੀ ਨਾਟਕ ਦੇ ਰੂਪ ਚ ਬਹੁਤ ਅਲੱਗ, ਜਿਹੜੀ ਕਿ ਨਾਵਲ ਤੋਂ ਹਟ ਕੇ ਹੈ ਤਾਂ ਨਾਵਲ ਦਾ ਹਿੱਸਾ ਹੀ ਹੈ, ਪਰ ਇੱਕ ਪਾਤਰੀ ਨਾਟਕ ਵੀ ਮੈਂ ਸਮਝਦਾ ਇਹਨਾਂ ਸਮਿਆਂ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਇਸ ਘਟਨਾ ਦੇ ਬਾਰੇ ਚ ਜਿਹੜਾ ਉਹ ਸਾਡੇ ਕੋਲ ਆ ਜਾਂਦਾ ਹੈ। ਇਸੇ ਤਰ੍ਹਾਂ ਗੁਰਬਖਸ਼ ਕਲਸੀ ਹੋਰਾਂ ਦਾ ਇੱਕ ਹਿੰਦ ਦੀ ਚਾਦਰ ਨਾਟਕ ਹੈ, ਉਹ ਵੀ ਇਹਦੇ ਵਿੱਚ ਆਉਂਦਾ ਹੈ।
ਇੱਕ ਨਾਟਕ ਗੁਰਦਿਆਲ ਸਿੰਘ ਫੁੱਲ ਹੋਰਾਂ ਦਾ ਸਭ ਕੁਛ ਹੋ ਤੋਂ ਪਾਏ। ਇਹ ਨਾਟਕ ਜਿੱਥੋਂ ਸ਼ੁਰੂ ਹੁੰਦਾ ਹੈ, ਇਹ ਉੱਥੋਂ ਸ਼ੁਰੂ ਹੁੰਦਾ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋ ਜਾਂਦੀ ਹੈ, ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਪੀਰੀਅਡ ਆਉਂਦਾ ਹੈ। ਜਿਹੜਾ ਸਵਾਲ ਗੁਰੂ ਤੇਗ ਬਹਾਦਰ ਜੀ ਨੇ ਕੀਤਾ ਸੀ ਕਿ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋ ਤੋ ਪਾਏ, ਫਿਰ ਗੁਰੂ ਗੋਬਿੰਦ ਸਿੰਘ ਜੀ ਜਵਾਬ ਉਹਦਾ ਜਿਹੜਾ ਕਿ ਇਸ ਨਾਟਕ ਦੇ ਰਾਹੀਂ ਜਿਹੜੀਆਂ ਅਗਲੀਆਂ ਘਟਨਾਵਾਂ ਹੁੰਦੀਆਂ ਨੇ ਕਿ ਬਲ ਹੁਆ ਬੰਧਨ ਛੁਟੇ ਸਭ ਕੁਛ ਹੋ ਤੋ ਪਾਏ। ਸੋ ਸਭ ਕੁਛ ਹੋ ਤੋ ਪਾਏ ਦੇ ਕਨਸੈਪਟ ਨੂੰ ਡਾਕਟਰ ਗੁਰਦਿਆਲ ਸਿੰਘ ਫੁੱਲ ਹੋਰੀ ਜਿਹੜੇ ਆ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪੀਰੀਅਡ ਦੇ ਨਾਲ ਜੋੜ ਕੇ ਜਿਹੜਾ ਫਿਰ ਅੱਗੇ ਤੁਰਦੇ ਆ। ਜਿਹੜਾ ਮੈਂ ਇਹਨਾਂ ਸਮਿਆਂ ਦੇ ਵਿੱਚ ਉਸ ਨਾਟਕ ਦੀ ਮੈਂ ਗੱਲ ਕਰਨੀ ਚਾਹਾਂਗਾ, ਜਿਵੇਂ ਸ਼ੁਰੂ ਚ ਵਰਮਾ ਸਾਹਿਬ ਗੱਲ ਕਰ ਰਹੇ ਸੀਗੇ, ਜਿਹੜਾ ਨਾਟਕ ਮੈਂ ਪਿਛਲੇ ਸਮਿਆਂ ਦੇ ਵਿੱਚ ਲਿਖ ਸਕਿਆ ਕਿਉਂਕਿ ਮੈਂ ਇਹਨਾਂ ਸਾਰੇ ਨਾਟਕਾਂ ਦੇ ਪ੍ਰੋਸੈਸ ਦੇ ਵਿੱਚੋਂ ਗੁਜ਼ਰਿਆ, ਮੈਂ ਸਾਰੇ ਪੜ੍ਹੇ ਇਹ ਨਾਟਕ, ਔਰ ਇਹ ਨਾਟਕ ਜਦੋਂ ਮੈਂ ਪੜ੍ਹੇ ਤਾਂ ਮੈਂ ਦੇਖਿਆ ਕਿ ਕੋਈ ਨਾਟਕ ਤਾਂ ਸਿਰਫ ਜਿਵੇਂ ਮੱਖਣ ਸ਼ਾਹ ਦੀ ਗੱਲ ਕੀਤੀ ਸਾਹਿਬ ਸਿੰਘ ਨੇ ਕਿ ਉਸ ਘਟਨਾ ਬਾਰੇ ਆ, ਇੱਕ ਜਿਵੇਂ ਗੁਰਲਾਦੋਰੇ ਉਸ ਘਟਨਾ ਬਾਰੇ ਆ, ਜਿਹੜਾ ਹਿੰਦ ਦੀ ਚਾਦਰ ਸਿਰਫ ਗੁਰੂ ਤੇਗ ਬਹਾਦਰ ਜੀ ਦੇ ਲਾਸਟ ਪੀਰੀਅਡ ਬਾਰੇ। ਪਰ ਮੈਂ ਦੇਖਿਆ ਗੁਰੂ ਤੇਗ ਬਹਾਦਰ ਦੇ ਜਨਮ ਤੋਂ ਲੈ ਕੇ ਔਰ ਪਹਿਲੀਆਂ ਘਟਨਾਵਾਂ ਜਿਹੜੀ ਜੰਗ ਵੀ ਲੜੀ ਜਿੱਥੋਂ ਗੁਰੂ ਤੇਗ, ਜਿਨ੍ਹਾਂ ਨੂੰ ਤੇਗ ਬਹਾਦਰ ਦਾ ਰੁਤਬਾ ਮਿਲਿਆ, ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਤਿਆਗ ਮੱਲ ਨਹੀਂ ਤੂੰ ਤੇਗ ਬਹਾਦਰ ਹੈ, ਤੇ ਉਹ ਸਾਰੀਆਂ ਘਟਨਾਵਾਂ ਨੂੰ ਮੈਂ ਤੋਰਦਾ ਹੋਇਆ ਮੈਂ ਅਖੀਰ ਤੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਜਦੋਂ ਅਨੰਦਪੁਰ ਸਾਹਿਬ ਤੱਕ ਪਹੁੰਚਦਾ ਹੈ, ਭਾਈ ਜੈਤਾ ਜੀ ਲੈ ਕੇ ਜਾਂਦੇ ਨੇ, ਤੇ ਉਸ ਘਟਨਾ ਤੱਕ ਜਿਹੜਾ ਮੈਂ ਉਸ ਨਾਟਕ ਨੂੰ ਲੈ ਕੇ ਜਾਣਾ ਵਾਂ। ਔਰ ਮੈਂ ਉਸ ਗੱਲ ਦੇ ਉੱਤੇ ਵੀ ਬਹੁਤ ਜ਼ੋਰ ਦਿੱਤਾ ਇਹਦੇ ਵਿੱਚ ਕਿ ਜਿਹੜੀ ਗੱਲ ਇਹਦੇ ਵਿੱਚ ਉਹ ਗੁਰੂ ਤੇਗ ਬਹਾਦਰ ਜੀ ਨੂੰ ਅਸੀਂ ਕਿਉਂਕਿ ਸਿੱਧੇ ਰੂਪ ਚ ਪੇਸ਼ ਨਹੀਂ ਕਰ ਸਕਦੇ, ਪਰ ਇਹਦੇ ਵਿੱਚ ਮੈਂ ਜਿਹੜਾ ਕਹਿ ਲੋ ਕਿ ਇੱਕ ਸ਼ੈਲੀ ਜਿਹੜੀ ਕੋਰਸ ਦੀ ਵਰਤੀ, ਕੋਰਸ ਨਾਇਕ ਹੈ ਇੱਕ ਕਰੈਕਟਰ ਕਿ ਕੋਰਸ ਦਾ ਨਾਇਕ ਬਣ ਕੇ ਆਉਂਦਾ ਹੈ ਜਿਹੜਾ ਗੁਰੂ ਤੇਗ ਬਹਾਦਰ ਜੀ ਨੂੰ ਰਿਪਰੈਜ਼ੈਂਟ ਕਰਦਾ ਇਹਦੇ ਵਿੱਚ। ਔਰ ਜਦੋਂ ਔਰੰਗਜ਼ੇਬ ਗੱਲ ਕਰਦਾ ਹੈ ਤੇ ਉਸ ਵੇਲੇ ਕੋਰਸ ਨਾਇਕ ਉਹਨੂੰ ਔਰੰਗਜ਼ੇਬ ਨੂੰ ਕਹਿੰਦਾ ਹੈ ਕਿ ਸਾਡੇ ਗੁਰੂ ਜੀ ਕਹਿੰਦੇ ਨੇ ਕਿ ਨਾ ਤੇ ਅਸੀਂ ਧੱਕੇ ਦੇ ਨਾਲ ਜਿਹੜਾ ਕਿ ਜਨੇਊ ਪਾਉਨੇ ਆ, ਇਹ ਗੁਰੂ ਨਾਨਕ ਦੇਵ ਜੀ ਦੀ ਉੱਡਦਾ ਜਨੇਊ, ਨਾ ਤੇ ਅਸੀਂ ਧੱਕੇ ਨਾਲ ਜਨੇਊ ਪਾਉਨੇ ਆ ਤੇ ਨਾ ਹੀ ਅਸੀਂ ਧੱਕੇ ਨਾਲ ਕਿਸੇ ਦਾ ਜਨੇਊ ਲਾਉਣ ਦਿੰਦੇ ਆ। ਯਾਨੀ ਧਰਮ ਦੀ ਰਾਖੀ ਲਈ, ਉਹ ਅਣਖ ਦੀ ਰਾਖੀ ਲਈ ਉਹ ਜਨੇਊ ਦੀ ਗੱਲ ਜਿਹੜੀ ਆ ਗੁਰੂ ਨਾਨਕ ਦੇਵ ਦੇ ਸਫ਼ਰ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਦੇ ਸਫ਼ਰ ਤੱਕ ਜਿਹੜੀ ਹੈ ਇਸ ਰੂਪ ਵਿੱਚ ਜਿਹੜੀ ਜੁੜਦੀ ਹੈ। ਔਰ ਦੂਜੀ ਗੱਲ ਮੈਂ ਦੇਖੀ ਕਿ ਬਾਬਾ ਨਾਨਕ ਜੀ ਤੋਂ ਬਾਅਦ ਅਗਰ ਸਭ ਤੋਂ ਵੱਧ ਜਿਹੜਾ ਟਰੈਵਲ ਕਰਨ ਵਾਲੇ ਕੋਈ ਗੁਰੂ ਜੀ ਨੇ ਤੇ ਉਹ ਗੁਰੂ ਤੇਗ ਬਹਾਦਰ ਜੀ ਨੇ, ਔਰ ਬਹੁਤ ਉਹਨਾਂ ਥਾਵਾਂ ਦੇ ਉੱਤੇ ਉਹ ਜਾਂਦੇ ਨੇ ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਗਏ। ਉਹ ਢਾਕੇ ਤੱਕ ਵੀ ਪਹੁੰਚਦੇ ਆ, ਜਦੋਂ ਢਾਕੇ ਪਹੁੰਚਦੇ ਤੇ ਉੱਥੇ ਹੀ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੀ ਜਿਹੜੀ ਖਬਰ ਵੀ ਉਹਨਾਂ ਨੂੰ ਢਾਕੇ ਦੇ ਵਿੱਚ ਹੀ ਮਿਲਦੀ ਹੈ। ਉੱਥੋਂ ਫਿਰ ਉਹ ਵਾਪਸੀ ਅਸਾਮ ਦੇ ਰਾਹੀਂ ਤੇ ਯਾਨੀ ਉਹ ਸਾਰੀਆਂ ਥਾਵਾਂ ਦੇ ਉੱਤੇ ਗੁਰੂ ਤੇਗ ਬਹਾਦਰ ਜੀ ਜਾਂਦੇ ਆ। ਸੋ ਮੈਂ ਆਪਣੇ ਉਸ ਸੀਸ ਨਾਟਕ ਦੇ ਵਿੱਚ ਉਸ ਚੀਜ਼ ਨੂੰ ਵੀ ਮੈਂ ਉਸ ਜਿਹੜੀ ਜਰਨੀ ਹੈ ਗੁਰੂ ਤੇਗ ਬਹਾਦਰ ਜੀ ਦੀ ਉਹਨੂੰ ਵੀ ਕਾਫੀ ਹਾਈਲਾਈਟ ਕੀਤਾ, ਔਰ ਉਸ ਚੀਜ਼ ਨੂੰ ਮੈਂ ਹਾਈਲਾਈਟ ਕਰਨ ਦੀ ਉਹਦੇ ਵਿੱਚ ਕੋਸ਼ਿਸ਼ ਕੀਤੀ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਕਿ ਗੁਰਗੱਦੀ ਜਿਹੜੀ ਆ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਤੋਂ ਬਾਅਦ ਇਮੀਡੀਏਟਲੀ ਨਹੀਂ ਦਿੱਤੀ। ਗੁਰੂ ਹਰਰਾਏ ਸਾਹਿਬ ਆਉਂਦੇ ਆ, ਗੁਰੂ ਹਰਕ੍ਰਿਸ਼ਨ ਜੀ ਆਉਂਦੇ ਆ, ਔਰ ਇਸ ਪੀਰੀਅਡ ਦੇ ਦੌਰਾਨ 20 ਸਾਲ ਗੁਰੂ ਤੇਗ ਬਹਾਦਰ ਜੀ ਤਪ ਕਰਦੇ ਆ, ਜਪ ਕਰਦੇ ਆ, ਔਰ ਉਹ ਆਪਣੇ ਆਪ ਨੂੰ ਤਿਆਰ ਕਰ ਰਹੇ ਆ। ਯਾਨੀ ਇਹ ਬੜੀ ਵੱਡੀ ਮਹੱਤਵਪੂਰਨ ਗੱਲ ਹੈ ਗੁਰੂ ਤੇਗ ਬਹਾਦਰ ਜੀ ਬਾਰੇ ਕਿ ਉਹ ਆਪਣੇ ਆਪ ਦੀ ਤਿਆਰੀ ਕਰਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਕੁਰਬਾਨੀ ਦੀ ਲੋੜ ਪੈਣੀ ਹੈ। ਉਹ ਕੁਰਬਾਨੀ ਦੇਣ ਲਈ ਆਪਣੇ ਆਪ ਨੂੰ ਤਿਆਰ ਕਰ ਰਹੇ ਨੇ। ਜਦੋਂ ਉਹ ਤਿਆਰ ਹੋ ਜਾਂਦੇ ਆ ਤੇ ਉਸ ਵੇਲੇ ਗੁਰੂ ਲਾਦੋਰੇ ਵਾਲੀ ਜਿਹੜੀ ਫਿਰ ਉਹ ਘਟਨਾ ਆਉਂਦੀ ਹੈ ਕਿ ਹੁਣ ਗੁਰੂ ਸਾਨੂੰ ਲੱਭ ਗਿਆ, ਔਰ ਅਜਿਹਾ ਗੁਰੂ ਜਿਹਨੇ ਕੁਰਬਾਨੀ ਦੇਣੀ ਹੈ ਉਹਨਾਂ ਸਮਿਆਂ ਦੇ ਵਿੱਚ। ਮੈਂ ਇਹਦੇ ਬਾਰੇ ਜਿਹੜਾ ਮੈਂ ਨਾਟਕ ਜਿਹੜੀ ਡਾਕਟਰ ਸਾਹਿਬ ਸਿੰਘ ਸੀਸ ਦੀ ਗੱਲ ਕਰ ਰਹੇ ਸੀ, ਮੈਂ ਉਹਦੇ ਬਾਰੇ ਤੁਹਾਡੇ ਨਾਲ ਜ਼ਰੂਰ ਗੱਲ ਕਰਨੀ ਚਾਹਾਂਗਾ ਕਿਉਂਕਿ ਮੇਰੇ ਮਨ ਦੇ ਅੰਦਰ ਜਦੋਂ ਮੈਂ ਇਹ ਸਾਰਾ ਕੁਝ ਪੜ੍ਹ ਰਿਹਾ ਸੀ, ਮੈਂ ਭਗਤ ਸਿੰਘ ਨੂੰ ਵੀ ਪੜ੍ਹਿਆ, ਮੈਂ ਦੇਖਿਆ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਾਡੇ ਉਹਨਾਂ ਸਮਿਆਂ ਦੇ ਵਿੱਚ ਸਭ ਤੋਂ ਪਹਿਲੀ ਵੱਡੀ ਸ਼ਹਾਦਤ ਆਉਂਦੀ ਹੈ।
फिर अगले पासे गुरु तेग बहादुर जी, छोटे साहिबजादे, सारियां शहादतां दे फिर कई दौर चलदे अगले पासे। मैं वेख्या कि ਉਹ ਜਦੋਂ ਕੋਰਸ ਨਾਇਕ ਨੂੰ ਔਰੰਗਜ਼ੇਬ ਕਹਿੰਦਾ ਹੈ ਕਿ ਆਪਣੇ ਗੁਰੂ ਨੂੰ ਕਹੋ ਕਿ ਜਾਂ ਤਾਂ ਉਹ ਆਪਣਾ ਆਪਣਾ ਧਰਮ ਛੱਡ ਦੇਵੇ ਜਾਂ ਫਿਰ ਉਹ ਕੋਈ ਕਰਾਮਾਤ ਦਿਖਾਵੇ, ਨਹੀਂ ਤਾਂ ਫਿਰ ਸ਼ਹਾਦਤ ਲਈ ਆਪਣਾ ਸਿਰ ਦੇਣ ਲਈ ਤਿਆਰ ਹੋ ਜਾਏ। ਤੇ ਕੋਰਸ ਨਾਇਕ ਉਹ ਕਹਿੰਦਾ ਕਿ ਪਹਿਲੀਆਂ ਦੋਵੇਂ ਗੱਲਾਂ ਮਨਜ਼ੂਰ ਨਹੀਂ ਹੈ, ਤੀਜੀ ਗੱਲ ਸਾਨੂੰ ਮਨਜ਼ੂਰ ਹੈ ਸਾਡੇ ਗੁਰੂ ਨੂੰ। ਸਾਡੇ ਗੁਰੂ ਉਹ ਨਾ ਫਿਰ ਉੱਥੇ ਇੱਕ ਡਾਇਲੌਗ ਹੈ ਜਿਹੜਾ ਤੁਹਾਨੂੰ ਮੈਂ ਸਾਂਝਾ ਕਰ ਰਿਹਾ। ਉਹ ਕਹਿੰਦਾ ਹਾਂ ਤੀਜੀ ਗੱਲ ਸਾਡੇ ਵਾਸਤੇ ਸਾਡੇ ਗੁਰੂ ਜੀ ਤਿਆਰ ਨੇ। ਔਰੰਗਜ਼ੇਬ ਤੂੰ ਸਿਰ ਨੂੰ ਧੜ ਤੋਂ ਅਲੱਗ ਕਰ ਦੇਂਗਾ, ਪਰ ਸਾਡੇ ਗੁਰੂ ਦਾ ਸੀਸ ਹਮੇਸ਼ਾ ਹਮੇਸ਼ਾ ਤੇਰੇ ਚਾਂਦਨੀ ਚੌਕ ਦੇ ਵਿੱਚ ਬੰਗਾਰ ਬਣ ਕੇ ਸਾਡੇ ਨਾਲ ਰਹੇਗਾ। ਇੱਥੇ ਮੈਂ ਇਹ ਸੀਸ ਜਿਹੜਾ ਸੀਸਗੰਜ ਗੁਰਦੁਆਰਾ ਜਿਹੜਾ ਵੀ ਉਹ ਹਮੇਸ਼ਾ ਹਮੇਸ਼ਾ ਸੀਸਗੰਜ ਗੁਰਦੁਆਰਾ ਅੱਜ ਵੀ ਸਾਨੂੰ ਜਿਹੜਾ ਕਿ ਉਹ ਜਿਹੜਾ ਸਾਨੂੰ ਤਾਕਤ ਦਿੰਦਾ ਹੈ। ਜਦੋਂ ਵੀ ਅਸੀਂ ਚਾਂਦਨੀ ਚੌਕ 'ਚ ਜਾਂਦੇ ਹਾਂ ਤਾਂ ਸੀਸ ਦਾ ਜਿਹੜਾ ਕਨਸੈਪਟ ਹੈ ਉਹ ਚਾਂਦਨੀ ਚੌਕ ਦੇ ਵਿੱਚ ਅੱਜ ਵੀ ਜ਼ਿੰਦਾ ਹੈ, ਉਹ ਸਾਡੇ ਸਾਹਮਣੇ ਹੈ। ਫਿਰ ਔਰੰਗਜ਼ੇਬ ਉਹਨੂੰ ਪੁੱਛਦਾ ਹੈ ਕਿ ਇਹ ਸੀਸ ਕੀ ਚੀਜ਼ ਹੈ, ਤੇ ਉੱਥੇ ਫਿਰ ਜਿਹੜਾ ਕੋਰਸ ਹੈ ਉਹ ਫਿਰ ਕੋਰਸ ਨਾਇਕ ਕਹਿੰਦਾ ਹੈ ਕਿ ਸੀਸ ਨਾਮ ਹੈ ਕੁਰਬਾਨੀ ਦਾ, ਸੀਸ ਨਾਮ ਹੈ ਕਿਸੇ ਦਾਨੀ ਦਾ, ਸੀਸ ਤਲੀ ਤੇ ਜੋ ਟਿਕਾਉਂਦਾ ਹੈ ਕਰਾਮਾਤ ਨਾ ਉਹ ਵਿਖਾਉਂਦਾ ਹੈ। ਸੀਸ ਨਾਮ ਹੈ ਪਰਖਾਂ ਦਾ, ਸੀਸ ਨਾਮ ਹੈ ਅਣਖਾਂ ਦਾ, ਸੀਸ ਧਰਮ ਦੇ ਲੇਖੇ ਜੋ ਲਾਉਂਦਾ ਹੈ ਹਿੰਦ ਦੀ ਚਾਦਰ ਕਹਿਲਾਉਂਦਾ ਹੈ। ਸੀਸ ਦੇ ਕੇ ਜ਼ਾਲਮ ਨੂੰ ਵੰਗਾਰਨਾ, ਸ਼ਹੀਦਾਂ ਦੀਆਂ ਪੈੜਾਂ ਨੂੰ ਸ਼ਿੰਗਾਰਨਾ, ਸਿਰ ਤਾਂ ਸਭ ਦੇ ਕੋਲ ਹੈ ਪਰ ਸੀਸ ਕਿਸੇ ਕਿਸੇ ਕੋਲ ਹੈ। ਸੀਸ ਅੱਜ ਹੈ ਤੇ ਕੱਲ ਹੈ, ਸੀਸ ਦਿੱਤਿਆਂ ਹੀ ਬਣਦੀ ਗੱਲ ਹੈ, ਸੀਸ ਯਾਰ ਵੀ ਤੇ ਪਿਆਰ ਵੀ, ਇਤਿਹਾਸ ਦਾ ਸ਼ਿੰਗਾਰ ਵੀ। ਸੋ ਸੀਸ ਜਿਹੜਾ ਮੈਂ ਉਹਦੇ ਵਿੱਚ ਬਾਰ-ਬਾਰ ਉਸ ਗੱਲ ਤੇ ਜ਼ੋਰ ਦਿੱਤਾ ਕਿ ਸਿਰ ਤਾਂ ਸਾਡੇ ਸਾਰਿਆਂ ਦੇ ਕੋਲ ਹੈ ਪਰ ਸੀਸ ਕਿਸੇ ਕਿਸੇ ਕੋਲ ਹੁੰਦਾ ਹੈ ਜਿਹੜਾ ਕੁਰਬਾਨੀ ਲਈ ਅਸੀਂ ਕੋਈ ਤਿਆਰ ਹੁੰਦਾ ਵਾ। ਔਰ ਇਹ ਮੈਂ ਜਦੋਂ ਇਹਨਾਂ ਦਿਨਾਂ 'ਚ ਇਹ ਵੀ ਪੜ੍ਹ ਰਿਹਾ ਮੈਂ ਦੇਖਿਆ ਕਿ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਜਾਂਦਾ, ਇਹਦੇ ਵਿੱਚ ਮੈਂ ਉਹ ਵੀ ਕਨਸੈਪਟ ਲਿਆਂਦਾ ਇਹਦੇ ਵਿੱਚ ਨਾਟਕ ਦੇ ਵਿੱਚ ਕਿ ਔਰੰਗਜ਼ੇਬ ਦੀ ਬੇਟੀ ਜ਼ੈਬੁਨਿਸਾ ਜਿਹੜੀ ਸੀ ਉਹ ਗੁਰੂ ਤੇਗ ਬਹਾਦਰ ਜੀ ਦੀ ਬਹੁਤ ਭਗਤ ਸੀ। ਔਰ ਕਿਉਂਕਿ ਉਹ ਫਕੀਰਾਂ ਦੇ ਨਾਲ ਦਾਰਾ ਸ਼ਿਕੋਹ ਦੀ ਭਤੀਜੀ ਸੀ, ਦਾਰਾ ਸ਼ਿਕੋਹ ਨੂੰ ਵੀ ਮੰਨਦੀ ਸੀ, ਉਹ ਪੋਇਟਰੀ ਲਿਖਦੀ ਸੀ ਔਰ ਉਹਨੇ ਵੀ ਕੋਸ਼ਿਸ਼ ਕੀਤੀ ਕਿ ਗੁਰੂ ਤੇਗ ਬਹਾਦਰ ਜੀ ਨੂੰ ਕਿਵੇਂ ਇੱਥੋਂ ਉਹ ਕਹਿੰਦੀ ਹੈ ਉਹ ਕੋਤਵਾਲ ਨੂੰ ਕਿ ਗੁਰੂ ਤੇਗ ਬਹਾਦਰ ਜੀ ਨੂੰ ਕੈਦ ਵਿੱਚੋਂ ਕੱਢੋ, ਪਰ ਗੁਰੂ ਤੇਗ ਬਹਾਦਰ ਜੀ ਕਹਿੰਦੇ ਕਿ ਅਸੀਂ ਵੀ ਤੇਰਾ ਸ਼ੁਕਰੀਆ ਪਰ ਅਸੀਂ ਇੱਥੋਂ ਜਾਵਾਂਗੇ ਨਹੀਂ, ਬਾਹਰ ਜਾ ਕੇ ਕੀ ਅਸੀਂ ਲੁਕ ਲੁਕ ਕੇ ਜੀਵਨ ਗੁਜ਼ਾਰਾਂਗੇ। ਕਹਿੰਦੇ ਅਸੀਂ ਕੁਰਬਾਨੀ ਦੇਣ ਲਈ ਆਏ ਆ, ਅਸੀਂ ਕੁਰਬਾਨੀ ਹੀ ਦੇਵਾਂਗੇ। ਇਹ ਕਨਸੈਪਟ ਜਿਹੜਾ ਕੁਰਬਾਨੀ ਦਾ ਵੀ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ, ਕਿਵੇਂ ਸਾਡੇ ਇਤਿਹਾਸ ਦੀਆਂ ਪੈੜਾਂ ਬਣਦੀਆਂ। ਇਹ ਗੱਲ ਜਦੋਂ ਅਸੀਂ ਭਗਤ ਸਿੰਘ ਦੇ ਬਾਰੇ 'ਚ ਵੀ ਦੇਖਦੇ ਹਾਂ ਤੇ ਭਗਤ ਸਿੰਘ ਨੂੰ ਵੀ ਜੇਲ੍ਹ ਵਿੱਚੋਂ ਕਹਿੰਦੇ ਨੇ ਬਹੁਤ ਸਾਰੇ ਉਹਦੇ ਸਾਥੀ ਕਹਿੰਦੇ ਵੀ ਅਸੀਂ ਤੈਨੂੰ ਕੱਢ ਕੇ ਲੈ ਜਾਂਦੇ ਹਾਂ, ਪਰ ਭਗਤ ਸਿੰਘ ਨੂੰ ਪਤਾ ਹੈ ਕਿ ਇਸ ਜਗ੍ਹਾ ਦੇ ਉੱਤੇ ਆ ਕੇ ਜੇ ਮੈਂ ਮੇਰੀ ਫਾਂਸੀ ਦਿੱਤਿਆਂ ਜੋ ਗੱਲ ਬਣਨੀ ਹੈ ਉਹ ਜਿਹੜੀ ਮੇਰੇ ਬਾਹਰ ਨਿਕਲਿਆ ਗੱਲ ਨਹੀਂ ਬਣਨੀ। ਸੋ ਇਤਿਹਾਸ ਜਿਹੜਾ ਭਗਤ ਸਿੰਘ ਨੂੰ ਵੀ ਕਿਵੇਂ ਜਿਹੜਾ ਪ੍ਰੇਰਦਾ, ਔਰ ਇਹ ਸਾਨੂੰ ਇਤਿਹਾਸ ਅੱਜ ਵੀ ਪ੍ਰੇਰਦਾ ਵਾ ਕਿ ਅਸੀਂ ਜਦੋਂ ਸੀਸ ਦੀ ਗੱਲ ਕਰੀਏ, ਅਣਖਾਂ ਦੀ ਗੱਲ ਕਰੀਏ, ਔਰ ਇਹ ਵਕਤ ਹੈ ਜਿਹੜਾ ਕਿ ਸਾਡੇ ਕੋਲ ਗੁਰੂ ਤੇਗ ਬਹਾਦਰ ਜੀ ਦੇ ਇਹ ਜਿਹੜੀ 400 ਸਾਲਾ ਸ਼ਤਾਬਦੀ ਹੈ। ਔਰ ਮੈਨੂੰ ਲੱਗਦਾ ਜਿਹੜੀ ਵਰਮਾ ਜੀ ਨੇ ਗੱਲ ਕਹੀ ਸੀ ਕਿ ਇਹਦੀ ਗੱਲ ਆਪਾਂ ਸਾਰਾ ਸਾਲ ਕਰਦੇ ਰਹੀਏ। ਇਹਨੂੰ ਅਸੀਂ ਬੇਸ਼ੱਕ ਅਸੀਂ ਕਰੋਨਾ ਪੀਰੀਅਡ ਦੇ ਵਿੱਚ ਨਾਟਕ ਨਹੀਂ ਖੇਡ ਸਕਦੇ ਪਏ, ਪਰ ਮੈਨੂੰ ਲੱਗਦਾ ਕਿ ਜਦੋਂ ਹੋਰ 2-4 ਮਹੀਨਿਆਂ ਨੂੰ ਅਸੀਂ ਬਹੁਤ ਜ਼ਿਆਦਾ ਪੋਜ਼ਿਟਿਵ ਆ ਕਿ ਚੰਗੀ ਆਉਣ ਵਾਲੇ 2-4 ਮਹੀਨਿਆਂ ਦੇ ਵਿੱਚ ਚੰਗੀਆਂ ਖਬਰਾਂ ਵੀ ਆਉਣਗੀਆਂ ਕਿ ਅਸੀਂ ਫਿਰ ਤੋਂ ਉਸੇ ਤਰ੍ਹਾਂ ਕੰਮ ਕਰਾਂਗੇ, ਵਿਚਰਾਂਗੇ, ਨੱਚਾਂਗੇ, ਗਾਵਾਂਗੇ ਵੀ, ਨਾਟਕ ਵੀ ਖੇਡਾਂਗੇ, ਗੁਰੂ ਸਾਹਿਬ ਦੀ ਸ਼ਤਾਬਦੀ ਵੀ ਮਨਾਵਾਂਗੇ। ਔਰ ਗੁਰੂ ਤੇਗ ਬਹਾਦਰ ਜੀ ਦੀ ਸ਼ਤਾਬਦੀ ਦੇ ਵਿੱਚ ਇਹ ਸਾਰੇ ਨਾਟਕ ਜਿਹੜੇ ਮੈਂ ਤਕਰੀਬਨ ਮੇਰੇ ਕੋਲ 14-15 ਇਹ ਨਾਟਕ ਨੇ ਜਿਹੜੇ ਅਸੀਂ ਇਕੱਠੇ ਕੀਤੇ ਨੇ। ਔਰ ਇਹ ਸਾਰੇ ਨਾਟਕ ਜਿਹੜੇ ਅਸੀਂ ਵੱਖ-ਵੱਖ ਟੀਮਾਂ ਕੋਲੋਂ ਤਿਆਰ ਕਰਵਾ ਕੇ ਅਸੀਂ ਖਡਵਾਵਾਂਗੇ ਵੀ। ਇਹ ਨਾਟਕ ਜਿਹੜੇ ਆ ਅਸੀਂ ਪੰਜਾਬ ਸੰਗੀਤ ਨਾਟਕ ਅਕੈਡਮੀ ਵੱਲੋਂ ਇਹ ਕੰਮ ਕਰਾਂਗੇ, ਪਰ ਕਿਉਂਕਿ ਪੰਜਾਬ ਸਾਹਿਤ ਅਕੈਡਮੀ ਨੇ ਜਿਹੜਾ ਇਹ ਕੰਮ ਕੀਤਾ ਹੈ ਮੈਂ ਸਮਝਦਾ ਇਹ ਉਸੇ ਲੜੀ ਦਾ ਇੱਕ ਹਿੱਸਾ ਆ, ਉਸੇ ਲੜੀ ਦੀ ਇੱਕ ਸ਼ੁਰੂਆਤ ਹੈ ਕਿ ਜਿਹੜੇ ਨਾਟਕਾਂ ਦੀ ਪੇਸ਼ਕਾਰੀ ਤੋਂ ਪਹਿਲਾਂ ਉਹਨਾਂ ਨਾਟਕਾਂ ਦੇ ਬਾਰੇ 'ਚ ਐਨਾਲਿਸਿਸ ਕੀਤਾ ਜਾਏ ਕਿ ਉਹ ਨਾਟਕ ਹੈ ਕੀ ਨੇ, ਉਹ ਨਾਟਕ ਅਸੀਂ ਕਿਵੇਂ ਖੇਡਣੇ ਨੇ,
ਉਹਨਾਂ ਨਾਟਕਾਂ ਦੇ ਵਿੱਚ ਨਾਟਕਕਾਰ ਕਹਿਣਾ ਕੀ ਚਾਹੁੰਦੇ ਨੇ, ਉਹਨਾਂ ਸਮਿਆਂ ਦੇ ਵਿੱਚ ਅਸੀਂ ਗੱਲ ਕੀ ਕਰਨੀ ਹੈ, ਅੱਜ ਦੇ ਸਮਿਆਂ 'ਚ ਅਸੀਂ ਕੀ ਗੱਲ ਕਰਨੀ ਹੈ। ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਮੌਕਾ ਤੁਸੀਂ ਬਣਾਇਆ ਹੈ, ਡਾਕਟਰ ਕੁਲਦੀਪ ਜੀ, ਮੈਡਮ ਸੋਹਲ ਜੀ ਔਰ ਡਾਕਟਰ ਸਤੀਸ਼ ਵਰਮਾ ਜੀ, ਸਾਹਿਤ ਅਕੈਡਮੀ ਵਾਲੇ ਸਾਰੇ ਦੋਸਤੋ, ਸੋ ਬਹੁਤ ਸ਼ੁਕਰੀਆ। ਔਰ ਮੇਰਾ ਖਿਆਲ ਹੈ ਕਿ ਇਹ ਲੜੀ ਜਿਹੜੀ ਹੈ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਬਹੁਤ ਸ਼ੁਕਰੀਆ। ਬਹੁਤ ਅੱਛਾ। ਕੁਲਦੀਪ ਤੁਹਾਡਾ ਮਾਈਕ ਆਨ ਨਹੀਂ ਹੈ। जी बहुत बहुत धन्यवाद धालीवाल साहब, ਤੁਸੀਂ ਬਹੁਤ ਖੂਬਸੂਰਤ ਚਰਚਾ ਕੀਤੀ ਹੈ ਤੇ ਇਸ ਚਰਚਾ ਨੇ ਆਧਾਰ ਬਣਨਾ ਅਗਲਾ ਪੂਰਾ ਸਾਲ ਜਦੋਂ ਅਸੀਂ ਹੋਰ ਸੈਮੀਨਾਰ ਕਰਾਂਗੇ, ਹੋਰ ਚਿੰਤਨ ਕਰਾਂਗੇ, ਤਾਂ ਉਦੋਂ ਅੱਜ ਦਾ ਜਿਹੜਾ ਸੈਮੀਨਾਰ ਦੇ ਵਿੱਚ ਹੋਈ ਚਰਚਾ ਹੈ ਉਸ ਸਾਰੇ ਚਿੰਤਨ ਦਾ ਆਧਾਰ ਬਣੇਗੀ। ਮੈਨੂੰ ਇਹ ਉਮੀਦ ਹੈ। ਇਸ ਦਵਿੰਦਰ ਜੀ ਤੁਸੀਂ ਮੇਰੀ ਆਵਾਜ਼ ਨੂੰ ਸੁਣ ਰਹੇ ਹੋ? जी सर, ਤੁਹਾਡੀ ਆਵਾਜ਼ ਮੈਨੂੰ ਆ ਰਹੀ ਹੈ। ਮੇਰੀ ਆਵਾਜ਼ ਜੀ ਆ ਰਹੀ ਹੈ? ਤੁਹਾਡੀ ਆਵਾਜ਼ ਵੀ ਆ ਰਹੀ ਜੀ, ਹੈ। ਤੁਹਾਡਾ ਬਹੁਤ ਬਹੁਤ ਸਵਾਗਤ। ਤੇ ਤੁਸੀਂ ਹੁਣ ਜਿਹੜੀ ਆਪਣੀ ਗੱਲ ਕਰਨੀ ਹੈ ਇਤਿਹਾਸਕ ਨਾਟਕਾਂ ਦੇ ਪ੍ਰਸੰਗ ਦੇ ਵਿੱਚ, ਗੁਰੂ ਤੇਗ ਬਹਾਦਰ ਸਾਹਿਬ ਦੇ ਨਾਟਕਾਂ ਦੇ ਪ੍ਰਸੰਗ ਦੇ ਵਿੱਚ, ਪਲੀਜ਼ ਤੁਹਾਡਾ ਸਵਾਗਤ ਹੈ ਤੇ ਆਪਣੀ ਗੱਲ। ਜੀ ਸਰ, ਸਤਿਕਾਰਯੋਗ ਮੈਡਮ ਡਾਕਟਰ ਸਰਬਜੀਤ ਕੌਰ ਸੋਹਲ, ਮੇਰੇ ਗੁਰੂ ਡਾਕਟਰ ਸਤੀਸ਼ ਕੁਮਾਰ ਵਰਮਾ ਜੀ, ਡਾਕਟਰ ਕੇਵਲ ਧਾਲੀਵਾਲ ਸਰ ਤੇ ਡਾਕਟਰ ਸਾਹਿਬ ਸਿੰਘ, ਡਾਕਟਰ ਕੁਲਦੀਪ ਸਰ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਵੈਬੀਨਾਰ ਵਿੱਚ ਸ਼ਾਮਲ ਹੋਣ ਦਾ ਤੇ ਅੱਜ ਆਪਣੇ ਥੋੜੇ ਜਿਹੇ ਵਿਚਾਰ ਪੇਸ਼ ਕਰਨ ਦਾ ਮੌਕਾ ਦਿੱਤਾ ਹੈ। ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਟਕਾਂ ਦੇ ਸੰਵਾਦ ਦੇ ਵਿੱਚ ਮੈਂ ਰਵਿੰਦਰ ਸਿੰਘ ਸੋਢੀ ਦੇ ਨਾਟਕ ਹਿੰਦ ਦੀ ਚਾਦਰ ਬਾਰੇ ਆਪਣੇ ਕੁਝ ਵਿਚਾਰ ਸਾਂਝੇ ਕਰਾਂਗੀ। ਪਰ ਉਸ ਤੋਂ ਪਹਿਲਾਂ ਮੈਂ ਇਤਿਹਾਸਿਕ ਨਾਟਕਾਂ ਦੇ ਬਾਰੇ ਦੋ ਮਸਲੇ ਜ਼ਰੂਰ ਸਾਂਝੇ ਕਰਨੇ ਚਾਹੁੰਦੀ ਹਾਂ, ਕਿਉਂਕਿ ਬਹੁਤ ਸਾਰੇ ਇਤਿਹਾਸਿਕ ਨਾਟਕ ਨੇ ਜਿਹੜੇ ਉਹ ਸਿੱਖ ਗੁਰੂ ਸਾਹਿਬਾਨ ਦੇ ਨਾਲ ਸੰਬੰਧਿਤ ਨੇ। ਕਿਉਂਕਿ ਜੇ ਇੱਕ ਪੱਖ ਮੈਂ ਇਤਿਹਾਸਿਕ ਨਾਟਕ ਦੇ ਲੇਖਣ ਬਾਰੇ ਡਿਸਕਸ ਕਰਾਂਗੀ ਤੇ ਦੂਜਾ ਉਹਨਾਂ ਦੇ ਮੰਚਣ ਬਾਰੇ। ਜੇਕਰ ਇਤਿਹਾਸਿਕ ਨਾਟਕਾਂ ਦੇ ਲੇਖਣ ਦੀ ਗੱਲ ਕੀਤੀ ਜਾਵੇ ਤਾਂ ਇਹ ਇੱਕ ਬਹੁਤ ਔਖਾ ਕਾਰਜ ਹੈ, ਕਿਉਂਕਿ ਨਾਟਕਕਾਰ ਦਾ ਕੰਮ ਸਿਰਫ ਇਤਿਹਾਸ ਦੇ ਵਿੱਚੋਂ ਵਸਤੂ ਦੀ ਚੋਣ ਕਰਕੇ ਉਹਦੇ ਨਾਟ ਵਸਤੂ, ਨਾਟ ਰੂਪ ਤੇ ਨਾਟ ਸੰਚਾਰ ਦਾ ਸੰਯੋਜਨ ਹੀ ਨਹੀਂ ਕਰਨਾ ਹੁੰਦਾ, ਬਲਕਿ ਉਸ ਕਾਲਖੰਡ, ਇਤਿਹਾਸ ਦੇ ਕਾਲਖੰਡ ਦੀ ਸਥਾਪਤੀ ਕਰਕੇ ਉਹਨੂੰ ਵਰਤਮਾਨ ਦੇ ਨਾਲ ਉਹਦੀ ਪ੍ਰਸੰਗਿਕਤਾ ਨੂੰ ਵੀ ਜਿਹੜਾ ਹੈ ਉਹ ਸਥਾਪਿਤ ਕਰਨਾ ਹੁੰਦਾ, ਜਿਹਦੇ ਨਾਲ ਕਿ ਜਿਹੜਾ ਦਰਸ਼ਕ ਹੈ ਉਹ ਵਸਤੂ ਨਾਲ ਵੀ ਆਤਮਸਾਤ ਹੋ ਸਕੇ ਤੇ ਨਾਲ ਦੀ ਨਾਲ ਹੀ ਉਹ ਨਾਟਕ ਦਾ ਵਿਵੇਚਨ ਤੇ ਵਿਸ਼ਲੇਸ਼ਣ ਹੈ ਜਿਹੜਾ ਉਹ ਵੀ ਕਰ ਸਕੇ। ਦੂਜੀ ਜਿਹੜੀ ਗੱਲ ਮੈਂ ਮੰਚਨ ਦੇ ਪੱਖ ਤੋਂ ਕਰਨਾ ਚਾਹੁੰਦੀ ਹਾਂ ਉਹ ਇਹ ਹੈ ਕਿ ਜਿਹੜੇ ਸਿੱਖ ਗੁਰੂ ਸਾਹਿਬਾਨ ਨਾਲ ਸੰਬੰਧਿਤ ਇਤਿਹਾਸਿਕ ਧਾਰਮਿਕ ਨਾਟਕਾਂ ਨੂੰ ਲਿਖਿਆ ਗਿਆ, ਉਹਦੇ ਵਿੱਚ ਨਾਟਕਕਾਰਾਂ ਲਈ ਸਭ ਤੋਂ ਵੱਡੀ ਸਮੱਸਿਆ ਇਹ ਖੜੀ ਹੋ ਜਾਂਦੀ ਹੈ ਕਿ ਅਸੀਂ ਸਿੱਖ ਗੁਰੂ ਸਾਹਿਬਾਨ ਦਾ ਜਿਹੜਾ ਕਿਰਦਾਰ ਹੈ ਉਹਨਾਂ ਨੂੰ ਅਸੀਂ ਮੰਚ ਦੇ ਉੱਤੇ ਹਾਜ਼ਰ ਤੌਰ ਤੇ ਨਹੀਂ ਵਿਖਾ ਸਕਦੇ, ਜਿਹਦੇ ਕਰਕੇ ਇਹ ਸਮੱਸਿਆ ਜਿਹੜੀ ਹੈ ਉਹ ਨਾਟਕਕਾਰਾਂ ਦੇ ਸਾਹਮਣੇ ਖੜੀ ਹੋ ਜਾਂਦੀ ਹੈ। ਪਰ ਪੰਜਾਬੀ ਇਤਿਹਾਸਿਕ ਨਾਟਕ ਲਿਖਣ ਵਾਲੇ ਨਾਟਕਕਾਰਾਂ ਨੇ ਇਹ ਸਮੱਸਿਆ ਨੂੰ ਵੀ ਕਬੂਲਿਆ ਤੇ ਉਹਨਾਂ ਨੇ ਇੱਕ ਬਹੁਤ ਵੱਡੀ ਜੁਗਤ ਜਿਹੜੀ ਨਾਇਕ ਬਿਨਾਂ ਨਾਇਕ ਉਸਾਰੀ ਦੀ ਜਿਹੜੀ ਜੁਗਤ ਹੈ ਉਹਦੇ ਨਾਲ ਬਹੁਤ ਸਾਰੇ ਨਾਟਕ ਲਿਖੇ ਆ, ਜਿਹਦੇ ਨਾਲ ਸਿੱਖ ਗੁਰੂ ਸਾਹਿਬਾਨ ਮੰਚ ਰਹਿਤ ਹੋ ਕੇ ਵੀ ਮੰਚ ਤੇ ਹਾਜ਼ਰ ਰਹਿੰਦੇ ਨੇ, ਜਿਹਦੇ ਨਾਲ ਅੱਜ ਸਿੱਖ ਗੁਰੂ ਸਾਹਿਬਾਨ ਨਾਲ ਸੰਬੰਧਿਤ ਜਿੰਨੇ ਵੀ ਇਤਿਹਾਸਿਕ ਧਾਰਮਿਕ ਨਾਟਕ ਨੇ ਉਹ ਅੱਜ ਵਿਸ਼ਵ ਪੱਧਰ ਤੇ ਇੱਕ ਨਾਟ ਵਿਧਾ ਦੇ ਤੌਰ ਤੇ ਬੜੀ ਕਾਮਯਾਬੀ ਤੇ ਬੜੀ ਸਫਲਤਾ ਦੇ ਨਾਲ ਲਿਖੇ ਵੀ ਜਾ ਰਹੇ ਆ ਤੇ ਖੇਡੇ ਵੀ ਜਾ ਰਹੇ ਆ। ਮੈਂ ਕੁਛ ਕੁ ਨਾਟਕਾਂ ਬਾਰੇ ਦੱਸਣਾ ਚਾਹਾਂਗੀ ਜਿਹੜੇ ਮੇਰੇ ਧਿਆਨ ਦੇ ਵਿੱਚ ਨੇ, ਜਿਹੜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸੰਬੰਧਿਤ ਲਿਖੇ ਗਏ ਆ, ਜਿਨ੍ਹਾਂ ਵਿੱਚੋਂ ਹਰਚਰਨ ਸਿੰਘ ਦਾ ਨਾਟਕ ਹਿੰਦ ਦੀ ਚਾਦਰ, ਰਵਿੰਦਰ ਸਿੰਘ ਸੋਢੀ ਦਾ ਨਾਟਕ ਹਿੰਦ ਦੀ ਚਾਦਰ, ਗੁਰਸ਼ਰਨ ਸਿੰਘ ਦਾ ਗੁਰੂ ਲਾਧੋਰੇ, ਚਾਂਦਨੀ ਚੌਂਕ ਤੇ ਚਾਂਦਨੀ ਚੌਂਕ ਤੋਂ ਸਰਹਿੰਦ ਤੱਕ, ਗੁਰਬਖਸ਼ ਸਿੰਘ ਬੇਦੀ ਦਾ ਗੁਰੂ ਲਾਧੋਰੇ ਤੇ ਸੋਹਣ ਸਿੰਘ ਸੀਤਲ ਦਾ ਨਾਟਕ ਸੰਤ ਲਾਧੋਰੇ ਜੋ ਕਿ 1961 ਦੇ ਵਿੱਚ ਛਪਿਆ। ਇਹ ਕੁਛ ਨਾਟਕ ਮੇਰੇ ਧਿਆਨ ਦੇ ਵਿੱਚ ਨੇ ਜਿਹੜੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸੰਬੰਧਿਤ ਨੇ। ਮੈਂ ਹਿੰਦ ਦੀ ਚਾਦਰ ਨਾਟਕ ਜਿਹੜਾ ਕਿ ਰਵਿੰਦਰ ਸਿੰਘ ਸੋਢੀ ਜੀ ਦੁਆਰਾ 1975 ਈਸਵੀ ਦੇ ਵਿੱਚ ਲਿਖਿਆ ਗਿਆ ਸੀ, ਉਹਦੇ ਬਾਰੇ ਜ਼ਿਆਦਾ ਗੱਲ ਸ਼ਾਇਦ ਮੈਂ ਵਿਸ਼ੇ ਦੇ ਪੱਖ ਤੋਂ ਕਰਾਂ, ਬਾਕੀ ਪੱਖ ਮੇਰੇ ਖਿਆਲ ਨਾਲ ਡਾਕਟਰ ਸਾਹਿਬ ਸਿੰਘ ਨੇ ਬਹੁਤ ਚੰਗੀ
ਤਰ੍ਹਾਂ ਨਾਲ ਸਾਨੂੰ ਪਹਿਲਾਂ ਹੀ ਦੱਸ ਦਿੱਤਾ। ਇਹ ਨਾਟਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੀ ਤੀਸਰੀ ਸ਼ਤਾਬਦੀ 1975 ਈਸਵੀ ਵਿੱਚ ਲਿਖਿਆ ਗਿਆ ਸੀ। ਇਹ ਨਾਟਕ ਅੰਕਾਂ ਵਿੱਚ ਇਹਦੀ ਵੰਡ ਨਾ ਕਰਕੇ ਬਲਕਿ ਇਹਦੀ ਵੰਡ 11 ਝਾਕੀਆਂ ਦੇ ਵਿੱਚ ਕੀਤੀ ਗਈ ਹੈ, ਤੇ ਮੈਂ ਕੋਸ਼ਿਸ਼ ਕਰਾਂਗੀ ਕਿ ਹਰੇਕ ਝਾਕੀ ਦੇ ਅਨੁਸਾਰ ਥੋੜਾ ਆਪ ਸਭ ਨਾਲ ਆਪਦੇ ਵਿਚਾਰ ਸਾਂਝੇ ਕਰਾਂ। ਇਸ ਨਾਟਕ ਦਾ ਆਰੰਭ ਜਿਹੜਾ ਮੱਖਣ ਸ਼ਾਹ ਲੁਬਾਣਾ ਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਲੱਭਣਾ ਇੱਕ 9ਵੀਂ ਪਾਤਸ਼ਾਹੀ ਦੇ ਤੌਰ ਤੇ ਦੂਜਾ ਇਸ ਨਾਟਕ ਦਾ ਅੰਤ ਜਿਹੜਾ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦ ਤੱਕ ਸਾਡੇ ਸਾਹਮਣੇ ਆਉਂਦਾ। ਇਸ ਨਾਟਕ ਦੀ ਪਹਿਲੀ ਝਾਕੀ ਵਿੱਚ ਮੱਖਣ ਸ਼ਾਹ ਲੁਬਾਣੇ ਦੇ ਦੁਆਰਾ ਜਦੋਂ ਇਹ ਸਿੱਖ ਕੌਮ ਦੀ ਇੱਕ ਇਹ ਵੱਡੀ ਸਮੱਸਿਆ ਸੀਗੀ ਕਿ ਜਦੋਂ 9ਵੀਂ ਪਾਤਸ਼ਾਹੀ ਬਾਰੇ ਕੁਝ ਵੀ ਸਾਡੇ ਸਾਹਮਣੇ ਸਿੱਖ ਕੌਮ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ 9ਵੀਂ ਪਾਤਸ਼ਾਹੀ ਕੌਣ ਹੈ, ਕਿਉਂਕਿ ਬਾਬਾ ਬਕਾਲਾ ਦੇ ਜਿਹੜੇ ਸ਼ਬਦ ਨੇ ਉਹਦੀ ਸਪਸ਼ਟਤਾ ਕਰਕੇ ਕਿਸੇ ਨੂੰ ਵੀ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ ਕਿ ਸਾਡੇ ਜਿਹੜੇ 9ਵੀਂ ਪਾਤਸ਼ਾਹੀ ਹੋਏਗੀ ਗੁਰੂ ਤੇਗ ਬਹਾਦਰ ਸਾਹਿਬ ਜੀ ਹੋਣਗੇ। ਇਸ ਕਰਕੇ ਜਿਹੜੀ ਪਹਿਲੀ ਝਾਕੀ ਹੈ ਉਹਦੇ ਵਿੱਚ ਜ਼ਿਆਦਾ ਜਿਹੜਾ ਨਾਟਕੀ ਤਣਾਅ ਹੈ ਉਹਦਾ ਵਿਸਥਾਰ ਨਹੀਂ, ਜਿਹਦਾ ਕਿ ਜ਼ਿਆਦਾ ਵਿਸਥਾਰ ਹੈ ਜਿਹੜਾ ਸਾਨੂੰ ਨਾਟਕ ਦੀ ਤੀਜੀ ਝਾਕੀ ਦੇ ਵਿੱਚ ਮਿਲਦਾ ਹੈ, ਜਿੱਥੋਂ ਸਾਨੂੰ ਸਿੱਖ ਕੌਮ, ਸਿੱਖ ਗੁਰੂ ਸਾਹਿਬਾਨ ਤੇ ਸਿੱਖ ਕੌਮ ਦੀ ਜਿਹੜੀ ਨਿਡਰਤਾ, ਅਡੋਲਤਾ ਤੇ ਜਿਹੜਾ ਸਾਹਸ ਹੈ ਉਹ ਸਾਡੇ ਸਾਹਮਣੇ ਆਉਂਦਾ ਹੈ, ਜਿਹਦੇ ਵਿੱਚ ਇੱਕ ਪੰਡਤ ਦੀ ਵਾਰਤਾਲਾਪ, ਪੰਡਤ ਤੇ ਨਵਾਬ ਦੀ ਵਾਰਤਾਲਾਪ ਤੋਂ ਸਾਨੂੰ ਇਹ ਵੀ ਸਮਝ ਆਉਂਦਾ ਕਿ ਪੰਜਵੇਂ ਗੁਰੂ ਸਾਹਿਬ ਨੂੰ ਜਹਾਂਗੀਰ ਦੁਆਰਾ ਸ਼ਹੀਦ ਕਰਨ ਦੀ ਜਿਹੜੀ ਗੱਲ ਹੈ ਉਹ ਸਾਡੇ ਸਾਹਮਣੇ ਆਉਂਦੀ ਹੈ, ਜਿਹਦੇ ਤੋਂ ਸਾਨੂੰ ਸਿੱਖ ਕੌਮ ਦੀ ਬਹਾਦਰੀ ਦਾ ਪਤਾ ਲੱਗਦਾ ਹੈ, ਜਿਸ 'ਚ ਪੰਡਤ ਕੀ ਕਹਿੰਦਾ ਹੈ ਕਿ ਹਾਂ ਇਹਨਾਂ ਦੇ ਪੰਜਵੇਂ ਗੁਰੂ ਵੀ ਜਹਾਂਗੀਰ ਦੇ ਜ਼ੁਲਮਾਂ ਨੂੰ ਸਹਾਰਦੇ ਹੋਏ ਤੱਤੀ ਲੋਹ ਤੇ ਬੈਠੇ ਸਨ। ਤਾਂ ਇਸ ਤਰ੍ਹਾਂ ਜਿਹੜਾ ਇਸ ਨਾਟਕ ਦੀ ਚੌਥੀ ਝਾਕੀ ਏ ਉਹਦੇ ਵਿੱਚ ਕਸ਼ਮੀਰੀ ਪੰਡਤਾਂ ਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਜਾਣਾ ਤੇ ਉਹਨਾਂ ਦੁਆਰਾ ਉਹਨਾਂ ਦੇ ਧਰਮ ਨੂੰ ਬਚਾਉਣ ਲਈ ਉਹਨਾਂ ਨੂੰ ਵਚਨ ਦੇਣਾ ਇਹ 'ਚ ਸ਼ਾਮਲ ਹੈ, ਜਿਹੜਾ ਕਿ ਇਸ ਨਾਟਕ ਦੇ ਨਾਟਕੀ ਤਣਾਅ ਨੂੰ ਡੂੰਘੇਰੇ ਤੌਰ ਤੇ ਜਿਹੜਾ ਹੈ ਉਹਦੇ ਵਿੱਚ ਸਾਡੇ ਸਾਹਮਣੇ ਆਉਂਦਾ ਹੈ। ਉਸ ਤੋਂ ਬਾਅਦ ਛੇਵੀਂ ਝਾਕੀ ਜਿਹੜੀ ਉਹ ਸਾਰੀ ਦੀ ਸਾਰੀ ਗੁਰੂ ਸਾਰੀ ਔਰੰਗਜ਼ੇਬ ਦਾ ਜਿਹੜਾ ਚਰਿੱਤਰ ਹੈ ਉਹਨੂੰ ਸਾਡੇ ਸਾਹਮਣੇ ਪੇਸ਼ ਕਰਦੀ ਹੈ ਕਿ ਔਰੰਗਜ਼ੇਬ ਦੀ ਜਿਹੜੀ ਸ਼ਖਸੀਅਤ ਆ ਉਹ ਬਹੁਤ ਜ਼ਿਆਦਾ ਜ਼ਾਲਮ ਸੁਭਾਅ ਦਾ ਹੈ, ਉਹ ਕਿਸੇ ਵੀ ਧਰਮ ਨੂੰ ਆਪਦੀਆਂ ਅੱਖਾਂ ਦੇ ਸਾਹਮਣੇ ਉੱਚਾ ਹੁੰਦਾ ਬਿਲਕੁਲ ਵੀ ਨਹੀਂ ਵੇਖ ਸਕਦਾ। ਤੇ ਸੱਤਵੀਂ ਝਾਕੀ ਦੇ ਵਿੱਚ ਜਨ ਸਧਾਰਨ ਆਮ ਲੋਕਾਂ ਦੀ ਮਾਨਸਿਕਤਾ ਆ ਜਿਹੜੀ ਉਹ ਸਾਡੇ ਸਾਹਮਣੇ ਆਉਂਦੀ ਹੈ, ਜਿਹਦੇ ਵਿੱਚ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਿਸ ਸਮੇਂ ਉਹ ਦਿੱਲੀ ਜਾਂਦੇ ਆ ਤੇ ਉਹਨਾਂ ਨਾਲ ਕਿਹੜੇ ਸਿੱਖ ਜਾਂਦੇ ਆ, ਇਹਨਾਂ ਦੀ ਜਾਣਕਾਰੀ ਸਾਨੂੰ ਸੱਤਵੀਂ ਝਾਕੀ ਦੇ ਵਿੱਚ ਰਵਿੰਦਰ ਸਿੰਘ ਸੋਢੀ ਦੁਆਰਾ ਦਿੱਤੀ ਜਾਂਦੀ ਹੈ। ਤੇ ਇਸ ਦੀਆਂ ਅਗਲੀਆਂ ਝਾਕੀਆਂ ਦੇ ਵਿੱਚ ਔਰੰਗਜ਼ੇਬ ਤੇ ਕਾਜ਼ੀ ਵੋਹਰਾ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਉਹਨਾਂ ਦੀ ਮਾਨਸਿਕਤਾ ਹੈ ਜਿਹੜੀ ਉਹਨਾਂ ਨੂੰ ਇਹ ਲੱਗਦਾ ਹੈ ਕਿ ਸਾਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਆ, ਜਿਹਦੇ ਕਰਕੇ ਉਹ ਆਪਣੀ ਮਾਨਸਿਕਤਾ ਦੀ ਹਾਰ ਸਮਝਦੇ ਨੇ। ਤੇ ਨਾਟਕ ਦੇ ਅੰਤ ਦੇ ਵਿੱਚ ਇਹੀ ਕਹਿ ਸਕਦੇ ਹਾਂ ਕਿ ਜਿਹੜੀ ਬਦੀ ਦੀ ਨੇਕੀ ਦੀ ਬਦੀ ਤੇ ਜਿੱਤ, ਤੇ ਅਧਰਮ ਤੇ ਧਰਮ ਦੀ ਜਿੱਤ, ਤੇ ਸੱਚ ਦੀ ਝੂਠ ਤੇ ਜਿੱਤ ਹੁੰਦੀ ਏ। ਤੇ ਇਸ ਨਾਟਕ ਦੇ ਦੂਜੇ ਪੱਖ ਬਾਰੇ ਇਹ ਕਹਿਣਾ ਚਾਹੁੰਦੀ ਹਾਂ ਕਿ ਇਹ ਨਾਟਕ ਦੀ ਜਿਹੜੀ ਸਿਰਜਣਾ ਆ ਉਹਦੇ ਵਿੱਚ ਸਾਨੂੰ ਜਿੰਨੀ ਵੀ ਜਾਣਕਾਰੀ ਮਿਲਦੀ ਹੈ ਉਹਦੇ ਵਿੱਚ ਜ਼ਿਆਦਾਤਰ ਸੂਚਨਾਗਤ ਵਿਧੀ ਹੈ ਜਿਹੜੀ ਉਹਦੀ ਵਰਤੋਂ ਕੀਤੀ ਗਈ ਹੈ। ਜਿਹੜੇ ਇਸ ਨਾਟਕ ਦੇ ਮੁੱਖ ਪਾਤਰ ਨੇ ਉਹ ਸਾਰੇ ਇਤਿਹਾਸਕ ਨੇ, ਜਿੰਨੇ ਗੌਣ ਪਾਤਰ ਨੇ ਉਹ ਸਾਰੇ ਦੇ ਸਾਰੇ ਕਾਲਪਨਿਕ ਨੇ। ਸੋ ਇੰਨੇ ਕੁ ਇਸ ਨਾਟਕ ਦੇ ਵਿਚਾਰਾਂ ਦੇ ਨਾਲ ਤੁਹਾਡੇ ਨਾਲ ਸਾਂਝ ਪਾਉਂਦੀ ਹੋਈ ਖਿਮਾ ਦੀ ਜਾਚਕ ਹਾਂ। ਧੰਨਵਾਦ। ਜੀ ਸਤਵਿੰਦਰ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਟੈਕਸਚੁਅਲ ਸਟੱਡੀ ਕੀਤੀ ਹੈ ਤੇ ਸਾਨੂੰ ਇਸ ਕਿਸਮ ਦੀ ਸਟੱਡੀ ਦੀ ਵੀ ਜ਼ਰੂਰਤ ਹੈ। ਅਕਾਦਮਿਕ ਪੱਧਰ ਤੇ ਜਿਹੜੀਆਂ ਖੋਜਾਂ ਹੁੰਦੀਆਂ ਨੇ ਉਹਦੇ ਵਿੱਚ ਵੀ ਤੁਹਾਡੇ ਵਰਗੇ ਜਿਹੜੇ ਰਿਸਰਚ ਸਕਾਲਰ ਨੇ ਬਹੁਤ ਖੂਬਸੂਰਤ ਗੱਲਾਂ ਕੱਢ ਕੇ ਲਿਆਉਂਦੇ ਨੇ। ਸੋ ਇਸ ਟੈਕਸਚੁਅਲ ਸਟੱਡੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਤੋਂ ਪਹਿਲਾਂ ਕਿ ਡਾਕਟਰ ਸਰਬਜੀਤ ਕੌਰ ਸੋਹਲ ਪ੍ਰਧਾਨਗੀ ਭਾਸ਼ਣ ਦੇਣ ਆਪਣਾ, ਜੇ ਕੋਈ ਸਾਥੀ ਕੋਈ ਗੱਲ ਕਹਿਣਾ ਚਾਹੁੰਦਾ ਹੈ, ਜਗਜੀਤ ਸਰੀਨ ਜੀ ਤੁਸੀਂ ਕਿਉਂਕਿ ਪੇਸ਼ਕਾਰੀਆਂ ਨਾਲ ਜੁੜੇ ਹੋਏ ਹੋ, ਕੋਈ ਕਮੈਂਟ ਤੁਸੀਂ ਕਰਨਾ ਚਾਹੁੰਦੇ ਹੋ, ਪਲੀਜ਼ ਸਵਾਗਤ ਹੈ ਤੁਹਾਡਾ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਭ ਤੋਂ ਵਧੀਆ ਗੱਲ ਕਿ ਅੱਜ ਰਵਿੰਦਰ ਸਿੰਘ ਸੋਢੀ ਹੋਰਾਂ ਦੇ ਨਾਟਕ ਬਾਰੇ ਚਰਚਾ ਹੋਈ ਹੈ ਜੀ। ਇਹ ਨਾਟਕ ਨਾਲ ਤਾਂ ਮੇਰੀ ਬਹੁਤ
ਡੂੰਘੀ ਸਾਂਝ ਹੈ, ਜੀ ਕਿਉਂਕਿ ਜਦੋਂ ਇਹ ਨਾਟਕ 1975 ਦੇ ਵਿੱਚ ਲਿਖਿਆ ਗਿਆ ਸੀ, ਸਭ ਤੋਂ ਪਹਿਲਾਂ ਮੈਂ ਹੀ ਸੋਢੀ ਸਾਹਿਬ ਨੂੰ ਕਿਹਾ ਕਿ ਤੁਸੀਂ ਛੋਟੇ ਛੋਟੇ ਨਾਟਕ ਲਿਖ ਰਹੇ ਹੋ, ਇਹ ਸ਼ਤਾਬਦੀ ਦੇ ਉੱਤੇ ਕੋਈ ਨਾਟਕ ਲਿਖੋ ਤੇ ਗੁਰੂ ਤੇਗ ਬਹਾਦਰ ਜੀ ਦੇ ਉੱਤੇ ਲਿਖੋ। ਉਹਦਾ ਕਾਰਨ ਇਹ ਵੀ ਸੀ ਕਿ ਮੇਰੀ ਮੁੱਢਲੀ ਸਿੱਖਿਆ ਜਿਹੜੀ ਆ ਉਹ ਬਾਬਾ ਬਕਾਲਾ 'ਚ ਹੋਈ, ਤੇ ਮੈਂ ਉਸ ਬਾਬਾ ਬਕਾਲਾ ਦੇ ਉਸ ਦਰਬਾਰ ਨੂੰ, ਉਸ ਭੋਰਾ ਸਾਹਿਬ ਨੂੰ ਬਹੁਤ ਚੰਗੀ ਤਰ੍ਹਾਂ ਦੇਖਿਆ ਹੋਇਆ ਸੀ। ਜੀ ਸੋਢੀ ਸਾਹਿਬ ਦੇ ਨਾਲ ਜਦੋਂ ਡਿਸਕਸ਼ਨ ਹੋਈ ਤੇ ਉਹਨਾਂ ਨੇ ਫਿਰ ਕਿਹਾ ਕਿ ਮੈਂ ਕੋਸ਼ਿਸ਼ ਕਰਦਾ, ਔਰ ਉਹਨਾਂ ਨੇ ਉਹ ਇਹ ਨਾਟਕ ਲਿਖਿਆ। ਔਰ ਪੈਰਲਲ, ਕਿਉਂਕਿ ਡਾਕਟਰ ਹਰਚਰਨ ਸਿੰਘ ਦੇ ਸਟੂਡੈਂਟ ਉਹ ਸੀ ਤੇ ਹਰਪਾਲ ਟਿਵਾਣਾ ਜੀ ਦਾ ਸਟੂਡੈਂਟ ਮੈਂ ਸੀ, ਟਿਵਾਣਾ ਸਾਹਿਬ ਨੇ ਇੱਕੋ ਗੱਲ ਕਹੀ ਕਿ ਮੈਂ ਪ੍ਰੋਫੈਸ਼ਨਲ ਥੀਏਟਰ ਕਰਨਾ ਹੈ ਤੇ ਆ ਜਾਓ ਮੇਰੇ ਨਾਲ। ਤੇ ਅਸੀਂ ਕੁਝ ਲੋਕ ਜਿਹੜੇ ਸੀ ਨੌਕਰੀਆਂ 'ਚ ਰੁੱਝੇ ਹੋਏ ਨਹੀਂ ਸੀ, ਉਹਨਾਂ ਨਾਲ ਜਾ ਸਕੇ, ਤੇ ਅਸੀਂ ਇਹ ਨਾਟਕ ਪਟਿਆਲਾ ਦੇ ਵਿੱਚ ਖੇਡਿਆ। ਔਰ ਜਿਸ ਤਰ੍ਹਾਂ ਇਹਨਾਂ ਬੀਬਾ ਜੀ ਨੇ ਦੱਸਿਆ ਕਿ 13 ਦ੍ਰਿਸ਼ਾਂ ਦੇ ਵਿੱਚ ਇਹਨੂੰ ਵੰਡਿਆ ਹੋਇਆ, ਬਿਲਕੁਲ ਬਖੂਬੀ ਇਸੇ ਤਰ੍ਹਾਂ ਹੀ ਇਹ ਨਾਟਕ ਅੱਗੇ ਵੱਧਦਾ ਹੈ। ਔਰ ਜਦੋਂ ਇਹ ਨਾਟਕ ਦਾ ਮੰਚਨ ਪਹਿਲੀ ਵਾਰੀ ਹੋਇਆ, ਮੈਨੂੰ ਹਾਲੇ ਤੱਕ ਯਾਦ ਹੈ ਕਿ 750 ਸੀਟ ਜਿਹੜੀ ਹੈ ਲਾਇਬ੍ਰੇਰੀ ਸੈਂਟਰ ਦੀ, ਉਹ ਕਰੀਬਨ 1000 ਬੰਦਾ ਬਾਹਰ ਖੜਾ ਸੀ। ਔਰ ਸਭ ਤੋਂ ਜਿਹੜੀ ਇੱਕ ਹੋਰ ਮਹੱਤਵਪੂਰਨ ਕਿ ਨਾਟਕ ਦੇ ਵਿੱਚ ਜਿਹੜੇ ਸ੍ਰਿੜੀ ਕਲਾਕਾਰ ਹੁੰਦੇ ਆ, ਉਹਨਾਂ ਨੂੰ ਕੀ ਮੰਚਨ ਵੇਲੇ ਪ੍ਰੋਬਲਮ ਆਉਂਦੀਆਂ ਨੇ, ਉਹਦਾ ਮੈਂ ਜ਼ਿਕਰ ਇਸ ਕਰਕੇ ਕਰ ਰਿਹਾ ਕਿ ਇਸ ਨਾਟਕ ਵਿੱਚ ਟਿਵਾਣਾ ਸਾਹਿਬ ਦੇ ਹੀ ਜਿਹੜੇ ਪ੍ਰਮੁੱਖ ਦੋ ਪਾਤਰ ਜਿਹੜੇ ਐਕਟਰ ਉਹਨਾਂ ਨਾਲ ਰਹੇ, ਜਿਨ੍ਹਾਂ ਚੋਂ ਮੈਂ ਵੀ ਸੀਗਾ, ਤੇ ਜਿਨ੍ਹਾਂ ਚ ਯੋਗਰਾਜ ਸੇਠਾ ਜੀ, ਉਹਨਾਂ ਨੇ ਔਰੰਗਜ਼ੇਬ ਦਾ ਰੋਲ ਕੀਤਾ, ਤੇ ਮੋਹਨ ਬੱਗਨ ਉਹਨਾਂ ਨੇ ਇੱਕ ਜਿਹੜਾ ਸਿਪਾ ਸਲਾਰ ਸੀਗਾ ਉਹਦਾ ਰੋਲ ਅਦਾ ਕੀਤਾ ਸੀ। ਔਰ ਜਿਸ ਰਾਤ ਇਹ ਪਰਫਾਰਮੈਂਸ ਹੋਣੀ ਸੀ, ਉਸ ਤੋਂ ਇੱਕ ਰਾਤ ਪਹਿਲਾਂ ਅਸੀਂ ਰਾਤ ਦੇ 2:30 ਵਜੇ ਤੱਕ ਜਦੋਂ ਇਹਦਾ ਸੈਟਿੰਗ ਸ਼ੂਟਿੰਗ ਕਰਕੇ ਰਿਹਰਸਲ ਕਰਕੇ ਘਰੇ ਚਲੇ ਗਏ। ਸਵੇਰੇ ਜਦੋਂ ਪਹੁੰਚਿਆ ਮੈਂ ਉੱਥੇ, ਤਾਂ ਉੱਥੇ ਆ ਕੇ ਪਤਾ ਲੱਗਦਾ ਹੈ ਕਿ ਸੇਠਾ ਸਾਹਿਬ ਦੇ ਬ੍ਰਦਰ ਇਨ ਲਾ ਸਾਲਾ ਦੀ ਡੈਥ ਹੋ ਗਈ। ਉਸ ਵੇਲੇ ਮੇਰੀ ਕੀ ਹਾਲਤ ਸੀ ਇਹ ਮੈਂ ਸਮਝ ਸਕਦਾ। ਤੁਸੀਂ ਸਾਰੇ ਲੋਕ ਰੰਗਮੰਚ ਨਾਲ ਜੁੜੇ ਹੋ, ਔਰ ਮੈਂ ਇੱਕ ਪਾਤਰ ਨੂੰ, ਜੋ ਕਿ ਸਾਡਾ ਕਲਾਕਾਰ ਜਿਹਨੇ ਕਿ ਹਿੰਦ ਦੀ ਚਾਦਰ ਟਿਵਾਣਾ ਸਾਹਿਬ ਨਾਲ ਕਰ ਰਿਹਾ ਸੀ, ਜੀਵਨ ਨੀਲ, ਉਹਨੂੰ ਲਿਆਂਦਾ, ਉਹਨੂੰ ਕਿਹਾ ਕਿ ਤੂੰ ਇਹ ਡਾਇਲਾਗ ਯਾਦ ਕਰ ਲੈ, ਥੋੜਾ ਜਿਹਾ ਸਮਝ ਲਾ, ਬਾਕੀ ਮੈਂ ਆਪ ਸੰਭਾਲੂੰਗਾ। ਮੈਂ ਕਾਜ਼ੀ ਦਾ ਰੋਲ ਕਰ ਰਿਹਾ ਸੀ, ਦੇਖੀ ਜਾਏਗੀ ਜੋ ਵੀ ਹੋਏਗਾ। ਔਰੰਗਜ਼ੇਬ ਦੇ ਨਾਲ ਮੇਰੇ ਹੀ ਸੀਨ ਹੈ ਤੇ ਮੈਂ ਆਪਣੇ ਆਪ ਸਾਰਾ ਸੰਭਾਲ ਲਾਂ। ਸ਼ਾਮ ਤੱਕ ਉਹ ਚੱਲਦਾ ਰਿਹਾ। 7:15 ਨਾਟਕ ਜਦੋਂ ਸ਼ੁਰੂ ਹੋਣਾ ਸੀ, ਉਸ ਤੋਂ ਪਹਿਲਾਂ ਦਰਵਾਜ਼ਾ ਖੜਕਦਾ ਹੈ, ਗ੍ਰੀਨ ਰੂਮ ਦਾ ਦਰਵਾਜ਼ਾ ਖੁੱਲਿਆ, ਤੇ ਮੈਂ ਇੱਕਦਮ ਦੇਖ ਕੇ, ਯੋਗਰਾਜ ਜੀ ਤੁਸੀਂ ਆ ਗਏ? ਉਹ ਕਹਿੰਦਾ ਓਕੇ ਫॉरगेट ਲੈਟ ਅਸ। ਤੇ ਇਸ ਤਰ੍ਹਾਂ ਇਹ ਨਾਟਕ ਜਿਹੜਾ ਸੀਗਾ ਅਸੀਂ ਉਹ ਖੇਡਿਆ। ਫਿਰ ਇਹਦੇ ਅਸੀਂ 3-4 ਪਰਫਾਰਮੈਂਸਿਸ ਕਰ ਸਕੇ। ਸੰਗਰੂਰ ਦੇ ਵਿੱਚ ਹੋਇਆ, ਚੰਡੀਗੜ੍ਹ ਵਿੱਚ ਹੋਇਆ, ਪਟਿਆਲੇ ਵਿੱਚ 2 ਪਰਫਾਰਮੈਂਸਿਸ ਹੋਈਆਂ। ਇਹਦੇ ਨਾਲ ਹੀ ਇੱਕ ਮੈਂ ਇਹ ਗੱਲ ਜੋੜਨਾ ਚਾਹੁੰਦਾ ਕਿ ਯੋਗਰਾਜ ਸੇਠਾ ਜੀ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ ਉਸ ਵੇਲੇ ਇੰਜੀਨੀਅਰ ਸੀ, ਤੇ ਉੱਥੋਂ ਦੇ ਜਿਹੜੇ ਐਡਮਿਨਿਸਟ੍ਰੇਟਿਵ ਮੈਂਬਰ ਸੀ ਸਰਦਾਰ ਨਰਿੰਜਨ ਸਿੰਘ ਮਿੱਠਾ, ਉਹਨਾਂ ਨੇ ਇੱਕ ਨਾਟਕ ਲਿਖਿਆ, ਸਿਰ ਦੀਜੇ ਬਾਹੇ ਨਾ ਛੋੜੀਏ। ਉਹਦੀ ਨਿਰਦੇਸ਼ਨਾ ਜਿਹੜੀ ਸੀ ਉਹ ਯੋਗਰਾਜ ਸੇਠਾ ਜੀ ਨੇ ਕੀਤੀ, ਤੇ ਇਲੈਕਟ੍ਰਿਸਿਟੀ ਬੋਰਡ ਦੇ ਹੀ ਬਹੁਤੇ ਕਲਾਕਾਰ ਉਹਦੇ ਵਿੱਚ ਜੁੜੇ ਸੀ, ਅਸੀਂ ਸਾਰੇ ਨਾਲ ਸੀ ਉਹਨਾਂ ਦੇ। ਉਹਦੀਆਂ ਪਰਫਾਰਮੈਂਸਿਸ ਅਸੀਂ ਮਸਤੂਆਣਾ ਸਾਹਿਬ, ਸੰਗਰੂਰ, ਬਠਿੰਡਾ ਤੇ ਪਟਿਆਲਾ ਦੇ ਵਿੱਚ ਵੀ ਕੀਤੀਆਂ। ਸ਼ਾਇਦ ਉਸ ਨਾਟਕ ਦੀ ਸਕ੍ਰਿਪਟ ਅਜੇ ਸਾਡੇ ਕੋਲ ਅਵੇਲੇਬਲ ਨਹੀਂ ਹੈ। ਮੈਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਚਰਚਾ ਹੋਈ ਹੈ, ਅਗਰ ਕੋਸ਼ਿਸ਼ ਮੈਂ ਕਰਾਂਗਾ ਕਿ ਉਹ ਸਕ੍ਰਿਪਟ ਜੇ ਮੈਨੂੰ ਮਿਲ ਜਾਏ ਤੇ ਮੈਂ ਧਾਰੀਵਾਲ ਸਾਹਿਬ ਕੋਲ ਜ਼ਰੂਰ ਪਹੁੰਚਾ। ਧੰਨਵਾਦ। ਜ਼ਰੂਰ ਜੀ, ਜ਼ਰੂਰ। ਬਹੁਤ ਬਹੁਤ ਧੰਨਵਾਦ ਸ੍ਰੀ ਸਾਹਿਬ, ਤੁਸੀਂ ਇੱਕ ਬਹੁਤ ਨਾਟਕ ਤੇ ਰੰਗਮੰਚ ਦਾ ਜੋ ਪ੍ਰੈਕਟੀਕਲ ਐਸਪੈਕਟ ਹੈ ਸਾਡੇ ਨਾਲ ਉਹ ਸਾਂਝਾ ਕੀਤਾ। ਸੱਚਮੁੱਚ ਇਹਨਾਂ ਚੀਜ਼ਾਂ ਦੀ ਡਾਕੂਮੈਂਟੇਸ਼ਨ ਕਿਤੇ ਹੁੰਦੀ ਨਹੀਂ ਹੈਗੀ। ਹੁਣ ਜਿਵੇਂ ਸਾਹਿਬ ਸਿੰਘ ਯਤਨ ਕਰ ਰਹੇ ਨੇ ਕੁਝ ਪੇਸ਼ਕਾਰੀਆਂ ਨਾਲ ਜੁੜਨ ਦੀ, ਤੇ ਜੇ ਉਸ ਦੌਰ ਦੇ ਵਿੱਚ ਵੀ ਇਸ ਕਿਸਮ ਦੀ ਸਾਹਿਤਕ ਪੱਤਰਕਾਰੀ ਹੁੰਦੀ ਤਾਂ ਸ਼ਾਇਦ ਸਾਡੇ ਕੋਲ ਬਹੁਤ ਕੁਝ ਹੋਰ ਸਾਂਝਾ ਜਾਂਦਾ, ਜਿਹੜੇ ਸਾਂਭਣ ਦੀ ਲੋੜ ਹੈ। ਰੰਗਮੰਚ ਦੇ ਇਤਿਹਾਸ ਦੇ ਵਿੱਚ ਖਾਸ ਤੌਰ ਤੇ ਇਹਨਾਂ ਚੀਜ਼ਾਂ ਦੀ ਬਹੁਤ ਵੈਲਿਊ ਹੁੰਦੀ ਹੈ। ਤੇ ਹੁਣ ਮੈਂ ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਨੂੰ ਸੱਦਾ ਦੇ ਰਿਹਾ ਕਿ ਉਹ ਆ ਕੇ ਆਪਣਾ ਪ੍ਰਧਾਨਗੀ ਭਾਸ਼ਣ ਦੇਣ। ਉਸ ਤੋਂ ਬਾਅਦ ਦਵਿੰਦਰ ਸਰ ਹੋਰੀ ਸਾਰਿਆਂ ਦਾ ਧੰਨਵਾਦ ਕਰਨਗੇ। ਡਾਕਟਰ ਸਰਬਜੀਤ ਕੌਰ ਸੋਹਲ ਜੀ। ਬਹੁਤ ਸ਼ੁਕਰੀਆ ਡਾਕਟਰ ਕੁਲਦੀਪ ਜੀ। ਅੱਜ ਦਾ ਇਹ ਪ੍ਰੋਗਰਾਮ ਪੰਜਾਬ ਸਾਹਿਤ ਅਕੈਡਮੀ ਦੇ ਮੰਚ ਤੋਂ ਆਪਾਂ ਸਾਰਿਆਂ ਨੇ ਇਸ ਨੂੰ ਮਾਣਿਆ, ਤੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਬਹੁਤ ਹੀ ਉੱਘੇ ਨਾਟਕਕਾਰ ਔਰ ਆਲੋਚਕ ਵੀ, ਮੈਨੂੰ ਲੱਗਦਾ ਹੈ ਕਿ ਇਹ ਪਹਿਲੀ ਵਾਰੀ ਮੇਰੇ ਦਿਮਾਗ ਦੇ ਵਿੱਚ ਵੀ ਇਹ ਗੱਲ ਆਈ ਹੈ ਕਿ ਨਾਟਕਕਾਰ ਵੀ ਹੈ ਤੇ ਆਲੋਚਕ ਵੀ ਨੇ ਇਹ।
ਹਾਲਾਂਕਿ ਬਹੁਤੇ ਆਲੋਚਕ ਕਵੀ ਨਹੀਂ ਹੁੰਦੇ, ਸੋ ਇਹ ਵੱਖਰਤਾ ਹੈ ਇਸ ਪ੍ਰੋਗਰਾਮ ਦੀ ਔਰ ਇਹ ਚੋਣ ਦੀ। ਸੋ ਕੇਵਲ ਧਾਲੀਵਾਲ ਜੀ, ਡਾਕਟਰ ਸਾਹਿਬ ਸਿੰਘ ਜੀ, ਸਤੀਸ਼ ਕੁਮਾਰ ਵਰਮਾ ਜੀ, ਡਾਕਟਰ ਕੁਲਦੀਪ ਜੀ ਤੇ ਮੈਡਮ ਸਤਿੰਦਰ ਕੌਰ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਬਹੁਤ ਸੋਹਣੀਆਂ ਗੱਲਾਂ ਹੋਈਆਂ ਤੇ ਮੈਂ ਬੈਠੇ ਬੈਠੇ ਉਹ ਇੱਕ 4 ਲਾਈਨਾਂ ਵੀ ਲਿਖੀਆਂ ਕਿ ਸਿਰ ਝੁਕਾ ਕਰ ਸਜਦਾ, ਸਿਰ ਝੁਕਾ ਕਰ ਸਜਦਾ, ਰੱਖ ਧਰਤੀ ਤੇ ਮੱਥਾ, ਹੁੰਦੀ ਵਿੱਚ ਦਰਗਾਹ ਕਬੂਲ ਦੁਆ, ਸਿਰ ਦਾ ਸੀਸ ਬਣਦਾ ਫਿਰ ਵੇਖ ਜ਼ਰਾ। ਬਹੁਤ ਅੱਛੇ, ਬਹੁਤ ਅੱਛੇ। ਸੋ ਜਿਹੜਾ ਪੰਜਾਬ ਸਾਹਿਤ ਅਕੈਡਮੀ ਦਾ ਇਹ ਪ੍ਰੋਗਰਾਮ ਹੈ, ਇਹ ਬਿਲਕੁਲ ਵੱਖਰੀ ਤਰ੍ਹਾਂ ਦਾ ਪ੍ਰੋਗਰਾਮ ਸਾਡੇ ਸਾਹਮਣੇ ਆਇਆ ਕਿ ਅਸੀਂ ਨਾਟਕ ਵੇਖਦੇ ਹਾਂ ਜਾਂ ਨਾਟਕ ਪੜ੍ਹਦੇ ਹਾਂ, ਪਰ ਨਾਟਕ ਬਾਰੇ ਗੱਲਾਂ ਨਹੀਂ ਕਰਦੇ। ਤੇ ਇਹ ਜਿਹੜੀਆਂ ਗੱਲਾਂ ਅੱਜ ਕੀਤੀਆਂ ਨੇ, ਇਹਨਾਂ ਦੇ ਨਾਲ ਉਹ ਨਾਟਕ ਪੜ੍ਹਨ ਦਾ ਇੱਕ ਚਾਅ ਵੀ ਪੈਦਾ ਹੋਊਗਾ, ਉਤਸੁਕਤਾ ਪੈਦਾ ਹੋਊਗੀ ਵਿਦਿਆਰਥੀਆਂ 'ਚ, ਬੱਚਿਆਂ 'ਚ, ਤੇ ਨਾਲ ਦੇ ਨਾਲ ਇੱਕ ਨਿਰਦੇਸ਼ਕ, ਇੱਕ ਲੇਖਕ ਤੇ ਇੱਕ ਉਹ ਪਾਤਰ ਵੀ ਨੇ। ਸੋ ਇੱਕੋ ਹੀ ਜਿਹੜੇ ਸਾਡੇ ਅੱਜ ਦੇ ਰਿਸੋਰਸ ਪਰਸਨਸ ਨੇ, ਸਾਡੇ ਅੱਜ ਦੇ ਜਿਨ੍ਹਾਂ ਨੇ ਅੱਜ ਗੱਲਬਾਤ ਕੀਤੀ ਹੈ, ਉਹਨਾਂ ਦੀ ਇਹ ਵਿਲੱਖਣਤਾ ਬੜੀ ਵੱਖਰੀ ਤਰ੍ਹਾਂ ਦੀ ਹੈ। ਔਰ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਨਾਲ ਅਸੀਂ ਕਦੇ ਸਾਹਿਤ ਦੇ ਵਿੱਚ ਨਾਟਕਾਂ ਬਾਰੇ ਨਹੀਂ ਸੋਚਿਆ, ਕਿਉਂਕਿ ਸਾਨੂੰ ਲੱਗਦਾ ਹੁੰਦਾ ਕਿ ਨਾਟਕ ਅਕੈਡਮੀ ਦਾ ਮੁੱਦਾ ਹੈ। ਪਰ ਕੇਵਲ ਜੀ ਤੁਸੀਂ ਵੀ ਬੈਠੇ ਹੋ, ਵਰਮਾ ਜੀ ਵੀ, ਤੇ ਅਸੀਂ ਜੇਕਰ ਇਹ ਜਿਹੜੀ ਗੱਲਬਾਤ ਹੋਈ ਆ ਇਸ ਨੂੰ ਇੱਕ ਰਿਸਰਚ ਦੇ ਐਂਗਲ ਤੋਂ ਸਾਂਭ ਲਈਏ, ਉਹਦੀ ਇਤਿਹਾਸਿਕਤਾ ਵੀ ਆ ਜਾਏ, ਉਹਦੀ ਧਾਰਮਿਕਤਾ ਵੀ ਆ ਜਾਏ, ਤੇ ਇਹ ਸਾਰੀਆਂ ਗੱਲਾਂ ਨੂੰ ਜੇਕਰ ਅਸੀਂ ਸਾਂਭ ਲਈਏ ਤਾਂ ਇੱਕ ਪੁਸਤਕ ਪੰਜਾਬ ਸਾਹਿਤ ਅਕੈਡਮੀ ਇਹਨੂੰ ਪ੍ਰਕਾਸ਼ਿਤ ਕਰ ਸਕਦੀ ਹੈ। ਸੋ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਇਹ ਸਾਡੇ ਗੁਰੂ ਤੇਗ ਬਹਾਦਰ ਜੀ ਦੇ 400 ਸ਼ਤਾਬਦੀ ਸਮਾਰੋਹ ਤਰ੍ਹਾਂ ਨਾਲ ਅਕੀਦਤ ਹੋਏਗੀ ਤੇ ਅਸੀਂ ਇਸ ਨੂੰ ਸਾਂਭ ਵੀ ਸਕਾਂਗੇ। ਸੋ ਮੇਰੀ ਗੁਜ਼ਾਰਿਸ਼ ਆ ਕਿ ਅਸੀਂ ਇਸ ਨੂੰ ਇਸ ਰੂਪ ਦੇ ਵਿੱਚ ਵੀ ਜ਼ਰੂਰ ਵੇਖੀਏ। ਦੂਸਰੀ ਗੱਲ, ਇਹਨਾਂ ਵਿਦਵਾਨਾਂ ਨੇ ਜੋ ਗੱਲਬਾਤ ਕੀਤੀ ਆ, ਮੈਂ ਵੀ ਉਸ ਨੂੰ ਬਹੁਤ ਮਤਲਬ ਮੈਂ ਤਾਂ ਜੋ ਵੇਖਿਆ ਸਾਡੇ ਨਾਲ 8 ਕੋ-ਹੋਸਟ ਸੀਗੇ। ਜਿਸ ਤਰ੍ਹਾਂ ਕਿ ਕੋ-ਹੋਸਟ ਮਤਲਬ ਜਿਵੇਂ ਮੈਂ ਇਸ ਪ੍ਰੋਗਰਾਮ ਨੂੰ ਡਾਕਟਰ ਕੁਲਦੀਪ ਜੀ ਲਾਈਵ ਕਰ ਰਿਹਾ, ਮੈਂ ਇਹਨੂੰ ਕੋ-ਹੋਸਟ ਕਰਦੀ ਹਾਂ, ਜਿਵੇਂ ਬਾਅਦ 'ਚ ਪਾਰਟੀ ਆ ਜਾਂਦੀ ਆ। 8 ਕੋ-ਹੋਸਟ ਸੀਗੇ ਸਾਡੇ ਕੋਲ। ਜੰਗ ਪੰਨੂ ਸੀ ਜਿਹੜੇ ਕਿ ਆਸਟ੍ਰੇਲੀਆ ਤੋਂ ਨੇ, ਜਸਪਾਲ ਘਈ ਜੀ, ਦਵਿੰਦਰ ਸਿੰਘ ਬੋਹਾ ਤੇ ਆਸ਼ਾ ਸ਼ਕਲਾਨੀ। ਔਰ ਇਹਦੇ ਨਾਲ ਸਾਡੇ ਕੋਲ ਵੀਨਾ ਅਰੋੜਾ, ਇਹ ਵੀ ਕੋ-ਹੋਸਟ ਸੀ, ਔਰ ਪਰਮਿੰਦਰ ਸੋਢੀ ਜਾਪਾਨ ਤੋਂ। ਉਹ ਮੈਨੂੰ ਲੱਗਦਾ ਹੈ ਕਿ ਇੰਨਾ ਖੂਬਸੂਰਤ ਔਰ ਇਸ ਤਰ੍ਹਾਂ ਆ ਜਾਣਾ ਇੱਕ ਮੰਚ ਤੇ, ਸ਼ਾਇਦ ਇਸ ਤਰ੍ਹਾਂ ਅਸੀਂ ਸੋਚਿਆ ਵੀ ਨਹੀਂ ਸੀ ਜਦੋਂ ਇਸ ਪ੍ਰੋਗਰਾਮ ਨੂੰ ਉਲੀਕਿਆ ਸੀ। ਸੋ ਇਹੋ ਹੀ ਮੈਨੂੰ ਲੱਗਦਾ ਹੈ ਕਿ ਇਹਦੀ ਕਾਮਯਾਬੀ ਹੈ, ਜਾਂ ਇਹ ਸਾਡੇ ਲਈ ਪ੍ਰਾਪਤੀ ਹੈ ਕਿ ਅਸੀਂ ਇੱਕ ਵਰਲਡ ਵਾਈਡ ਸਾਰੇ ਜਿਹੜੇ ਸਾਡੇ ਪਾਠਕ ਨੇ, ਦਰਸ਼ਕ ਨੇ, ਲੇਖਕ ਨੇ, ਉਹਨਾਂ ਨੂੰ ਵਰਲਡ ਵਾਈਡ ਅਸੀਂ ਇੱਕ ਮੰਚ ਤੇ ਲਿਆ ਸਕੇ ਆ। ਸੋ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪੰਜਾਬ ਸਾਹਿਤ ਅਕੈਡਮੀ ਨੇ ਪ੍ਰੋਗਰਾਮ ਉਲੀਕੇ ਨੇ ਗੁਰੂ ਤੇਗ ਬਹਾਦਰ ਜੀ ਦੀ ਜਨਮ ਸ਼ਤਾਬਦੀ ਨੂੰ ਮਨਾਉਣ ਦੇ ਲਈ। ਔਰ ਇੱਕ ਕਵੀ ਦਰਬਾਰ ਹੈ, ਉਹ ਅਸੀਂ ਪਹਿਲਾਂ ਸੋਚਿਆ ਸੀ ਕਿ ਅਸੀਂ ਕਰਾਂਗੇ, ਪਰ ਫਿਰ ਉਹ ਕਿਸੇ ਕਾਰਨ ਕੀ ਸਾਡੇ ਵਰਮਾ ਜੀ ਦੀ ਤਬੀਅਤ ਖਰਾਬ ਹੋ ਗਈ ਤੇ ਹੁਣ ਉਹ ਤੰਦਰੁਸਤ ਨੇ, ਉਹਨਾਂ ਨੂੰ ਵੇਖ ਕੇ ਬਹੁਤ ਚੰਗਾ ਲੱਗਿਆ। ਸੋ ਹੁਣ ਅਸੀਂ ਉਹ ਕਵੀ ਦਰਬਾਰ ਜਿਹੜਾ ਉਹ ਵੀ ਕਰਾਂਗੇ। ਤੇ ਇੱਕ ਰੀਝ ਹੁੰਦੀ ਆ, ਘੱਟੋ ਘੱਟ ਮੈਨੂੰ ਇਹ ਰੀਝ ਹੁੰਦੀ ਆ ਕਿ ਵਿਦਿਆਰਥੀ ਵੀ ਜੁੜਨ ਇਹਦੇ ਨਾਲ, ਤੇ ਸਕੂਲਾਂ ਦੇ, ਕਾਲਜਾਂ ਦੇ ਤੇ ਸਕੂਲ ਦੇ ਵਿਦਿਆਰਥੀਆਂ ਲਈ ਕੁਇਜ਼ ਪ੍ਰੋਗਰਾਮ ਜਿਹੜੇ ਉਹ ਹੋ ਚੁੱਕੇ ਨੇ। ਇਸੇ ਤਰ੍ਹਾਂ ਕਾਲਜ ਦੇ ਵਿਦਿਆਰਥੀਆਂ ਲਈ, ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਵੀ ਕੁਇਜ਼ ਪ੍ਰੋਗਰਾਮ ਨੇ। ਤੇ ਜਿਸ ਭਾਵਨਾ ਨੂੰ ਲੈ ਕੇ ਪੰਜਾਬ ਸਰਕਾਰ ਨੇ ਪ੍ਰੋਗਰਾਮ ਉਲੀਕੇ ਨੇ, ਇਹਨਾਂ ਦੇ ਨਾਲ ਸਾਨੂੰ ਜੋੜਿਆ ਹੈ, ਅਸੀਂ ਇਹਦੇ ਵਿੱਚ ਕੁਝ ਆਪਣਾ ਤਿਲ ਫੁੱਲ ਪਾਉਣ ਜੋਗੇ ਹੋਏ ਆ। ਤਾਂ ਮੈਨੂੰ ਲੱਗਦਾ ਹੈ ਕਿ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਨਾਲ ਸਾਡੇ ਲੇਖਕ, ਦਰਸ਼ਕ, ਅਦੀਬ ਔਰ ਜ਼ਿਆਦਾ ਲੋਕਾਈ ਜਿਹੜੀ ਆ ਉਹ ਸਾਡੇ ਨਾਲ ਜੁੜੀ ਆ। ਸਾਡੇ ਨਾਲ ਹੋਰ ਵੀ ਬਹੁਤ ਸਾਰੇ ਜਿਹੜੇ ਲੇਖਕ ਨੇ ਉਹ ਜੁੜੇ ਨੇ। ਲਖਵੀਰ ਕੌਰ ਸਮਰਾ ਪ੍ਰਿੰਸੀਪਲ ਨੇ, ਰਣਜੀਵ ਕੌਰ ਨਿਊਜ਼ੀਲੈਂਡ ਤੋਂ ਨੇ, ਅਰਤਿੰਦਰ ਸੰਧੂ ਜੀ ਨੇ, ਪਰਮਿੰਦਰ ਸੋਢੀ ਜੀ, ਜਗਤਾਰ ਸਿੰਘ ਸੋਖੀ, ਸੁਨੀਲ ਚੰਦਿਆਨਵੀ,
ਆਸ਼ਾ ਸਕਲਾਨੀ, ਸਤਵੰਤ ਸਿੰਘ, ਰਿੰਪਲ ਕੌਰ, ਇੰਦਰਜੀਤ ਰੂਪੋਵਾਲੀ, ਸੁਖਦਰਸ਼ਨ ਕੌਰ ਤੇ ਹੋਰ ਜਿਹੜੇ ਆਪਾਂ ਨਾਂ ਪਹਿਲਾਂ ਲੈ ਚੁੱਕੇ ਹਾਂ। ਸੋ ਮੈਨੂੰ ਇਹ ਤਾਂ ਮਹਿਸੂਸ ਹੁੰਦਾ ਹੈ ਕਿ ਜੇ ਇਸ ਨੂੰ ਅਸੀਂ ਓਰੀਜਨਲ ਰੂਪ ਚ ਵੇਖਦੇ, ਸਾਹਮਣੇ ਬਹਿ ਕੇ ਵੇਖਦੇ ਤਾਂ ਇਹ ਕਾਮਯਾਬ ਹੋਰ ਜ਼ਿਆਦਾ ਹੋਣਾ ਸੀ। ਪਰ ਮੈਨੂੰ ਲੱਗਦਾ ਹੈ ਕਿ ਇਹ ਵੀ ਇੱਕ ਚੰਗਾ ਹੀ ਉਪਰਾਲਾ ਆ ਕਿ ਅਸੀਂ ਚਾਹੇ ਇਹ ਵਰਚੁਅਲ ਆ ਪਰ ਇਹ ਗੱਲਬਾਤ ਰਿਕਾਰਡ ਹੋ ਰਹੀ ਆ, ਇਹ ਬੜੀ ਮੁੱਲਵਾਨ ਹੈ। ਇਹਨੇ YouTube ਤੇ ਚਲੇ ਜਾਣਾ ਔਰ ਇਹਨੇ ਸਾਰੀ ਦੁਨੀਆ ਦੇ ਵਿੱਚ ਜਦੋਂ ਤੱਕ ਇਹ ਵਾਲਾ ਸਿਸਟਮ ਰਹੇਗਾ ਉਦੋਂ ਤੱਕ ਇਹਨੇ ਮਤਲਬ ਰਹਿਣਾ ਹੈ। ਸੋ ਇਹਦੇ ਨਾਲ ਇੱਕ ਸਵਾਲ ਮੇਰੇ ਦਿਮਾਗ ਦੇ ਵਿੱਚ ਜ਼ਰੂਰ ਇਹ ਆਇਆ ਸੀਗਾ ਕਿ ਅਸੀਂ ਹਮੇਸ਼ਾ ਇਸ ਗੱਲ ਨੂੰ ਕਹਿੰਦੇ ਆ ਕਿ ਹਿੰਦੂਆਂ ਦੀ ਰਾਖੀ, ਪਤਾ ਨਹੀਂ ਕਿ ਅਸੀਂ ਉਹਨੂੰ ਡਿਸਕ੍ਰਾਈਬ ਨਹੀਂ ਕਰ ਸਕੇ ਉਸ ਤਰ੍ਹਾਂ ਹਿਸਟਰੀ ਨੂੰ, ਕਿ ਗੁਰੂ ਤੇਗ ਬਹਾਦਰ ਜੀ ਨੇ ਹਿੰਦੂਆਂ ਦੀ ਰਾਖੀ ਲਈ ਜਾਂ ਜਨੇਊ ਦੀ ਰਾਖੀ ਲਈ। ਪਰ ਮੈਨੂੰ ਲੱਗਦਾ ਹੈ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਮਨੁੱਖਤਾ ਵਾਲੀ, ਜਾਂ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ, ਤੇ ਉਹ ਮਨੁੱਖਤਾ ਨੂੰ ਦੇਣ ਇਹੀ ਹੈ ਕਿ ਉਹ ਇੱਕ ਮਨੁੱਖ ਦੇ ਲਈ ਉਹਨਾਂ ਨੇ ਕੁਰਬਾਨੀ ਦਿੱਤੀ ਆ। ਜੇ ਉਹਨਾਂ ਦੀ ਥਾਂ ਤੇ ਕਿਤੇ ਹੋਰ ਕੋਈ ਕੌਮ ਹੁੰਦੀ ਜਾਂ ਮੁਸਲਮਾਨ ਵੀ ਹੁੰਦੇ ਤੇ ਏਦਾਂ ਦੀ ਕੋਈ ਪ੍ਰੋਬਲਮ ਹੋਰ ਹੁੰਦੀ ਤੇ ਉਦੋਂ ਵੀ ਇਹੀ ਮੇਰਾ ਖਿਆਲ ਉਹਨਾਂ ਦਾ ਜਿਹੜਾ ਹੈਗਾ। ਸੋ ਇਹ ਮੈਂ ਕਹਿੰਦੀ ਹੁੰਦੀ ਕਿ ਅਸੀਂ ਕੇਵਲ ਹਿੰਦੂਆਂ ਤੱਕ ਨਹੀਂ, ਇਹ ਮਨੁੱਖਤਾ ਲਈ ਕੁਰਬਾਨੀ ਵਾਲਾ ਜਿਹੜਾ ਜਜ਼ਬਾ ਹੈ, ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਹਾਦਤ ਹੈ, ਸੋ ਇਹ ਮੈਨੂੰ ਲੱਗਦਾ ਕਿ ਸਾਨੂੰ ਇਸ ਗੱਲ ਵੱਲ ਵੀ ਧਿਆਨ ਦੇਣਾ ਚਾਹੀਦਾ। ਸੋ ਇਹਨਾਂ ਸ਼ਬਦਾਂ ਦੇ ਨਾਲ ਜਿਹੜੀ ਬਹੁਤ ਸਾਰੇ ਕਮੈਂਟਸ ਵੀ ਸੀਗੇ, ਕਿਉਂਕਿ ਉਹ ਹੁਣ ਸਾਡਾ ਸਮਾਂ ਹੋ ਚੁੱਕਾ ਹੈ ਤਾਂ ਅਸੀਂ ਉਹ ਨਹੀਂ ਪੜ੍ਹ ਸਕਦੇ, ਪਰ ਇਸ ਨੂੰ ਲਿਖਤੀ ਰੂਪ ਚ ਕੇਵਲ ਜੀ ਵਰਮਾ ਜੀ, ਸਾਹਿਬ ਸਿੰਘ ਜੀ, ਕੁਲਦੀਪ ਦੀਪ ਜੀ, ਆਪਾਂ ਜ਼ਰੂਰ ਕੁਛ ਇਹੋ ਜਿਹਾ ਲਿਆਈਏ ਕਿ ਯਾਦਗਾਰ ਹੀ ਹੋ ਜਾਏ ਔਰ ਇਹਦੀਆਂ ਪੈੜਾਂ ਜਿਹੜੀਆਂ ਨੇ ਇਸ ਸਮੇਂ ਦੇ ਉੱਤੇ, ਇਸ ਸਮੇਂ ਦੇ ਇਤਿਹਾਸ ਦੇ ਵਿੱਚ ਸਿਰਜੀਆਂ ਜਾਣ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਔਰ ਪੰਜਾਬ ਸਰਕਾਰ ਵੱਲੋਂ ਵੀ ਸਾਰਿਆਂ ਦਾ ਧੰਨਵਾਦ ਕਿ ਅਸੀਂ ਇੱਕ ਚੰਗੇ ਕਾਰਜ ਲਈ, ਇੱਕ ਉਸ ਚੀਜ਼ ਦੇ ਨਾਲ, ਸਮਾਜ ਨਾਲ, ਔਰ ਅੱਜ ਦੇ ਹਾਲਾਤ ਦੇ ਵਿੱਚ ਜਦੋਂ ਸੰਕਟ ਹੈ, ਇਸ ਸੰਕਟ ਕਾਲ ਦੇ ਵਿੱਚ ਜੇਕਰ ਅਸੀਂ ਇਹਨਾਂ ਦੀਆਂ ਭਾਵਨਾਵਾਂ, ਇਸ ਜਿਹੜਾ ਪ੍ਰੋਗਰਾਮ ਹੈ ਉਸ ਦੇ ਨਾਲ ਜੁੜੀਆਂ ਹੋਈਆਂ ਸਾਡੀਆਂ ਭਾਵਨਾਵਾਂ ਔਰ ਜੋ ਜਜ਼ਬਾ ਕੁਰਬਾਨੀ ਦਾ, ਮਨੁੱਖਤਾ ਦੇ ਲਈ ਕੰਮ ਕਰਨ ਵਾਲਾ, ਉਸ ਨੂੰ ਲੈ ਕੇ ਜੇ ਅੱਜ ਸਮਝ ਜਾਈਏ, ਨਾਲ ਤੁਰੀਏ, ਇੱਕ ਦੂਜੇ ਦਾ ਹੱਥ ਫੜੀਏ ਤੇ ਇਹ ਜਿਹੜਾ ਸੰਕਟ ਹੈ ਇਸ ਤੋਂ ਵੀ ਅਸੀਂ ਉੱਭਰ ਸਕਦੇ ਹਾਂ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ। ਜੀ ਮੈਮ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਹਾਡੀ ਅਗਵਾਈ ਦੇ ਵਿੱਚ ਇਹ ਬਹੁਤ ਸ਼ਾਨਦਾਰ ਜਿਹੜਾ ਸਮਾਗਮ ਹੋਇਆ ਹੈ। ਭਾਵੇਂ ਇਹ ਠੀਕ ਹੈ ਤੁਹਾਡੀ ਗੱਲ ਕਿ ਅਸੀਂ ਜੇ ਇਸ ਨੂੰ ਆਫਲਾਈਨ ਕਰਦੇ ਤਾਂ ਇਹਦੀਆਂ ਹੋਰ ਸੰਭਾਵਨਾਵਾਂ ਸੀਆਂ, ਪਰ ਆਨਲਾਈਨ ਕਰਨ ਦੀਆਂ ਸੰਭਾਵਨਾਵਾਂ ਇਸ ਤੋਂ ਵੀ ਕਿਤੇ ਜ਼ਿਆਦਾ ਨੇ, ਕਿਉਂਕਿ ਬਹੁਤ ਸਾਰੇ ਲੋਕ ਸਿਰਫ ਆਨਲਾਈਨ ਕਰਕੇ ਆਪਣੇ ਨਾਲ ਜੁੜ ਸਕੇ ਨੇ। ਹੁਣ ਮੈਂ ਬੇਨਤੀ ਕਰੂੰ ਡਾਕਟਰ ਦਵਿੰਦਰ ਕੁਮਾਰ ਹੋਰਾਂ ਨੂੰ, ਜਿਨ੍ਹਾਂ ਨੇ ਬਹੁਤ ਲੰਮੇ ਸਮੇਂ ਤੋਂ ਨਾਟਕ ਥੀਏਟਰ ਕੀਤਾ, ਨਾਟਕ ਲਿਖੇ ਨੇ, ਰੰਗਮੰਚ ਕੀਤਾ ਹੈ ਤੇ ਇਸ ਵੇਲੇ ਪ੍ਰੋਫੈਸਰ ਦੇ ਤੌਰ ਤੇ ਦੇਸ਼ ਭਗਤ ਯੂਨੀਵਰਸਿਟੀ ਦੇ ਵਿੱਚ ਕੰਮ ਕਰ ਰਹੇ ਨੇ। ਇਹਨਾਂ ਦੇ ਅੰਦਰ ਬਹੁਤ ਸਾਰੇ ਵਿਦਿਆਰਥੀ ਇਸ ਵੇਲੇ MPhil PhD ਕਰ ਰਹੇ ਨੇ। ਸੋ ਉਹ ਆਪਣੀ ਗੱਲ ਵੀ ਕਹਿਣਗੇ ਤੇ ਸਾਰੇ ਮਹਿਮਾਨਾਂ ਦਾ ਧੰਨਵਾਦ ਵੀ ਕਰਨਗੇ। ਦਵਿੰਦਰ ਕੁਮਾਰ। ਆਓ ਜੀ ਦਵਿੰਦਰ ਜੀ। ਦੋਸਤੋ, ਅੱਜ ਆਪਾਂ ਇਸ ਚਰਚਾ ਦੇ ਰਾਹੀਂ ਜਿਸ ਮੁਕਾਮ ਤੱਕ ਹੁਣ ਤੱਕ ਪਹੁੰਚੇ ਆ, ਜਿੰਨੀ ਕਿ ਮੇਰੀ ਸਮਝ ਹੈ ਉਹਦੇ ਮੁਤਾਬਕ ਸੋਚਿਆ ਕਿ ਜਿਵੇਂ ਅੱਜ ਦੇ ਸੰਵਾਦ ਦਾ ਆਗਾਜ਼ ਮੇਰੇ ਨਾਟਗੁਰੂ ਡਾਕਟਰ ਸਾਹਿਬ ਸਤੀਸ਼ ਕੁਮਾਰ ਵਰਮਾ ਜੀ ਨੇ ਜਿਹੜੇ ਨੁਕਤੇ ਉਠਾਏ ਸੀ, ਉਹਨਾਂ ਨੁਕਤਿਆਂ ਦੇ ਵਿਸਤਾਰ ਦੇ ਵਿੱਚ ਡਾਕਟਰ ਸਾਹਿਬ ਸਿੰਘ ਹੋਰਾਂ ਨੇ ਬਹੁਤ ਖੂਬਸੂਰਤ ਵਿਆਖਿਆ ਕੀਤੀ ਉਸ ਘੇਰੇ ਦੇ ਵਿੱਚ ਰਹਿ ਕੇ, ਕਿ ਕਿਸ ਤਰੀਕੇ ਨਾਲ ਇੱਕ ਨਾਟਕ ਜਿਸ ਵੇਲੇ ਆਪਣੀ ਉਪਵਿਧਾ ਇਤਿਹਾਸਕ ਨਾਟਕ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦਾ ਤੇ ਉਹਦੇ ਅੰਦਰ ਕਿਹੜੀਆਂ ਉਹਦੀਆਂ ਲਿਮਿਟੇਸ਼ਨਸ ਕਿਹੜੀਆਂ ਹੋ ਜਾਂਦੀਆਂ, ਉਸ ਦੀਆਂ ਸੰਭਾਵਨਾਵਾਂ ਕਿਸ ਰੂਪ ਦੇ ਵਿੱਚ ਹੋ ਜਾਂਦੀਆਂ, ਉਸਨੇ ਮੰਚ ਤੇ ਜਿਸ ਵੇਲੇ ਜਾਣਾ, ਉਹਦੀ ਪੇਸ਼ਕਾਰੀ ਨਾਲ ਜੁੜੀਆਂ ਕਿਸ ਪ੍ਰਕਾਰ ਦੀਆਂ। ਉਦਾਹਰਨ ਦੇ ਤੌਰ ਤੇ ਉਹਨਾਂ ਨੇ ਸਤਿਕਾਰਯੋਗ ਦਮਨ ਜੀ ਦੇ ਨਾਟਕ ਨੂੰ ਮੰਨ ਕੇ ਨਾਲ ਉਸ ਗੱਲ ਨੂੰ ਆਪਣੀ ਸਪਸ਼ਟ ਵੀ ਕੀਤਾ। ਇੱਕ ਬੜੀ ਖੂਬਸੂਰਤ ਗੱਲ ਉਹਨਾਂ ਨੇ ਕੀਤੀ, ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਵਿੱਚ। ਡਾਕਟਰ ਸਤਵਿੰਦਰ ਕੌਰ ਦੀ ਖੋਜ ਦੇ ਪਹਿਲੇ ਦਿਨ ਤੋਂ ਉਹਨਾਂ ਦੀ ਡਿਗਰੀ ਅਵਾਰਡ ਹੋਣ ਤੱਕ ਦੇ ਨਾਲ ਮੈਂ ਥੋੜਾ ਸਾਖੀ ਰਿਹਾ, ਕਿਉਂਕਿ ਡਾਕਟਰ ਸਾਹਿਬ ਦੇ ਪਰਿਵਾਰ ਦੀ ਮੈਂਬਰ ਹੈ ਤੇ ਅਸੀਂ ਵੀ ਨਾਲ ਚੱਲਦੇ ਹਾਂ। ਉਸਦਾ ਯਤਨ ਬਹੁਤ ਵਧੀਆ ਖੂਬਸੂਰਤ ਤਰੀਕੇ ਨਾਲ ਉਸਨੇ ਵੀ ਆਪਣਾ ਪੱਖ ਇੱਥੇ ਸਾਹਮਣੇ ਰੱਖਿਆ ਹੈ। ਮੈਂ ਇਸ ਤਰੀਕੇ ਨਾਲ ਸਮਝਦਾ ਕਿ ਜਿਸ ਤਰੀਕੇ ਨਾਲ ਜੋ ਇਤਿਹਾਸ ਹੈ, ਇਤਿਹਾਸ ਉਹਨਾਂ ਸਾਰੀਆਂ ਘਟਨਾਵਾਂ ਨੂੰ ਜਾਂ ਅਤੀਤ ਨੂੰ ਇੱਕ ਕਿਸਮ ਦਾ ਪੁਨਰ ਨਿਰਮਾਣ ਕਰਦਾ। ਜਿੱਥੇ ਇਤਿਹਾਸਕਾਰ ਦਾ ਕੰਮ ਖਤਮ ਹੋ ਜਾਂਦਾ, ਨਾਟਕਕਾਰ ਦਾ ਕੰਮ ਉੱਥੋਂ ਸ਼ੁਰੂ ਹੁੰਦਾ। ਜਿਹੜੀ ਚੀਜ਼ ਪੁਨਰ ਨਿਰਮਿਤ ਹੋ ਚੁੱਕੀ ਹੁੰਦੀ ਆ, ਉਸ ਨੂੰ ਉਸਨੇ
ਦੁਬਾਰਾ ਫਿਰ ਪੁਨਰ ਜੀਵਿਤ ਕਰਨਾ ਹੁੰਦਾ ਜਾਂ ਪੁਨਰ ਸਰਜੀਤ ਕਰਨਾ ਹੁੰਦਾ। ਇੱਥੋਂ ਜਾ ਕੇ ਜਿਸ ਵਕਤ ਕੋਈ ਇਤਿਹਾਸਕ ਨਾਟਕ ਨੇ ਪੁਨਰ ਸਰਜੀਤ ਹੋਣਾ ਹੁੰਦਾ, ਉਹ ਕਰਨ ਵਾਲਾ ਕੌਣ ਹੈ? ਜੇ ਇਤਿਹਾਸਕ ਨਾਟਕ ਸਮਾਜਿਕ ਇਤਿਹਾਸਕ ਨਾਟਕ ਆ, ਕੀ ਉਹ ਧਾਰਮਿਕ ਇਤਿਹਾਸਕ ਨਾਟਕ ਹੈ? ਜੇ ਧਾਰਮਿਕ ਇਤਿਹਾਸਕ ਨਾਟਕ ਆ ਤੇ ਉਸ ਨਾਟਕਕਾਰ ਦੀ ਉਸ ਧਰਮ ਵਿੱਚ ਕਿੰਨੀ ਸ਼ਰਧਾ ਹੈ, ਉਹਦਾ ਕਿੰਨਾ ਕੁ ਦਖਲ ਹੈ ਉਸ ਦੇ ਵਿੱਚ, ਉਸ ਇਤਿਹਾਸਕ ਸੱਚਾਈ ਨੂੰ ਨਾਟਕੀ ਸੱਚਾਈ 'ਚ ਬਦਲਣ ਲੱਗਾ ਕਿੰਨਾ ਕੁ ਆਪਣਾ ਦਖਲ ਰੱਖਦਾ। ਅੱਜ ਦੀ ਖੂਬਸੂਰਤ ਗੱਲ ਮੈਨੂੰ ਇਹ ਲੱਗੀ ਹੈ ਕਿ ਅੱਜ ਜਿਸ ਤਰੀਕੇ ਨਾਲ ਕੇਵਲ ਧਾਲੀਵਾਲ ਜੀ ਨੇ ਜਿਹੜੇ ਆਪਣੇ ਨਾਟਕ ਦੀ ਸੀਸ ਨਾਟਕ ਦੇ ਬਾਰੇ ਵਿਆਖਿਆ ਕੀਤੀ ਹੈ ਜਾਂ ਸਮਝਾਇਆ, ਉਹਨਾਂ ਨੇ ਜੋ ਇਹ ਸੰਕਲਪ ਲਿਆ, ਕਨਸੈਪਟ ਲਿਆ, ਜਦੋਂ ਮੈਂ ਕਹਿੰਦਾ ਕਿ ਪੁਨਰ ਜੀਵਿਤ ਜਿਸ ਵੇਲੇ ਕੋਈ ਨਾਟਕ ਕਰਦਾ, ਜੇ ਕੇਵਲ ਧਾਲੀਵਾਲ ਵਰਗਾ ਵਿਅਕਤੀ ਜਿਹਦੇ ਕੋਲ ਐਡਾ ਹੀ ਰੰਗਮੰਚ ਦਾ ਐਡਾ ਵੱਡਾ ਤਜਰਬਾ, ਸਾਡਾ ਸੁਭਾਗ ਹੈ ਕੋਈ ਸਾਡੇ ਅੰਮ੍ਰਿਤਸਰ ਦੇ ਆ, ਸਾਡੇ ਪੰਜਾਬੀ ਦੇ ਰੰਗਮੰਚ, ਜੇ ਐਸੀ ਸ਼ਖਸੀਅਤ ਐਸੀ ਹਸਤੀ ਕਿਸੇ ਇਤਿਹਾਸਕ ਨਾਟਕ ਨੂੰ ਆਪਣੇ ਹੱਥ ਦੇ ਵਿੱਚ ਲੈ ਕੇ ਉਸ ਰੂਪ 'ਚ ਪੇਸ਼ ਕਰਦੀ ਹੈ, ਤੇ ਸਾਨੂੰ ਸੱਚਮੁੱਚ ਇਸ ਗੱਲ ਤੇ ਯਕੀਨ ਵੱਜਦਾ ਕਿ ਗੁਰੂ ਸਾਹਿਬ ਦੀ ਜਿਹੜੀ ਵਿਚਾਰਧਾਰਾ ਹੈ, ਉਹ ਗੁਰੂ ਸਾਹਿਬ ਦੀ ਜੀਵਨ ਨਾਲ ਜੁੜੀਆਂ ਜਿਹੜੀਆਂ ਘਟਨਾਵਾਂ ਸ਼ਾਸਵਤ ਤੌਰ ਤੇ ਉਸ ਸੱਚ ਦੇ ਨੇੜੇ ਬਿਨਾਂ ਕਿਸੇ ਵਿਗਾੜ ਤੋਂ ਉਸ ਰੂਪ ਦੇ ਵਿੱਚ ਪੇਸ਼ ਕਰਨ ਦੀ ਜਿਹੜੀ ਸਮਰੱਥਾ ਆ, ਉਹ ਉਹਨਾਂ ਲੋਕਾਂ ਕੋਲ ਹੋ ਸਕਦੀ ਹੈ ਜਿਹੜੇ ਉਸ ਰੰਗਮੰਚ ਨੂੰ ਉਸ ਤਜਰਬੇ ਦੇ ਪੇਸ਼ ਕਰਨ ਦੀ ਜਿਸਦੇ ਅੰਦਰ ਸਾਰੀ ਇਹ ਸਮਰੱਥਾ ਹੁੰਦੀ। ਸੋ ਅੱਜ ਦੇ ਇਸ ਵੈਬੀਨਾਰ ਦੇ ਵਿੱਚ ਇਹ ਗੱਲ ਵੀ ਬਹੁਤ ਉੱਭਰ ਕੇ ਸਾਹਮਣੇ ਆਈ ਹੈ ਕਿ ਦੇਖੋ ਸਾਡਾ ਮਕਸਦ ਤਾਂ ਇਹੀ ਹੈ, ਜਿਸ ਵੇਲੇ ਸਤਿਕਾਰਯੋਗ ਸਾਡੇ ਪ੍ਰਧਾਨ ਜੀ ਡਾਕਟਰ ਸਰਬਜੀਤ ਕੌਰ ਸੋਹਲ ਜੀ ਤੇ ਡਾਕਟਰ ਵਰਮਾ ਜੀ ਦੀ ਜਿਹੜੀ ਦੂਰਅੰਦੇਸ਼ੀ ਹੈ, ਉਹ ਇਹੀ ਹੈ ਕਿ ਖਾਲੀ ਰਸਮੀ ਗੱਲ ਨਹੀਂ ਹੈ। ਰਸਮੀ ਗੱਲ ਇਹ ਹੈ ਕਿ ਅਸੀਂ ਜਾਣਦੇ ਹਾਂ ਕਿ ਅਸੀਂ ਸਾਰੇ ਉਹ ਲੋਕ ਹੈ, ਉਸ ਕੌਮ ਦੇ ਨਾਲ ਜੁੜੇ ਹੋਏ ਲੋਕ ਆ, ਕਿ ਇਹ ਗੁਰੂ ਸਾਹਿਬ ਸਾਡੇ ਨਾਇਕ ਹੈ। ਇਹ ਨਾਇਕ ਸਾਡੀ ਕੇਵਲ ਸ਼ਰਧਾ ਦੇ ਪਾਤਰ ਨਹੀਂ ਹੈ, ਇਹ ਸਾਡੇ ਲਈ ਇੱਕ ਆਦਰਸ਼ ਵੀ ਹਨ। ਅਸੀਂ ਅੱਜ ਦੇ ਸਮੇਂ ਵਿੱਚ ਵੀ ਇਹਨਾਂ ਨੂੰ ਆਦਰਸ਼ ਮੰਨ ਕੇ ਆਪਣੀ ਜੀਵਨ ਜਾਂਚ ਅੱਗੇ ਤੋਰ ਰਹੇ ਹਾਂ। ਉਹਨਾਂ ਦੀ ਵਿਚਾਰਧਾਰਾ ਨੂੰ ਜਨ ਸਮੂਹ ਤੱਕ ਲੈ ਕੇ ਜਾਣਾ, ਉਹ ਜਨ ਸਮੂਹ ਤੱਕ ਲਿਜਾਣ ਦੇ ਵਿੱਚ ਸਾਹਿਤ ਦਾ ਕਿੰਨਾ ਕੁ ਰੋਲ ਹੋ ਸਕਦਾ। ਇਸ ਸਮੇਂ 'ਚ ਬਹੁਤ ਸਾਰੀਆਂ ਕਵਿਤਾਵਾਂ ਰਚੀਆਂ ਜਾਣਗੀਆਂ, ਬਹੁਤ ਸਾਰੇ ਨਾਵਲ ਲਿਖੇ ਜਾਣਗੇ, ਬਹੁਤ ਸਾਰੇ ਨਾਟਕ ਲਿਖੇ ਜਾਣਗੇ। ਸਾਡਾ ਸਰੋਕਾਰ ਇਸ ਗੱਲ ਨਾਲ ਹੈ ਕਿ ਜਦੋਂ ਨਾਟਕ ਲਿਖਿਆ ਜਾਵੇ ਉਹਨਾਂ ਦੀ ਵਿਚਾਰਧਾਰਾ ਨੂੰ ਲੈ ਕੇ, ਜਿਹਦੇ ਮੂਲ ਦੇ ਵਿੱਚ ਉਹ ਬਾਣੀ ਪਈ ਆ, ਬਾਣੀ ਦੇ ਵਿੱਚ ਪੂਰੀ ਵਿਚਾਰਧਾਰਾ ਪਈ ਹੈ, ਉਹਨਾਂ ਦਾ ਪੂਰਾ ਜੀਵਨ ਪਿਆ, ਉਸ ਜੀਵਨ ਦੇ ਵਿੱਚ ਐਸੀਆਂ ਘਟਨਾਵਾਂ ਪਈਆਂ, ਐਸੇ ਸੱਚ ਪਏ ਆ ਜਿਹੜੇ ਸੱਚ ਅੱਜ ਤੱਕ ਕਦੀ ਵਾਪਰੇ ਨਹੀਂ ਕਿਸੇ ਦੀ। ਇਹ ਉਸ ਪੱਧਰ ਤੱਕ, ਜਿਵੇਂ ਧਾਲੀਵਾਲ ਜੀ ਨੇ ਜ਼ਿਕਰ ਹੀ ਕੀਤਾ ਸੀ ਕਿ ਸੀਸ ਤਾਂ ਇੱਕ ਅਲੱਗ ਚੀਜ਼ ਹੈ, ਸਿਰਾਂ ਵਾਲੇ ਤਾਂ ਬਹੁਤ ਘੁੰਮਦੇ ਆ, ਸੀਸ ਵਾਲਾ ਜਿਹੜਾ ਮਿਲ ਸਕਦਾ ਨਹੀਂ ਹੈ ਉਹ ਨਾਇਕ ਸਾਡਾ ਜਿਹੜਾ ਹੈਗਾ। ਪਰ ਉਸ ਐਡੀ ਸਿਖਰ ਨੂੰ, ਉਸ ਸਿਖਰ ਨੂੰ ਸਿਰਜਣਾ ਕਿਵੇਂ ਹੈ, ਉਸ ਉਚਾਈ ਤੱਕ ਆਪਣੀ ਗੱਲ ਨੂੰ ਲੈ ਕੇ ਕਿਵੇਂ ਜਾਣਾ। ਮੰਨ ਲਓ ਕਿ ਅੰਦਰ ਵਿਚਾਰ ਆ ਵੀ ਜਾਂਦਾ ਤੇ ਉਸ ਵਿਚਾਰ ਨੂੰ ਉੱਥੇ ਤੱਕ ਨਿਭ ਜਾਣਾ, ਕਿਉਂਕਿ ਇਤਿਹਾਸਕ ਚੀਜ਼ ਹੈ, ਇਹਦੇ ਵਿੱਚ ਇਤਿਹਾਸਕ ਤੱਥ ਪਏ ਆ, ਇਤਿਹਾਸਕ ਸੱਚਾਈਆਂ ਪਈਆਂ, ਉਹਨੂੰ ਤੋੜ ਨਹੀਂ ਸਕਦੇ, ਉਸ ਦੇ ਨਾਲ ਖੇਡ ਨਹੀਂ ਸਕਦੇ, ਉਹਦੀ ਮੂਲ ਭਾਵਨਾ ਨੂੰ ਵਿਗਾੜ ਨਹੀਂ ਸਕਦੇ, ਉਸ ਨੂੰ ਨਾਲ ਲੈ ਕੇ ਹੀ ਚੱਲਣਾ ਹੁੰਦਾ। ਉਹਨੂੰ ਨਾਲ ਚੱਲਦੇ ਹੋਈ ਖੂਬਸੂਰਤੀ ਨਾਲ ਆਪਣੀ ਵਿਆਖਿਆ ਜਿਹੜੀ ਕਰਨੀ ਆ ਉਸ ਰੂਪ 'ਚ ਕਰਨੀ ਆ, ਤਾਂ ਕਿ ਸਮਕਾਲੀ ਪ੍ਰਸੰਗ ਦੇ ਵਿੱਚ ਉਹ ਚੀਜ਼ ਜਿਹੜੀ ਆ ਅੱਜ ਵੀ ਸਾਡੇ ਲਈ ਉਸ ਰੂਪ ਦੇ ਵਿੱਚ ਮੁੱਲਵਾਨ ਹੋ ਜਾਵੇ ਜੋ ਆਦਰਸ਼ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਰੱਖੇ। ਕਿਉਂਕਿ ਗੁਰੂ ਸਾਹਿਬ ਇੱਕ ਐਸੇ ਆਦਰਸ਼ ਹੈ, ਇਹ ਕੋਈ ਸਮਕਾਲੀ ਤੇ ਨਹੀਂ ਹੁੰਦੇ ਹਨ। ਡਾਕਟਰ ਵਰਮਾ ਜੀ ਦੀ ਭਾਸ਼ਾ 'ਚ ਜਿਵੇਂ ਗੱਲ ਕਰਾਂ ਤੇ ਜਿਹੜੀ ਇਹ ਚਿਰਕਾਲੀ ਤੇ ਸਰਵਕਾਲੀ ਚੀਜ਼ਾਂ ਹੁੰਦੀਆਂ ਹਨ, ਇਹ ਤਾਂ ਹਰ ਯੁੱਗ ਦੇ ਵਿੱਚ ਰਹਿਣੀਆਂ। ਜਿੱਥੇ ਚੀਜ਼ਾਂ ਘਟਨਾਵਾਂ ਵਾਪਰਨੀਆਂ ਉੱਥੇ ਇਹਨਾਂ ਆਦਰਸ਼ਾਂ ਦੀ ਲੋੜ ਪੈਣੀ ਹੈ, ਉੱਥੇ ਇਹਨਾਂ ਸਿੱਖਿਆਵਾਂ ਦੀ ਲੋੜ ਪੈਣੀ ਹੈ। ਇਹ ਉਪਦੇਸ਼ ਸਾਡੇ ਨਾਲ ਜੁੜਨੇ ਆ, ਇਸ ਤੋਂ ਰਾਹ ਲੈ ਕੇ ਚੱਲਣਾ ਹੈ। ਸੋ ਅੱਜ ਦਾ ਜਿਹੜਾ ਸਾਡਾ ਇਹ ਵੈਬੀਨਾਰ ਹੈ, ਮੈਂ ਇਸ ਦੀ ਸਫਲਤਾ ਦੇ ਲਈ ਪੰਜਾਬ ਸਾਹਿਤ ਅਕੈਡਮੀ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਸੋਹਲ ਜੀ ਨੂੰ, ਸਕੱਤਰ ਡਾਕਟਰ ਸਤੀਸ਼ ਕੁਮਾਰ ਵਰਮਾ ਜੀ ਨੂੰ, ਤੇ ਬਹੁਤ ਹੀ ਉਦਮੀ, ਸਿਰੜੀ ਤੇ ਕਰਮਠ ਇਸ ਅਕੈਡਮੀ ਦੇ ਜਿਹੜੇ ਯੋਧਾ ਦੇ ਰੂਪ ਦੇ ਵਿੱਚ ਕੰਮ ਕਰ ਰਹੇ ਡਾਕਟਰ ਕੁਲਦੀਪ ਜੀ, ਜਿਹੜੇ ਦਿਨ ਰਾਤ ਮਿਹਨਤ ਕਰ ਰਹੇ ਆ, ਤੇ ਜਿਨ੍ਹਾਂ ਨੇ ਘਰੋਂ ਘਰ ਸਾਨੂੰ ਬੈਠਿਆਂ ਨੂੰ ਫੇਸਬੁੱਕ ਜਾਂ ਸੋਸ਼ਲ ਮੀਡੀਆ ਦੇ ਰਾਹੀਂ ਉੱਥੇ ਤੱਕ ਪਹੁੰਚਾਤਾ ਜਿੱਥੇ ਤੱਕ ਸਾਹਿਤ ਪਹੁੰਚਾਉਣ ਦੇ ਲਈ ਵਚਨਬੱਧ ਹੁੰਦਾ ਜਾਂ ਜਿਸ ਸਾਹਿਤ ਦੀ ਲੋੜ ਹੁੰਦੀ ਹੈ। ਸੋ ਮੈਂ ਸੱਚਮੁੱਚ ਵਧਾਈ ਦਿੰਦਾ ਅੱਜ ਦੇ ਦੋ ਸਪੀਕਰ, ਖਾਸ ਕਰਕੇ ਡਾਕਟਰ ਸਾਹਿਬ ਸਿੰਘ, ਡਾਕਟਰ ਸਤਵਿੰਦਰ ਜੀ ਨੂੰ, ਕਿ ਇਹਨਾਂ ਨੇ ਆਪਣਾ ਪੱਖ ਰੱਖਿਆ ਸਾਡੇ ਸਾਹਮਣੇ। ਇਸ ਦੇ ਨਾਲ ਇਸ ਨੂੰ ਲੈ ਕੇ ਅਸੀਂ ਸਮਾਜ ਦੇ ਅੰਦਰ ਸਾਡੀ ਵਿਚਾਰਧਾਰਾ ਗਈ ਹੈ। ਕੇਵਲ ਧਾਲੀਵਾਲ ਜੀ ਨੇ ਉਸ ਦੀ ਸਿਖਰ ਦੀ ਗੱਲ ਕੀਤੀ ਹੈ ਕਿ ਜੇ ਇਸ ਨੂੰ ਨਾਟਕ ਦੇ ਰੂਪ ਦੇ ਵਿੱਚ ਅਸੀਂ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਲੈ ਕੇ ਜਾਣਾ ਤੇ ਉਹਦੇ ਲਈ ਸਾਨੂੰ ਕਿਸ ਰੂਪ ਦੇ ਵਿੱਚ ਨਿਭਣਾ ਪਊਗਾ ਤੇ ਕਿਸ ਤਰੀਕੇ ਦੇ ਨਾਲ ਅਸੀਂ ਕੰਮ ਕਰਾਂਗੇ। ਇਹ ਸਾਹਿਤ ਅਕੈਡਮੀ ਦੇ ਇੱਕ ਵੱਡਾ ਉਪਰਾਲਾ, ਇੱਕ ਵੱਡਾ ਯਤਨ ਹੈ। ਇਸ ਦੇ ਲਈ ਮੈਂ ਦੋਵੇਂ ਪ੍ਰਬੰਧਕਾਂ ਨੂੰ ਤੇ ਡਾਕਟਰ ਕੁਲਦੀਪ ਜੀ ਨੂੰ ਬਹੁਤ ਮੁਬਾਰਕਬਾਦ ਦਿੰਦਾ। ਧੰਨਵਾਦ ਜੀ। ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਡਾਕਟਰ ਦਵਿੰਦਰ ਕੁਮਾਰ ਜੀ।
ਤੁਸੀਂ ਬਹੁਤ ਖੂਬਸੂਰਤ ਗੱਲਾਂ ਕੀਤੀਆਂ, ਧੰਨਵਾਦ ਦੇ ਨਾਲ ਤੇ ਇਹ ਪ੍ਰੋਗਰਾਮ ਇਸ ਵੇਲੇ ਲਾਈਵ ਦੇਖਿਆ ਜਾ ਰਿਹਾ ਹੈ ਫੇਸਬੁੱਕ ਤੇ ਨਾਲ ਹੀ ਇਸ ਤੋਂ ਬਾਅਦ ਇਸ ਪ੍ਰੋਗਰਾਮ ਨੇ YouTube ਤੇ ਆ ਜਾਣਾ, ਉੱਥੇ ਵੀ ਇਹਦੇ ਲਿੰਕ ਮੈਂ ਤੁਹਾਨੂੰ ਭੇਜੂੰਗਾ, ਇਹਨੂੰ ਸਾਂਝਾ ਕਰਨਾ। ਆਪਾਂ ਫੇਸਬੁੱਕ ਤੇ ਕਈ ਹੋਰ ਦੋਸਤ ਵੀ ਨਾਲ ਜੁੜੇ ਨੇ, ਕੁਝ ਨਾਟਕ ਦੇ ਆਰਟਿਸਟ ਨੇ ਮਾਨਸਾ ਤੋਂ, ਜਗਤਾਰ ਔਲਖ, ਰਾਜ ਜੋਸ਼ੀ ਹੋਰੀ, ਇਸ ਤੋਂ ਇਲਾਵਾ ਪਰਮਨ ਸ਼ਾਸਤਰੀ, ਮਨਿੰਦਰ ਕਾਫਰ, ਰਜਿੰਦਰ ਕੌਰ, ਸੁਦਰਸ਼ਨ ਕੌਰ, ਅਮਰਤਪਾਲ, ਗੁਰਪ੍ਰੀਤ ਕੌਰ, ਇੰਦਰਜੀਤ ਰੂਪੋਵਾਲੀ, ਇਹਨਾਂ ਸਾਰੇ ਦੋਸਤਾਂ ਦਾ ਵੀ ਬਹੁਤ ਧੰਨਵਾਦ ਜਿਹੜੇ ਉਸ ਪਲੇਟਫਾਰਮ ਤੋਂ ਸਾਡੇ ਨਾਲ ਜੁੜੇ ਨੇ ਤੇ ਇੱਧਰੋਂ ਜ਼ੂਮ ਰਾਹੀਂ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜੇ ਨੇ, ਕੁਝ ਚਲੇ ਗਏ, ਕੁਝ ਫੇਰ ਆ ਜਾਂਦੇ ਨੇ। ਸੋ ਤੁਹਾਡਾ ਸਾਰਿਆਂ ਦਾ, ਮੈਡਮ ਸਰਬਜੀਤ ਕੌਰ ਸੋਹਲ ਦਾ, ਵਰਮਾ ਸਰ ਦਾ, ਕੁਲਦੀਪ ਸਿੰਘ ਵੜੈਚ ਵੀ ਨੇ, ਡੈਨੀ ਸ਼ਰਮਾ ਨੇ, ਸੁਭਾਸ਼ ਨੀਰਵ ਨੇ, ਡਾਕਟਰ ਰਣਦੀਪ ਕਲੇਰ ਨੇ, ਪਰਮਜੀਤ ਕੌਰ ਬਸਰਾ ਤੇ ਸੁਨੀਲ ਚੰਦਿਆਨ ਵੀ। ਸੋ ਇਹ ਨਾਮ ਜੀ ਮੈਂ ਇਹਨਾਂ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਆਸ ਕਰਦੇ ਹਾਂ ਕਿ ਇਸ ਵੈਬੀਨਾਰ ਦੇ ਬਹਾਨੇ ਚਿੰਤਨ ਤੇ ਚੇਤਨਾ ਦੀ ਜੋ ਪਰੰਪਰਾ ਹੈ ਇਹ ਅੱਗੇ ਹੋਰ ਚੱਲੇਗੀ। ਕਿਸੇ ਪੂਰਾ ਸਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਫਿਲਾਸਫੀ ਨਾਲ, ਉਹਨਾਂ ਦੇ ਦਰਸ਼ਨ ਨਾਲ, ਉਹਨਾਂ ਦੀ ਜੀਵਨ ਘਟਨਾਵਾਂ ਦੇ ਨਾਲ ਜੁੜਾਂਗੇ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਮਿਲਦੇ ਹਾਂ ਰਾਤ ਨੂੰ ਫਿਰ 8 ਵਜੇ, ਪੌਣੇ 8। ਸਾਡਾ ਵੈਬੀਨਾਰ ਕਰੋਨਾ ਦੀ ਵਬਾ ਨੂੰ ਖਤਮ ਕਰਨ ਵਿੱਚ ਵੀ ਯੋਗ ਭੂਮਿਕਾ ਨਿਭਾਵੇ। ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ।